ਜਦੋਂ ਪਤਾ ਲੱਗਿਆ ਜਿਉਣਾ ਮੋੜ ਤੇ ਫਿਲਮ ਬਣ ਰਹੀ ਹੈ ਹਨਾ, ਤਾਂ ਸਾਹਿਤ ਕਲਾ ਨਾਲ ਜੁੜੇ ਹੋਣ ਕਰਕੇ ਪਿੰਡਾਂ ਦੇ ਵਿੱਚ ਬਜ਼ੁਰਗਾਂ ਤੋਂ ਗੱਲਾਂ ਸੁਣਦੇ ਹੋਣ ਕਰਕੇ ਤਾਂ ਮੇਰਾ ਜਿਹੜਾ ਉਤਸ਼ਾਹ ਸੀਗਾ ਉਹ ਹੋਰ ਜ਼ਿਆਦਾ ਵੱਧ ਗਿਆ ਹਨਾ। ਦੀਵਾਰਾਂ ਤੇ ਤਸਵੀਰਾਂ ਲਗਾਈਆਂ ਗਈਆਂ ਸੀਗੀਆਂ, ਚਾਰਟ ਬਣਾਏ ਗਏ ਸੀਗੇ ਬਕਾਇਦਾ ਵੀ ਇਹ ਕਰੈਕਟਰ ਇਸ ਐਕਟਰ ਲਈ ਹੈ, ਸਭ ਕੁਝ ਮਤਲਬ ਸੀਗਾ ਉੱਥੇ। ਫਿਰ ਸਰ ਨਾਲ ਅਸੀਂ ਡਿਸਕਸ਼ਨ ਕੀਤੀ ਕਿ ਉਸ ਸਮੇਂ ਦੇ ਕੱਪੜੇ ਕਿੱਦਾਂ ਦੇ ਹੋਣਗੇ, ਉੱਦਾਂ ਦਾ ਲੋਕਾਂ ਦਾ ਰਹਿਣ ਸਹਿਣ ਕਿੱਦਾਂ ਦਾ ਹੋਊਗਾ। ਸਮਝ ਲਓ ਕਿ ਇਹ ਇੱਕ ਸਾਡਾ ਰਿਸਰਚ ਦਾ ਇੱਕ ਜਿਹੜਾ ਸਮਾਂ ਸੀਗਾ ਉਹ ਸ਼ੁਰੂ ਹੋ ਗਿਆ ਸੀਗਾ ਫਿਲਮ ਦੇ ਵਿੱਚ ਹਨਾ। ਇੱਕ ਵਾਰ ਅਸੀਂ ਕਾਸਟਿਊਮ ਖਰੀਦਣੇ ਮਲੇਰਕੋਟਲੇ ਵੀ ਗਏ, ਨਾਭੇ ਵੀ ਗਏ, ਅਸੀਂ ਚੰਡੀਗੜ੍ਹ, ਪਟਿਆਲਾ ਹਰ ਜਗ੍ਹਾ ਘੁੰਮੇ ਹਨਾ। ਜਿਨ੍ਹਾਂ ਨੂੰ ਸਿਨੇਮਾ ਦੇ ਨਾਲ ਵਾਕਿਆ ਹੀ ਪਿਆਰ ਹੈ ਨਾ, ਤਾਂ ਉਹ ਫਿਲਮਾਂ ਨੂੰ ਬੜੀ ਸ਼ਿੱਦਤ ਨਾਲ ਦੇਖਦੇ ਆ ਜੀ। ਅਸੀਂ ਹਮੇਸ਼ਾ ਐਂਟਰਟੇਨਮੈਂਟ ਦੇ ਨਾਲ ਚੀਜ਼ਾਂ ਨੂੰ ਜੋੜ ਦਿੰਦੇ ਆ, ਲੇਕਿਨ ਕੁਝ ਲੋਕਾਂ ਨੂੰ ਸੰਜੀਦਗੀ ਵੀ ਬੜੀ ਪਸੰਦ ਆਉਂਦੀ ਹੈ। ਜਿਹੜਾ ਥੀਏਟਰ ਦਾ ਕਲਾਕਾਰ ਹੁੰਦਾ ਉਹ ਸਿਨੇਮੇ ਦਾ ਜਿਵੇਂ ਆਪਾਂ ਕਹਿ ਲਈਏ ਤਾਂ ਦਿੱਗਜ ਕਲਾਕਾਰ ਬਣ ਸਕਦਾ, ਕਿਉਂਕਿ ਉਹਦੇ ਚ ਸਟੈਮਿਨਾ ਜ਼ਿਆਦਾ ਹੁੰਦਾ। ਫਿਲਮ ਦੇ ਹਰ ਤਰ੍ਹਾਂ ਦੇ ਰਿਵਿਊਜ਼ ਸਾਡੇ ਸਾਹਮਣੇ ਆਏ ਕਿ ਤੁਸੀਂ ਬਤੌਰ ਉਸ ਟੀਮ ਦਾ ਹਿੱਸਾ ਹੋਣ ਦੇ ਨਾਤੇ ਹਰ ਇੱਕ ਚੀਜ਼ ਤੋਂ ਜਾਣੂ ਸੀ, ਔਰ ਫਿਲਮ ਰਿਲੀਜ਼ ਹੋਣ ਤੋਂ ਬਾਅਦ ਤੁਸੀਂ ਉਹਨਾਂ ਚੀਜ਼ਾਂ ਨੂੰ ਕਿਵੇਂ ਲਿਆ। ਤਾਂ ਸਾਨੂੰ ਪਤਾ ਸੀਗਾ ਕਿ ਜਿਉਣਾ ਮੋੜ ਦੀ ਜਿਹੜੀ ਇਹ ਫਿਲਮ ਆ ਇਹ ਪਹਿਲਾਂ ਬਣ ਚੁੱਕੀ ਆ ਜੀ। 35 ਤੋਂ ਉੱਪਰ ਕਿੱਸੇ ਲਿਖੇ ਜਾ ਚੁੱਕੇ ਆ ਜੀ। ਮੈਨੂੰ ਇਹ ਲੱਗਦਾ ਹੁੰਦਾ ਜਿਹੜਾ ਐਕਟਰ ਹੁੰਦਾ ਅਸਲ 'ਚ, ਜਿੰਨਾ ਮੈਂ ਪੜ੍ਹਿਆ ਹਨਾ ਜਾਂ ਮੈਂ ਜਾਣਿਆ, ਤਾਂ ਜਿਹੜਾ ਐਕਟਰ ਹੁੰਦਾ ਉਹ ਹੁੰਦਾ ਐਕਟਿਵ ਪਰਸਨ। ਉਹ ਸਵਿਚ ਔਨ ਸਵਿਚ ਆਫ ਹੁੰਦਾ। ਉਹਨੂੰ ਜੇ ਲੋਕ ਉਹਨੂੰ ਸਹੀ ਮਾਇਨੇ 'ਚ ਐਕਟਰ ਮੰਨਦੇ ਆ ਤਾਂ ਉਹਨੂੰ ਹਰ ਰੋਲ ਦੇ ਵਿੱਚ ਐਕਸੈਪਟ ਕਰਨਗੇ। ਇਸ ਲਈ ਤੁਸੀਂ ਇਹ ਮੰਨਦੇ ਹੋ ਕਿ ਕਾਮਨ ਸੈਂਸ ਇੰਨੀ ਵੀ ਕਾਮਨ ਨਹੀਂ ਹੁੰਦੀ ਕਿ ਹਰ ਕਿਸੇ ਕੋਲ ਹੋਵੇ। ਮੱਧ ਵਰਗੀ ਪਰਿਵਾਰ ਦੇ ਵਿੱਚ ਹਨਾ, ਇੱਕ ਕਿਸਾਨ ਪਰਿਵਾਰ ਨਾਲ ਮੈਂ ਸੰਬੰਧਿਤ ਹਨਾ। ਤਕਰੀਬਨ 15-17 ਸਾਲ ਪਹਿਲਾਂ ਮੈਂ ਕਾਲਜ ਦੇ ਵਿੱਚ ਮੈਂ ਡਾਇਰੈਕਸ਼ਨ ਕਰਦੀ ਰਹੀ। ਉਹਨਾਂ ਸਮਿਆਂ ਦੇ ਵਿੱਚ ਫਿਲਮਾਂ ਨੂੰ ਬੜਾ ਅਜੀਬ ਮੰਨਿਆ ਜਾਂਦਾ ਸੀ। ਐਜ਼ ਅ ਫੀਮੇਲ ਕਲਾਕਾਰ ਇੰਨਾ ਲੰਬਾ ਸਮਾਂ ਸਿਨੇਮਾ, ਖਾਸ ਕਰ ਪੰਜਾਬੀ ਸਿਨੇਮਾ ਨਾਲ ਜੁੜੇ ਹੋਣ ਦੇ ਨਾਤੇ ਤੁਸੀਂ ਆਪਣੇ ਆਪ ਨੂੰ ਬਤੌਰ ਫੀਮੇਲ ਕਿੱਥੇ ਦੇਖਿਆ? ਮੇਰੀ ਛਿਪੇ ਰਹਿਣ ਦੀ ਚਾਹ, ਛਿਪੇ ਟੁਰ ਜਾਣ ਦੀ ਪੂਰੀ ਹੁੰਦੀ ਨਾ ਮੈਂ ਤਰਲੇ ਲੈ ਰਿਹਾ ਹਨਾ। ਸੁਪਨੇ ਮੇਰੇ ਵੱਡੇ ਹੁੰਦੇ ਗਏ, ਮੈਂ ਕਦਮ ਪੱਟਿਆ ਵੀ। ਮੈਨੂੰ ਲੱਗਦਾ ਸੀ ਜੇ ਮੈਂ ਕਦਮ ਪੁੱਟਿਆ ਤਾਂ ਮੈਂ ਉੱਥੇ ਹੀ ਰੱਖ ਲਿਆ ਹਨਾ। ਜਿੱਥੇ ਤੁਸੀਂ ਗੱਲ ਕੀਤੀ ਹੈ ਕਿ ਫੀਮੇਲਸ ਦਾ ਹਨਾ ਬੜਾ ਇਸ਼ੂ ਹੁੰਦਾ, ਮੈਂ ਕਦੇ ਸਾਨੂੰ ਸਟੱਡੀ 'ਚ ਇਹ ਸਮਝਾਇਆ ਜਾਂਦਾ ਸੀ ਵੀ ਜਿਹੜਾ ਐਕਟਰ ਹੁੰਦਾ ਉਹ ਐਕਟਰ ਹੁੰਦਾ, ਉਹ ਕੁੜੀ ਮੁੰਡਾ ਨਹੀਂ ਹੁੰਦੇ। ਜਿੰਨੀ ਸੰਜੀਦਗੀ ਨਾਲ ਤੁਸੀਂ ਇਸ ਕਲਾ ਨੂੰ ਸਮਝਦੇ ਹੋ ਬਤੌਰ ਐਕਟਰ ਹੋਣ ਦੇ ਨਾਤੇ, ਜਾਂ ਉਹ ਆਪਣੇ ਇਸ ਪ੍ਰੋਫੈਸ਼ਨ ਨਾਲ ਜਿੰਨੀ ਇਮਾਨਦਾਰੀ ਨਾਲ ਜੁੜਿਆ, ਤਾਂ ਤੁਹਾਨੂੰ ਕਦੀ ਲੱਗਦਾ ਹੁੰਦਾ ਹੈ ਕਿ ਜਿਹੜੀ ਸੰਜੀਦਗੀ ਤੁਸੀਂ ਜਾਣਦੇ ਹੋ ਉਹਨੂੰ ਸਮਝਣ ਵਾਲੇ ਲੋਕ ਦੁਨੀਆ ਤੇ ਓਨੇ ਨਹੀਂ ਹੈ? ਮੈਂ ਹੁਣ ਜੇ ਅੱਗੇ ਵੀ ਬੱਚਿਆਂ ਨੂੰ ਟ੍ਰੇਨਿੰਗ ਦਿੰਨੀ ਆ ਤਾਂ ਮੈਂ ਉਸੇ ਪ੍ਰੋਸੈਸ ਥਰੂ ਦਿੰਨੀ ਆ ਕਿ ਇਹਨਾਂ ਨੂੰ ਪਤਾ ਲੱਗੇ ਕਿ ਐਕਟਰ ਬਣਨਾ ਕੋਈ ਆਸਾਨ ਜੀ ਗੱਲ ਨਹੀਂ ਹੈ। ਜਦੋਂ ਤੁਸੀਂ ਰੋਣਾ ਤਾਂ ਤੁਹਾਡੇ ਅੰਦਰ ਤੁਹਾਡਾ ਦਰਦ ਜਾਗਣਾ ਚਾਹੀਦਾ, ਜਿਹੜਾ ਤੁਹਾਡੇ ਅਤੀਤ ਦੇ ਵਿੱਚ ਬੀਤ ਚੁੱਕਾ। ਮੈਂ ਜਿੰਨੇ ਵੀ ਹੁਣ ਤੱਕ ਕਿਰਦਾਰ ਕੀਤੇ ਆ, ਮੈਂ ਕਦੇ ਵੀ ਗਲਿਸਰੀਨ ਦੀ ਵਰਤੋਂ ਨਹੀਂ ਕੀਤੀ। ਫੁੱਲ ਹੋ ਗਿਆ। ਬਿਲਕੁਲ। ਦਿਲਜੀਤ ਦੋਸਾਂਝ ਦੀ ਇੱਕ ਫਿਲਮ ਦੇ ਨਾਲ ਵੀ ਤੁਹਾਡਾ ਰਾਬਤਾ ਹੈ, ਉਹ ਕਿਸ ਤਰ੍ਹਾਂ ਬਣਿਆ ਸੀ? ਜਸਵੰਤ ਸਿੰਘ ਖਾਲੜਾ ਜੀ ਦੀ ਲਾਈਫ ਤੇ ਹਨਾ ਫਿਲਮ ਬਣੀ ਆ। ਮੇਰੀ ਫੇਸਬੁੱਕ ਤੇ ਫਰੈਂਡਸ ਹੈਗੇ ਆ ਬੰਬੇ ਤੋਂ ਕਾਫੀ, ਉਹਦੇ 'ਚ ਇੱਕ ਮੇਰੀ ਫੋਟੋ ਸੀਗੀ, ਬਿਲਕੁਲ ਡਲ ਜੀ ਸੀਗੀ ਫੋਟੋ ਹਨਾ, ਅੱਛੀ ਫੋਟੋ ਸੀ। ਉਹਨੂੰ ਜੇ ਕੋਈ ਕਲਾਕਾਰ ਦੇਖਦਾ ਸੀ ਉਹ ਕਹਿੰਦੇ ਵੀਰੂ ਤੇਰੀ ਫੋਟੋ ਬਹੁਤ ਸੋਹਣੀ ਆ। ਮੇਰੀ ਉਹ ਫੋਟੋ ਕਲਿੱਕ ਹੋਈ, ਕਿਸੇ ਨੇ ਵੇਖੀ, ਤੇ ਉੱਥੋਂ ਜਤਿੰਦਰ ਦੀਦੀ ਜਿਹੜੇ ਕਾਸਟਿਊਮ ਡਿਜ਼ਾਈਨਰ ਨੇ, ਇਹਨਾਂ ਦਾ ਸਾਡਾ ਥੋੜਾ ਸਰਕਲ ਜਿਹੜਾ ਸੇਮ ਹੈ, ਉਹਨਾਂ ਨੇ ਕਿਹਾ ਕਿ ਵੀਰੂ ਤੇਰੀ ਉਹ ਫੋਟੋ ਕਲਿੱਕ ਹੋ ਗਈ ਹੈ, ਉਸੇ ਲੁੱਕ ਦੇ ਵਿੱਚ ਤੈਨੂੰ ਆਪਣੀ ਮਤਲਬ ਆਡੀਸ਼ਨ ਦੇਣਾ ਪੈਣਾ। ਸਤਿ ਸ਼੍ਰੀ ਅਕਾਲ ਜੀ, ਬਹੁਤ ਸਵਾਗਤ ਹੈ। ਮੈਂ ਜਸਵਿੰਦਰ ਕੌਰ ਔਰ ਤੁਸੀਂ ਦੇਖ ਰਹੇ ਹੋ ਸਿਨੇ ਪੰਜਾਬੀ। ਅਕਸਰ ਹੀ ਅਸੀਂ ਸਿਨੇਮਾ ਦੇ ਨਾਲ ਜੁੜੇ ਹੋਏ ਕਲਾਕਾਰਾਂ ਦੇ ਰੂਬਰੂ ਤੁਹਾਨੂੰ ਕਰਾਉਂਦੇ ਹਾਂ, ਔਰ ਇਹ ਕਹਿ ਸਕਦੇ ਹਾਂ ਕਿ ਪੰਜਾਬੀ ਸਿਨੇਮਾ ਇਸ ਦੌਰ ਦੇ ਵਿੱਚ ਚੱਲ ਰਿਹਾ ਜਿਸ ਦੇ ਵਿੱਚ ਸਾਨੂੰ ਹੁਣ ਉਹਨਾਂ ਵਿਸ਼ਿਆਂ ਤੇ ਵੀ ਫਿਲਮਾਂ ਦੇਖਣ ਨੂੰ ਮਿਲ ਰਹੀਆਂ ਨੇ ਜਿਨ੍ਹਾਂ ਦੀ ਉਮੀਦ ਹਮੇਸ਼ਾ ਹੀ ਦਰਸ਼ਕ ਕਰਦੇ ਸੀ ਕਿ ਪੰਜਾਬੀ ਸਿਨੇਮਾ ਦੇ ਵਿੱਚ ਅਜਿਹਾ ਸਿਨੇਮਾ ਵੀ ਸਾਨੂੰ ਦੇਖਣ ਨੂੰ ਮਿਲੇਗਾ ਜਿਸ ਦੀ ਅਸੀਂ ਹਮੇਸ਼ਾ ਕਲਪਨਾ ਕੀਤੀ ਹੈ। ਸੋ ਜਦੋਂ ਵੀ ਅਸੀਂ ਇਹ ਵੀ ਗੱਲ ਕਰਦੇ ਹਾਂ ਕਿ ਸਾਨੂੰ ਨਾ ਫੀਮੇਲ ਆਰਟਿਸਟ ਜਿਹੜੇ ਉਹਨੇ ਉੱਭਰਦੇ ਹੋਏ ਨਜ਼ਰ ਨਹੀਂ ਆਉਂਦੇ, ਲੇਕਿਨ ਸਾਡੀ ਇੰਡਸਟਰੀ ਦੇ ਵਿੱਚ ਕੁਝ ਅਜਿਹੇ ਚਿਹਰੇ ਨੇ ਜਿਨ੍ਹਾਂ ਨੇ ਆਪਣੀ ਕਾਬਲੀਅਤ ਦੇ ਦਮ ਤੇ ਬਹੁਤ ਕੁਝ ਅਜਿਹਾ ਕੀਤਾ ਹੈ ਜਿਸ ਦੇ ਨਾਲ ਬੇਸ਼ੱਕ ਅਸੀਂ ਜਾਣੂ ਨਹੀਂ ਸੀ। ਹਾਲ ਹੀ ਦੇ ਵਿੱਚ ਇੱਕ ਮੌਡ ਫਿਲਮ ਤੁਸੀਂ ਸਾਰਿਆਂ ਨੇ ਦੇਖੀ ਹੋਊਗੀ, ਜਿਸ ਦੇ ਉਹਨੂੰ ਅਸੀਂ ਆਰਟ ਫਿਲਮ ਕਹਿ ਸਕਦੇ ਹਾਂ, ਉਸਦੇ ਕਹਿ ਸਕਦੇ ਹਾਂ ਡਰੈਸਿਸ ਨੇ ਸਾਡਾ ਸਭ ਦਾ ਧਿਆਨ ਖਿੱਚਿਆ ਸੀ। ਫਿਲਮ ਦੇ ਕਲਾਕਾਰਾਂ ਦੀ ਕਲਾਕਾਰੀ ਦੀ ਹਰ ਕਿਸੇ ਨੇ ਖੂਬ ਤਾਰੀਫ ਕੀਤੀ ਸੀ। ਫਿਲਮ ਦੇ ਵਿੱਚ ਬਤੌਰ ਅਦਾਕਾਰਾ ਐਕਟਿੰਗ ਕਰਨਾ ਔਰ ਕਾਸਟਿਊਮਸ ਦੇ ਨਾਲ ਜੁੜਨਾ ਤੇ ਬੜੀ
ਪ੍ਰੀ ਪ੍ਰੋਡਕਸ਼ਨ ਦਾ ਹਿੱਸਾ ਹੋਣ ਤੇ ਬਹੁਤ ਕੁਝ ਅਜਿਹਾ ਉਹਨਾਂ ਨੇ ਇਸ ਫਿਲਮ ਦੇ ਵਿੱਚ ਦਿੱਤਾ ਜੋ ਸ਼ਾਇਦ ਸਾਨੂੰ ਸਾਰਿਆਂ ਨੂੰ ਜ਼ਰੂਰ ਜਾਣਨਾ ਚਾਹੀਦਾ ਹੈ। ਔਰ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਕੁਝ ਹੋਰ ਵੀ ਅਜਿਹੇ ਹਿੱਸੇ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਉਹਨਾਂ ਦਾ ਜਿਹੜਾ ਸਫ਼ਰ ਹੈ ਕਿੱਥੋਂ ਸ਼ੁਰੂ ਹੋਇਆ ਸੀ ਔਰ ਪੰਜਾਬੀ ਇੰਡਸਟਰੀ ਨੂੰ ਉਹ ਕਿਸ ਰੂਪ ਦੇ ਵਿੱਚ ਦੇਖਦੇ ਨੇ। ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਂਦੇ ਹਾਂ ਡਾਕਟਰ ਵੀਰਪਾਲ ਕੌਰ ਜੀ ਦਾ। ਬਹੁਤ ਬਹੁਤ ਸਵਾਗਤ ਹੈ ਮੈਮ। ਸ਼ੁਕਰੀਆ। ਮੌੜ ਫਿਲਮ ਲਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਤੁਹਾਡੀ ਅਦਾਕਾਰੀ ਨੂੰ ਐਪਰੀਸੀਏਸ਼ਨ ਮਿਲੀ। ਸੋ ਇਹ ਫਿਲਮ ਕੀ ਤੁਹਾਡੇ ਲਈ ਬਤੌਰ ਅਦਾਕਾਰਾ ਖਾਸ ਰਹੇਗੀ ਕਿਉਂਕਿ ਤੁਸੀਂ ਲੰਬੇ ਸਮੇਂ ਤੋਂ ਪੰਜਾਬੀ ਸਿਨੇਮਾ ਦੇ ਨਾਲ ਜੁੜੇ ਹੋਏ ਹੋ? ਜੀ ਮੇਰੇ ਲਈ ਇਹ ਬੜਾ ਇੱਕ ਕਹਿ ਦਈਏ ਕਿ ਖੁਸ਼ਕਿਸਮਤੀ ਵਾਲਾ ਮੇਰਾ ਹਿੱਸਾ ਇਹ ਮੇਰੀ ਲਾਈਫ ਦਾ। ਮੈਂ ਲਗਾਤਾਰ ਪਿਛਲੇ 18 ਸਾਲ ਤੋਂ ਥੀਏਟਰ ਨਾਲ ਜੁੜ ਕੇ ਫਿਲਮਾਂ ਤੱਕ ਪਹੁੰਚੀ ਹਾਂ। ਤਾਂ ਮੈਨੂੰ ਉਡੀਕ ਸੀਗੀ ਕਿ ਕਦੀ ਸਮਾਂ ਆਊਗਾ ਮੇਰਾ ਤਾਂ ਮੈਂ ਉਸ ਤੋਂ ਪਹਿਲਾਂ ਵੀ ਕਾਫੀ ਕੰਮ ਕਰ ਚੁੱਕੀ ਹਾਂ। ਮਤਲਬ ਇਸ ਫਿਲਮ ਦੇ ਨਾਲ ਮੈਂ ਥੋੜ੍ਹਾ ਜਿਹਾ ਉਭਰੀ ਹਾਂ, ਜੇ ਮੈਂ ਲੋਕਾਂ ਦੇ ਪੱਖ ਤੋਂ ਦੇਖਾਂ ਜਾਂ ਮੈਨੂੰ ਆਪਣੇ ਆਪ ਨੂੰ ਮਹਿਸੂਸ ਹੋਇਆ ਤਾਂ ਮੈਨੂੰ ਜਦੋਂ ਮੈਂ ਇਸ ਫਿਲਮ ਨਾਲ ਜੁੜੀ ਸੀ, ਆਪਾਂ ਸ਼ੁਰੂਆਤ ਤੋਂ ਹੀ ਗੱਲ ਕਰ ਲੈਂਦੇ ਹਾਂ ਜਦੋਂ ਮੈਂ ਇਸ ਫਿਲਮ ਨਾਲ ਜੁੜੀ ਸੀਗੀ ਮਤਲਬ ਤਾਂ ਪਟਿਆਲੇ ਤੋਂ ਜਿਹੜੇ ਇਸ ਫਿਲਮ ਦੇ ਕਾਸਟਿਊਮ ਡਿਜ਼ਾਈਨਰ ਨੇ ਤਜਿੰਦਰ ਕੌਰ, ਉਹ ਮੇਰੇ ਬਹੁਤ ਖਾਸ ਦੋਸਤ ਨੇ, ਵੱਡੇ ਭੈਣ ਦੀ ਤਰ੍ਹਾਂ ਵੀ ਨੇ। ਉਹਨਾਂ ਨੇ ਮੈਨੂੰ ਕਿਹਾ ਕਿ ਵੀਰ ਆਪਾਂ ਇੱਦਾਂ ਕਰਕੇ ਕੰਮ ਕਰਨਾ ਕਾਸਟਿਊਮ ਦਾ। ਔਰ ਮੈਂ ਕਿਹਾ ਵੀ ਹਾਂ ਮੈਂ ਫ੍ਰੀ ਹਾਂ, ਆਪਾਂ ਕਰਾਂਗੇ ਕਹਿੰਦੇ ਫਿਲਮ ਵੱਡੀ ਹੈ, ਜਤਿੰਦਰ ਮੌਰ ਡਾਇਰੈਕਟ ਕਰ ਰਹੇ ਨੇ, ਰਿਦਮ ਵੌਇਸ ਦੀ ਪ੍ਰੋਡਕਸ਼ਨ ਹੈ ਔਰ ਹੋ ਸਕਦਾ ਤੇਰਾ ਰੋਲ ਵੀ ਹੋਵੇ ਤਾਂ ਅਸੀਂ ਉਸ ਦਿਨ ਤੋਂ ਫਿਰ ਮੈਂ ਤਾਂ ਚਲੋ ਖੈਰ ਇੱਥੇ ਰਹਿੰਦੀ ਸੀਗੀ, ਉਹ ਪਟਿਆਲੇ ਤੋਂ ਆਏ। ਜਿਹੜਾ ਸਾਡਾ ਉਹ ਸਫ਼ਰ ਸੀਗਾ, ਪਹਿਲੇ ਦਿਨ ਜਾ ਕੇ ਅਸੀਂ ਉੱਥੇ ਮਾਹੌਲ ਦੇਖਿਆ। ਜਦੋਂ ਪਤਾ ਲੱਗਿਆ ਜਿਉਣਾ ਮੋੜ ਤੇ ਫਿਲਮ ਬਣ ਰਹੀ ਹੈ ਤਾਂ ਸਾਹਿਤ ਕਲਾ ਨਾਲ ਜੁੜੇ ਹੋਣ ਕਰਕੇ, ਪਿੰਡਾਂ ਦੇ ਵਿੱਚ ਬਜ਼ੁਰਗਾਂ ਤੋਂ ਗੱਲਾਂ ਸੁਣਦੇ ਹੋਣ ਕਰਕੇ ਤਾਂ ਮੇਰਾ ਜਿਹੜਾ ਉਤਸ਼ਾਹ ਸੀਗਾ ਉਹ ਹੋਰ ਜ਼ਿਆਦਾ ਵੱਧ ਗਿਆ ਮੈਨੂੰ ਲੱਗਾ ਵੀ ਫਿਲਮਾਂ ਬਣੀਆਂ ਨੇ, ਕਿਸੇ ਵੀ ਲਿਖੇ ਗਏ ਨੇ, ਇਹ ਪਤਾ ਨਹੀਂ ਜੇ ਜਤਿੰਦਰ ਮੌਰ ਕਰ ਰਹੇ ਨੇ ਤਾਂ ਬਿਲਕੁਲ ਅਲੱਗ ਕਿਸਮ ਦੀ ਫਿਲਮ ਹੋ ਸਕਦੀ ਹੈ ਉੱਥੇ ਜਾ ਕੇ ਮੈਂ ਮਾਹੌਲ ਦੇਖਿਆ ਤਾਂ ਇੱਕ ਇੱਦਾਂ ਲੱਗ ਰਿਹਾ ਸੀ ਕਿ ਤੁਸੀਂ ਕਿਸੇ ਰਿਸਰਚ ਵਿਭਾਗ ਦੇ ਵਿੱਚ ਆ ਗਏ ਹੋ ਦੀਵਾਰਾਂ ਤੇ ਤਸਵੀਰਾਂ ਲਗਾਈਆਂ ਗਈਆਂ ਸੀਗੀਆਂ, ਚਾਰਟ ਬਣਾਏ ਗਏ ਸੀਗੇ ਬਕਾਇਦਾ ਵੀ ਇਹ ਕਰੈਕਟਰ ਇਸ ਐਕਟਰ ਲਈ ਹੈ, ਸਭ ਕੁਝ ਮਤਲਬ ਸੀਗਾ ਉੱਥੇ। ਤਾਂ ਮੈਨੂੰ ਬੜਾ ਚੰਗਾ ਲੱਗਾ। ਫਿਰ ਸਰ ਨਾਲ ਅਸੀਂ ਡਿਸਕਸ਼ਨ ਕੀਤੀ ਕਿ ਉਸ ਸਮੇਂ ਦੇ ਕੱਪੜੇ ਕਿੱਦਾਂ ਦੇ ਹੋਣਗੇ, ਉੱਦਾਂ ਦਾ ਲੋਕਾਂ ਦਾ ਰਹਿਣ ਸਹਿਣ ਕਿੱਦਾਂ ਦਾ ਹੋਊਗਾ। ਸਮਝ ਲਓ ਕਿ ਇਹ ਇੱਕ ਸਾਡਾ ਰਿਸਰਚ ਦਾ ਇੱਕ ਜਿਹੜਾ ਸਮਾਂ ਸੀਗਾ ਉਹ ਸ਼ੁਰੂ ਹੋ ਗਿਆ ਸੀਗਾ ਫਿਲਮ ਦੇ ਵਿੱਚ ਤੇ ਇੱਕ ਵਾਰ ਅਸੀਂ ਕਾਸਟਿਊਮ ਖਰੀਦਣੇ ਮਲੇਰਕੋਟਲੇ ਵੀ ਗਏ, ਨਾਭੇ ਵੀ ਗਏ, ਅਸੀਂ ਚੰਡੀਗੜ੍ਹ, ਪਟਿਆਲਾ, ਹਰ ਜਗ੍ਹਾ ਘੁੰਮੇ ਸਾਨੂੰ ਇਹ ਸੀਗਾ, ਸਾਨੂੰ ਜਿਸ ਤਰ੍ਹਾਂ ਦੱਸਿਆ ਗਿਆ ਸੀ ਸਾਨੂੰ ਇਹ ਲੱਗਦਾ ਸੀਗਾ ਕਿ ਇਸ ਲੈਵਲ ਦੇ ਹਿਸਾਬ ਨਾਲ ਇਹ ਫਿਲਮ ਬਹੁਤ ਵੱਡੀ ਹੋਊਗੀ। ਸਭ ਤੋਂ ਪਹਿਲਾਂ ਕਾਸਟਿਊਮ ਤੇ ਇਸ ਹਿਸਾਬ ਨਾਲ ਅਸੀਂ ਕੰਸਨਟਰੇਟ ਕੀਤਾ। ਸਾਨੂੰ ਲੱਗਿਆ ਕਿ ਇਹ ਸਾਡੀ ਜ਼ਿੰਮੇਵਾਰੀ ਡਬਲ ਹੋ ਜੂਗੀ, ਸਾਨੂੰ ਇਸ ਚੀਜ਼ ਨਾਲ ਸੰਭਲ ਕੇ ਹੀ ਚੱਲਣਾ ਪਊਗਾ ਤੇ ਜਦੋਂ ਦੀਦੀ ਜਿਹੜੇ ਸੀਗੇ ਤਜਿੰਦਰ ਕੌਰ, ਉਹ ਸਕੈਚ ਬਣਾਉਂਦੇ ਸੀਗੇ, ਅਸੀਂ ਦੇਖਦੇ ਸੀ। ਚਲੋ ਥੋੜਾ ਪੰਜਾਬ ਦੇ ਜੰਪਲ ਹੋਣ ਕਰਕੇ ਉਹਨਾਂ ਪਿੰਡਾਂ 'ਚ ਲੋਕਾਂ 'ਚ ਵਿਚਰੇ ਹੋਣ ਕਰਕੇ ਕੁਝ ਨੌਲੇਜ ਵੀ ਸੀਗੀ। ਤਾਂ ਜਦੋਂ ਅਸੀਂ ਮਤਲਬ ਕਾਸਟਿਊਮ ਤਿਆਰ ਹੋ ਰਹੇ ਸੀ, ਖੱਦਰ ਲਿਆਉਣਾ, ਉਹਨੂੰ ਰੰਗਣਾ, ਕਿੰਨਾ ਕੰਮ ਕਰਨਾ ਮਤਲਬ ਇੱਕ ਵਾਰ ਉਹ ਪਿੰਡ ਵਾਲਾ ਮਾਹੌਲ ਜਿਹਾ ਬਣ ਗਿਆ ਸੀ ਪ੍ਰੋਡਕਸ਼ਨ ਹਾਊਸ 'ਚ, ਜਿੱਦਾਂ ਘਰਾਂ 'ਚ ਸੂਤ ਰੰਗਦੇ ਸੀਗੇ ਜਾਂ ਖੱਦਰ ਰੰਗਦੇ ਹੁੰਦੇ ਸੀਗੇ। ਤਾਂ ਇੱਕ ਦਿਨ ਕੀ ਹੋਇਆ ਕਿ ਇੱਕ ਲੇਡੀ ਦਾ ਕਾਸਟਿਊਮ ਤਿਆਰ ਕੀਤਾ ਤਾਂ ਜਿੱਥੋਂ ਮਤਲਬ ਸ਼ੁਰੂਆਤ ਹੋਈ ਮੇਰੀ ਤਾਂ ਮੈਨੂੰ ਤਜਿੰਦਰ ਦੀਦੀ ਕਹਿੰਦੇ ਕਿ ਵੀਰੂ ਤੂੰ ਇਹਨੂੰ ਪਾ ਕੇ ਦੇਖ ਯਾਰ, ਇੱਕ ਲੁੱਕ ਦੇਖਣੀ ਆ। ਤਾਂ ਮੈਂ ਉਹਨੂੰ ਕਿਹਾ ਕਿ ਠੀਕ ਹੈ ਦੀਦੀ ਮੈਂ ਪਾਉਂਦੀ ਮੈਂ ਕਾਸਟਿਊਮ ਪਾਇਆ ਤੇ ਮੈਂ ਜਿੱਦਾਂ ਆਪਣੇ ਲੇਡੀਜ਼ ਪਿੰਡਾਂ ਦੇ ਵਿੱਚ ਦੁਪੱਟਾ ਉੱਪਰ ਦੀ ਬੁੱਕਲ ਨਹੀਂ ਮਾਰੀ, ਮੈਂ ਉੱਪਰ ਮੋੜ ਕੇ ਲੜ ਰੱਖ ਲਿਆ ਤਾਂ ਮੈਂ ਨੀਚੇ ਬੈਠ ਗਈ ਇੱਦਾਂ ਜਿੱਦਾਂ ਉਹ ਬੁੜੀਆਂ ਕਿਸੇ ਨਾਲ ਗੱਲ ਨਹੀਂ ਕਰਦੀਆਂ ਹੁੰਦੀਆਂ, ਕੋਈ ਭੇਦ ਦੱਸਣ। ਉਹ ਪਈ ਹੱਸਣ ਲੱਗ ਗਏ, ਕਹਿੰਦੇ ਕਿ ਨਹੀਂ ਵੀਰੂ ਤੂੰ ਖੜੀ ਹੋ। ਮੈਂ ਕਿਹਾ ਯਾਰ ਮੈਂ ਇੱਦਾਂ ਹੀ ਕਰਨਾ, ਵੀ ਮੈਨੂੰ ਇਹ ਕੱਪੜੇ ਪਾ ਕੇ ਮਹਿਸੂਸ ਹੋਇਆ ਵੀ ਐਂ ਜੇ ਹੀ ਹੋਣਾ ਤੇ ਮੈਂ ਇੱਦਾਂ ਹੀ ਕਰਨਾ। ਦੀਦੀ ਨੇ ਮੇਰੀ ਉੱਦਾਂ ਹੀ ਫੋਟੋ ਕਲਿੱਕ ਕਰਕੇ ਸਰ ਨੂੰ ਭੇਜੀ ਤੇ ਉੱਧਰੋਂ ਠੀਕ ਥੋੜੇ ਮਿੰਟਾਂ ਦੇ ਵਿੱਚ ਉਹ ਡਨ ਹੋ ਕੇ ਆ ਗਿਆ, ਕਹਿੰਦੇ ਤੇਰਾ ਰੋਲ ਓਕੇ ਆ ਤੇ ਉਸ ਤੋਂ ਪਹਿਲਾਂ ਜਿਹੜਾ ਮੇਰੇ 25 ਦਿਨ ਦਾ ਸਫ਼ਰ ਸੀਗਾ ਕਾਸਟਿਊਮ ਦਾ, ਇਹਦੇ 'ਚ ਮੈਂ ਬਹੁਤ ਕੁਝ ਸਿੱਖਿਆ ਕਿ ਕਿੱਦਾਂ ਜਿਹੜੇ ਕਿਰਦਾਰ ਨੇ ਉਹਨਾਂ ਨੂੰ ਸਕਰੀਨ 'ਤੇ ਲਿਆਉਣ ਲਈ, ਉਹਨਾਂ ਨੂੰ ਜਿਹਨੂੰ ਅਸੀਂ ਕਹਿੰਦੇ ਨੇ ਆਊਟਫਿਟ, ਉਹਨਾਂ ਦੀ ਬਾਹਰੀ ਦਿੱਖ ਕੀ ਹੁੰਦੀ ਆ ਤਾਂ ਉਹਦੇ 'ਤੇ ਮੈਂ ਮਤਲਬ ਬੜੀ ਸੰਜੀਦਗੀ ਨਾਲ, ਗੰਭੀਰਤਾ ਨਾਲ ਮੈਂ ਇਸ ਚੀਜ਼ ਨੂੰ ਲਿਆ ਕਿਉਂਕਿ ਮੈਂ ਥੀਏਟਰ ਦੀ ਸਟੂਡੈਂਟ ਹੋਣ ਕਰਕੇ ਉਹਦੇ ਵਿੱਚ ਮੈਂ ਆਪਣੀ ਪੜ੍ਹਾਈ ਦੇ ਵਿੱਚ ਕਾਸਟਿਊਮ ਡਿਜ਼ਾਈਨ ਕਰਨਾ ਵੀ ਸਿੱਖਿਆ ਸੀਗਾ ਔਰ ਕਾਸਟਿਊਮ ਖੁਦ ਬਣਾਉਣਾ ਵੀ ਸਿੱਖਿਆ ਸੀਗਾ ਤਾਂ ਉਹ ਚੀਜ਼ ਮੇਰੇ ਬੜੀ ਕੰਮ ਆਈ। ਉਸ ਤੋਂ ਬਾਅਦ ਤਾਂ ਚਲੋ ਮੇਰਾ ਇੱਕ ਅਭਿਨੇਤਾ ਦੇ ਤੌਰ ਤੇ ਸਫ਼ਰ ਸ਼ੁਰੂ ਹੋ ਗਿਆ ਤਾਂ ਉਸ ਤੋਂ ਬਾਅਦ ਸੂਰਤਗੜ੍ਹ ਮਤਲਬ ਜਿਹੜਾ ਸੀਗਾ ਸੈੱਟ ਲੱਗਾ ਹੋਇਆ ਸੀ, ਸਾਡੀ ਸ਼ੂਟਿੰਗ ਸੀਗੀ ਉੱਥੇ। ਤਾਂ ਮੈਨੂੰ ਜਦੋਂ ਸਕ੍ਰਿਪਟ ਮਿਲੀ ਮੈਨੂੰ ਬੜਾ ਅੱਛਾ ਲੱਗਾ ਕਿ ਜਿਹੜਾ ਪਹਿਲਾ ਸੀਨ ਸੀਗਾ ਵੀ ਉਹ ਸਾਗ ਤੋੜਨ ਜਾਣਾ ਇੱਕ ਪਿੰਡਾਂ ਦਾ ਜਿਹੜਾ ਮਾਹੌਲ ਸੀਗਾ ਉਹ ਇੱਕਦਮ ਸਾਹਮਣੇ ਆ ਗਿਆ ਤਾਂ ਉਹ ਬੜਾ ਉਤਸ਼ਾਹ ਸੀਗਾ। ਮੈਨੂੰ ਪਹਿਲੇ ਦਿਨ ਇਹ ਮਹਿਸੂਸ ਹੋ ਗਿਆ ਸੀਗਾ ਕਿ ਹੁਣ ਮੇਰਾ ਜਿਹੜਾ ਸਫ਼ਰ ਹੈ ਅੱਛੇ ਵਾਲਾ ਜੋ ਮੈਂ ਚਾਹੁੰਦੀ ਸੀਗੀ ਉਹ ਸ਼ੁਰੂ ਹੋ ਗਿਆ, ਇੱਕ ਨਵਾਂ ਮੋੜ ਸ਼ੁਰੂ ਹੋ ਗਿਆ।
ਜਿਨ੍ਹਾਂ ਨੂੰ ਸਿਨੇਮਾ ਦੇ ਨਾਲ ਵਾਕਿਆ ਹੀ ਪਿਆਰ ਹੈ ਨਾ, ਤਾਂ ਉਹ ਫਿਲਮਾਂ ਨੂੰ ਬੜੀ ਸ਼ਿੱਦਤ ਨਾਲ ਦੇਖਦੇ ਆ। ਜੀ। ਅਸੀਂ ਹਮੇਸ਼ਾ ਐਂਟਰਟੇਨਮੈਂਟ ਦੇ ਨਾਲ ਚੀਜ਼ਾਂ ਨੂੰ ਜੋੜ ਦਿੰਦੇ ਆ, ਲੇਕਿਨ ਕੁਝ ਲੋਕਾਂ ਨੂੰ ਸੰਜੀਦਗੀ ਵੀ ਬੜੀ ਪਸੰਦ ਆਉਂਦੀ ਹੈ। ਉਹਨਾਂ ਨੂੰ ਲੱਗਦਾ ਹੈ ਕਿ ਫਿਲਮਾਂ ਦੇ ਥਰੂ ਇਹ ਗੱਲਾਂ ਬਹੁਤ ਬਿਹਤਰ ਤਰੀਕੇ ਨਾਲ ਕੀਤੀਆਂ ਜਾ ਸਕਦੀਆਂ। ਮੌਡ ਫਿਲਮ ਦੇ ਕਾਸਟਿਊਮ ਦੀ ਗੱਲ ਹੋ ਗਈ, ਜਾਂ ਉਹ ਇੱਕ ਆਰਟ ਫਿਲਮ ਸੀ ਜਿਸ ਤੇ ਬੜੀ ਬਾਰੀਕੀ ਨਾਲ ਕੰਮ ਕੀਤਾ ਗਿਆ। ਜਦੋਂ ਤੁਸੀਂ ਇਸ ਫਿਲਮ ਦਾ ਹਿੱਸਾ ਬਣ ਰਹੇ ਸੀ ਤਾਂ ਤੁਸੀਂ ਵੀ ਇਹ ਚੀਜ਼ ਸੋਚੀ ਸੀ? ਕਿਉਂਕਿ ਬਹੁਤ ਸਾਰੀ ਜਗ੍ਹਾ ਤੇ ਨਾ ਅਸੀਂ ਕੰਪਰੋਮਾਈਜ਼ ਕਰਕੇ ਇਹ ਸੋਚ ਲੈਂਦੇ ਆ ਕਿ ਇਹਨੂੰ ਇਦਾਂ ਚਲਾ ਲਾਂਗੇ, ਆਹ ਚੀਜ਼ ਨਾਲ ਕੋਈ ਗੱਲ ਨਹੀਂ, ਇਹਦਾ ਸਬਸਟੀਟਿਊਟ ਮਿਲ ਗਿਆ, ਇਹਨੂੰ ਇਦਾਂ ਕਰ ਲਾਂਗੇ। ਇਸ ਫਿਲਮ ਦੀ ਸਭ ਤੋਂ ਖੂਬਸੂਰਤ ਚੀਜ਼ ਹੀ ਇਹ ਸੀ ਤੁਹਾਡੇ ਅਕੋਰਡਿੰਗਲੀ ਕਿ ਉਹਨਾਂ ਛੋਟੀਆਂ-ਛੋਟੀਆਂ ਚੀਜ਼ਾਂ ਨਾਲ ਵੀ ਕੰਪਰੋਮਾਈਜ਼ ਨਹੀਂ ਹੋਇਆ? ਜੀ, ਮੈਂ ਪਹਿਲਾਂ ਵੀ ਕਈ ਜਿੱਥੇ ਮੇਰੀ ਇੰਟਰਵਿਊ ਹੋਈ ਆ, ਮੈਂ ਇਹ ਚੀਜ਼ ਦੱਸਦੀ ਜਿਹੜੀ ਖਾਸ ਚੀਜ਼ ਮਤਲਬ ਮੈਂ ਬਤੌਰ ਰਿਸਰਚਰ ਜਾਂ ਵੀ ਨਾ ਇੱਦਾਂ ਕਹਿਦਾ ਕਿ ਮੈਂ ਸਿੱਖਣ ਦੇ ਤੌਰ ਤੇ ਜੋ ਮੈਂ ਸਿੱਖੀ ਆ ਉੱਥੋਂ, ਹਨਾ, ਉਹ ਇਹ ਸੀਗੀ ਵੀ ਕਿਸੇ ਵੀ ਚੀਜ਼ ਦਾ ਕੋਈ ਸਮਝੌਤਾ ਨਹੀਂ ਸੀਗਾ। ਮੰਨ ਲਓ ਅਸੀਂ ਕੋਈ ਕੱਪੜਾ ਲੈਂਦੇ ਸੀਗੇ, ਜੇ ਉਹਦੇ ਚ ਧਾਗੇ ਦਾ 1-2 ਨੰਬਰ ਦਾ ਕਲਰ ਦਾ ਫਰਕ ਹੁੰਦਾ ਸੀ ਤਾਂ ਅਸੀਂ ਉਸੇ ਵਕਤ ਵਾਪਸ ਕਰਦੇ ਸੀਗੇ, ਕਿਉਂਕਿ ਆਪਾਂ ਨੂੰ ਉਸ ਟਾਈਮ ਨਹੀਂ ਦਿਖਦਾ ਹੁੰਦਾ। ਜਦੋਂ ਕੈਮਰੇ ਦੇ ਵਿੱਚ ਹੋ ਕੇ ਵੱਡੇ ਸਕਰੀਨ ਤੇ ਆਉਣਾ ਹੁੰਦਾ ਤਾਂ ਉਹਦਾ ਫਰਕ ਲੱਗਦਾ। ਤੁਸੀਂ ਫਿਲਮ 'ਚ ਦੇਖਿਆ ਹੋਊਗਾ ਕਾਸਟਿਊਮ ਸਾਰੇ ਨਾਰਮਲ ਕਲਰ ਹੈਗੇ ਆ, ਫਿੱਕੇ ਜਿੱਦਾਂ ਹਨਾ ਖੱਦਰ ਦੇ ਕਲਰ ਹੁੰਦੇ ਸੀਗੇ, ਤਾਂ ਤੁਸੀਂ ਦੇਖੋ ਥੋੜੇ ਫਰਕ ਨਾਲ ਉਹ ਸਾਰੇ ਸਜੇ ਹੋਏ ਸੀਗੇ ਇੱਕ ਵੱਡੇ ਕੈਨਵਸ ਤੇ, ਇੱਕ ਪੇਂਟਿੰਗ ਦੀ ਤਰ੍ਹਾਂ ਅਸੀਂ ਉਹਨੂੰ ਦੇਖ ਰਹੇ ਸੀਗੇ, ਹਨਾ। ਤਾਂ ਕੱਪੜਾ ਵੀ ਸਾਨੂੰ ਕੁਝ ਵੀ ਅੱਧੇ ਨੰਬਰ ਦਾ ਵੀ ਫਰਕ ਸੀਗਾ, ਚਾਹੇ ਫਿਰ ਸਾਨੂੰ ਮੋਹਾਲੀ ਵਾਲੇ ਦਫ਼ਤਰ ਤੋਂ ਚੰਡੀਗੜ੍ਹ ਵਾਪਸ ਜਾਣਾ ਪੈਂਦਾ ਸੀ, ਤਾਂ ਅਸੀਂ ਇਹ ਦੇਖਦੇ ਸੀ। ਉਹ ਜਿਹੜੀ ਸਮਝ ਲਓ ਵੀ ਇੱਕ ਤਪ ਸੀਗਾ ਸਾਡਾ, ਹਨਾ। ਉਹ ਚੀਜ਼ ਨੇ ਮੈਨੂੰ ਲੱਗਿਆ ਕਿ ਜਿਹੜੀ ਮੇਰੀ ਪੜ੍ਹਾਈ ਕੀਤੀ ਹੋਈ ਆ, ਹਨਾ, 10 ਸਾਲ ਹੀ ਹੋ ਗਏ ਤਕਰੀਬਨ। ਪਹਿਲਾਂ MA ਥੀਏਟਰ ਕੀਤੀ, ਉਸ ਤੋਂ ਬਾਅਦ PhD ਦੇ ਵਿੱਚ ਆ ਗਈ। ਔਰ ਮੈਂ ਇੱਥੇ ਇਹ ਦੱਸਣਾ ਚਾਹੂੰਗੀ ਕਿ ਜਿਹੜਾ ਮੇਰਾ PhD ਦਾ ਵਿਸ਼ਾ ਸੀਗਾ ਖੋਜ ਕਾਰਜ ਦਾ, ਉਹ ਸੀਗਾ ਅਜਮੇਰ ਸਿੰਘ ਔਲਖ ਦਾ ਰੰਗਮੰਚ ਵਿਸ਼ਲੇਸ਼ਣਾਤਮਕ ਅਧਿਐਨ ਪਾਠ ਤੋਂ ਪ੍ਰਦਰਸ਼ਨ ਤੱਕ। ਦੇਖੋ ਰੰਗਮੰਚ ਤੇ TV ਦੇ ਵਿੱਚ, ਹਨਾ, ਸਿਨੇਮਾ ਦੇ ਵਿੱਚ ਫਰਕ ਬਹੁਤ ਹੈ। ਅਸਲ ਕੀ ਹੈ ਕਿ ਮਿਹਨਤ ਇੱਕੋ ਜਿਹੀ ਹੁੰਦੀ ਹੈ, ਡਬਲ ਮਿਹਨਤ ਹੁੰਦੀ ਹੈ, ਹਨਾ। ਜਿਹੜਾ ਥੀਏਟਰ ਦਾ ਕਲਾਕਾਰ ਹੁੰਦਾ ਉਹ ਸਿਨੇਮੇ ਦਾ, ਜੇ ਆਪਾਂ ਕਹਿ ਲਈਏ ਤਾਂ ਕਲਾਕਾਰ ਬਣ ਸਕਦਾ, ਕਿਉਂਕਿ ਉਹਦੇ ਚ ਸਟੈਮਿਨਾ ਜ਼ਿਆਦਾ ਹੁੰਦਾ। ਉਹਨੇ ਰਿਹਰਸਲਾਂ ਕੀਤੀਆਂ ਹੁੰਦੀਆਂ, ਹਨਾ, ਬਹੁਤ ਸਾਰੇ ਹਾਲਾਤਾਂ ਨੂੰ ਇੱਕ ਥੈਰੇਪੀ ਦੇ ਅੰਦਰ ਜਾ ਕੇ ਉਹਨੇ ਸਿੱਖਿਆ ਹੁੰਦਾ, ਹਨਾ। ਤਾਂ ਜਿਵੇਂ ਹੁਣ ਮੇਰਾ ਉਹ ਸੀਗਾ ਕਿ ਪਾਠ ਤੋਂ ਪ੍ਰਦਰਸ਼ਨ ਤੱਕ ਇੱਕ ਜਿਹੜੀ ਲਿਖਤ ਆ ਉਹ ਕਿੱਥੋਂ ਉੱਠਦੀ ਆ, ਲਿਖਤ ਉੱਠਣ ਤੋਂ ਲੈ ਕੇ ਇੱਕ ਰਾਈਟਰ ਉਹਨੂੰ ਲਿਖਦਾ ਹੈ, ਫਿਰ ਕਾਸਟਿੰਗ ਹੁੰਦੀ ਆ, ਫਿਰ ਕਾਸਟਿਊਮ ਬਲਜਾਇਆ ਜਾਂਦਾ, ਕਿੰਨੇ ਸਾਰੇ ਜਿਹੜੇ ਪੜਾਅ ਪਾਰ ਕਰਦੇ ਕਰਦੇ ਅਸੀਂ ਲੋਕਾਂ ਦੇ ਸਾਹਮਣੇ ਆਉਂਦੇ ਹਾਂ, ਹਨਾ। ਤਾਂ ਉਹ ਜਿਹੜਾ ਮੇਰਾ ਥੀਏਟਰ ਦੇ ਵਿੱਚ ਜਿਹੜਾ ਮੇਰਾ ਇਹ ਸੀਗਾ, ਹਨਾ, ਸਫ਼ਰ, ਉਹ ਜੇ ਮੈਂ ਥੀਏਟਰ 'ਚ ਵੀ ਕੰਮ ਕਰ ਰਹੀ ਸੀ ਤਾਂ ਉਸ ਟਾਈਮ ਮੈਂ ਫਿਲਮਾਂ 'ਚ ਵੀ ਕੰਮ ਕਰ ਰਹੀ ਸੀ, ਤਾਂ ਮੈਂ ਫਿਲਮ ਲਾਈਨ ਨੂੰ ਵੀ ਬਰਾਬਰ ਰੱਖ ਕੇ ਵੇਖਦੀ ਸੀ ਵੀ ਜੇ ਥੀਏਟਰ ਦੇ ਵਿੱਚ ਇਹ ਚੀਜ਼ਾਂ ਇਦਾਂ ਅਰੇਂਜ ਕਰਦੇ ਆ ਤਾਂ ਫਿਲਮ 'ਚ ਕਿੱਦਾਂ ਹੋਣਗੀਆਂ, ਕਿਉਂਕਿ ਫਿਲਮ ਵੱਡੇ ਲੈਵਲ ਦੀ ਹੈ। ਫਿਲਮ ਨੂੰ ਤਾਂ ਕਿਤੇ ਵੀ ਬੈਠ ਕੇ ਦੇਖ ਸਕਦੇ ਆ, ਹਨਾ। ਥੀਏਟਰ ਉਸ ਲੈਵਲ ਨਾਲ ਘਰ ਨਹੀਂ ਪਹੁੰਚ ਸਕਦਾ। ਹਾਂਜੀ, ਤਾਂ ਉਹ ਫਿਰ ਮੈਨੂੰ ਉਹ ਚੀਜ਼ ਮੇਰੀ ਸਾਰਥਕ ਹੋਈ, ਸਿੱਧ ਹੋਈ। ਮੈਨੂੰ ਲੱਗਿਆ ਕਿ ਜਿਹੜੀ ਮੇਰਾ ਉਹ ਖੋਜ ਕਾਰਜ ਹੈ ਉਹ ਸਫਲ ਹੋ ਗਿਆ। ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਜਤਿੰਦਰ ਮੋਹਰ ਹੋਰਾਂ ਨੇ। ਇਸ ਤੇ ਰਿਸਰਚ ਵੀ ਉਹਨਾਂ ਨੇ ਕੀਤੀ। ਬਹੁਤ ਟਾਈਮ ਪਹਿਲੇ ਉਹਨਾਂ ਨੇ ਸਿਨੇਮਾ ਦੇ ਉੱਪਰ ਗੱਲਬਾਤ ਕੀਤੀ। ਉੱਥੇ ਉਹ ਕਹਿੰਦੇ ਆ ਕਿ ਸਾਡੇ ਪੰਜਾਬੀ ਸਿਨੇਮਾ ਦੇ ਵਿੱਚ ਨਾ ਕ੍ਰਿਟਿਕਸ ਮਤਲਬ ਆਲੋਚਕ ਚੰਗੇ ਨਹੀਂ ਹੈਗੇ। ਜਿੰਨੀ ਕਹਿੰਦੇ ਆ ਕਿ ਆਲੋਚਨਾ ਵੀ ਹੁੰਦੀ ਆ ਨਾ, ਅਗਰ ਤੁਸੀਂ ਉਹਨੂੰ ਪੋਜ਼ਿਟਿਵ ਲੈ ਕੇ ਚੱਲਦੇ ਹੋ ਤਾਂ ਤੁਸੀਂ ਗਰੋ ਕਰਦੇ ਹੋ। ਮੌਡ ਫਿਲਮ ਜਦੋਂ ਬਣਾਈ ਸੀ ਤਾਂ ਜਿਹੜੇ ਵੀ ਇਸ ਫਿਲਮ ਦੇ ਨਾਲ ਜੁੜੇ ਸੀ ਉਹਨਾਂ ਸਾਰਿਆਂ ਨੂੰ ਇਹ ਵੀ ਪਤਾ ਹੋਏਗਾ ਕਿ ਇਸ ਫਿਲਮ ਦੇ ਰਿਲੇਟਡ ਇਹ ਚੀਜ਼ਾਂ ਹੋ ਸਕਦੀਆਂ, ਇੱਥੇ ਪ੍ਰੇਜ਼ ਵੀ ਹੋ ਸਕਦੀਆਂ, ਇਹਨਾਂ ਚੀਜ਼ਾਂ ਨੂੰ ਲੈ ਕੇ ਗੱਲਬਾਤ ਵੀ ਹੋ ਸਕਦੀ ਹੈ। ਫਿਲਮ ਰਿਲੀਜ਼ ਹੋ ਗਈ, ਫਿਲਮ ਦੇ ਹਰ ਤਰ੍ਹਾਂ ਦੇ ਰਿਵਿਊਜ਼ ਸਾਡੇ ਸਾਹਮਣੇ ਆਏ। ਕੀ ਤੁਸੀਂ ਬਤੌਰ ਉਸ ਟੀਮ ਦਾ ਹਿੱਸਾ ਹੋਣ ਦੇ ਨਾਤੇ ਹਰ ਇੱਕ ਚੀਜ਼ ਤੋਂ ਜਾਣੂ ਸੀ, ਔਰ ਫਿਲਮ ਰਿਲੀਜ਼ ਹੋਣ ਤੋਂ ਬਾਅਦ ਤੁਸੀਂ ਉਹਨਾਂ ਚੀਜ਼ਾਂ ਨੂੰ ਕਿਵੇਂ ਲਿਆ? ਮੈਨੂੰ ਲੱਗਦਾ ਕਿ ਤੁਹਾਡੇ ਕੋਲ ਬਿਹਤਰ ਜਵਾਬ ਹੋ ਸਕਦੇ ਆ। ਦੇਖੋ ਜੀ, ਹੈ ਨਾ, ਜਦੋਂ ਅਸੀਂ ਸਾਹਿਤ ਨਾਲ ਜਾਂ ਕਲਾ ਨਾਲ ਜੁੜਦੇ ਹਾਂ ਤਾਂ ਦੋਵੇਂ ਪੱਖ ਹੁੰਦੇ ਆ, ਚੰਗਾ ਪੱਖ ਵੀ ਹੁੰਦਾ, ਬੁਰਾ ਵੀ ਹੁੰਦਾ, ਹੈ ਨਾ। ਜੇ ਅਸੀਂ ਕਹਿੰਦੇ ਹਾਂ ਕਿ ਸਾਹਿਤ ਸਮਾਜ ਦਾ ਸ਼ੀਸ਼ਾ, ਤਾਂ ਸਾਨੂੰ ਉਹਨੇ ਹੂਬਹੂ ਦਿਖਾਉਣਾ ਹੁੰਦਾ, ਹੈ ਨਾ। ਸਾਡੀ ਇੱਕ ਸਮੱਸਿਆ ਹੈਗੀ ਆ ਜਿਹੜੀ ਮੇਨ ਆ, ਜਿੱਥੋਂ ਉਲਝਣਾ ਪੈਂਦੀ ਹੈ ਨਾ, ਉਹ ਹੈਗੀ ਆ ਕਿ ਅਸੀਂ ਇਨਕਾਰੀ ਹੋ ਜਾਂਦੇ ਹਾਂ, ਅਸੀਂ ਮੁਨਕਰ ਹੋ ਜਾਂਦੇ ਹਾਂ ਮੰਨਣ ਤੋਂ। ਸਾਨੂੰ ਹਰ ਚੰਗਾ ਪੱਖ ਚਾਹੀਦਾ, ਮਾੜਾ ਪੱਖ ਨਹੀਂ ਚਾਹੀਦਾ, ਹੈ ਨਾ। ਤਾਂ ਮੈਂ ਹਮੇਸ਼ਾ ਤੋਂ, ਜਦੋਂ ਤੋਂ ਮੈਂ ਸੁਰਤ ਸੰਭਲੀ ਆ, ਤਾਂ ਮੈਨੂੰ ਮੇਰੇ ਘਰ ਦੇ, ਮੇਰੀ ਪਰਵਰਿਸ਼ ਦੇ ਵਿੱਚ ਇੱਕੋ ਚੀਜ਼ ਸਿਖਾਈ ਗਈ ਹੈ ਕਿ ਜਿੱਥੇ ਅੱਛਾਈ ਉੱਥੇ ਬੁਰਾਈ ਵੀ ਹੋਊਗੀ। ਜੇ ਬੁਰੀ ਚੀਜ਼ ਵੇਖ ਰਹੇ ਹੋ ਤਾਂ ਉਹਦਾ ਪੱਖ ਚੰਗਾ ਵੀ ਹੋਊਗਾ। ਅਸੀਂ ਪਹਿਲਾਂ ਤੋਂ ਇਸ ਚੀਜ਼ ਨਾਲ ਸਹਿਮਤੀ ਪ੍ਰਗਟਾਉਂਦੇ ਹਨਾ ਹੋਏ, ਅਸੀਂ ਅੱਗੇ ਪੜ੍ਹਦੇ ਆਏ। ਤਾਂ ਮੈਂ ਦੇਖਿਆ, ਹੈ ਨਾ, ਜਿਵੇਂ ਹੁਣ ਰੱਜ ਕੇ ਲੋਕਾਂ ਨੇ ਮੌੜ ਦੀ ਆਲੋਚਨਾ ਵੀ ਕੀਤੀ, ਪਰ ਮੈਂ ਬਿਲਕੁਲ ਸਟੇਬਲ ਸੀਗੀ, ਮੈਨੂੰ ਕਦੀ ਗੁੱਸਾ ਨਹੀਂ ਸੀ ਆਉਂਦਾ, ਕਿਉਂਕਿ ਹਰ ਬੰਦੇ ਦੇ ਤੁਸੀਂ ਲੈਵਲ ਤੇ ਜਾ ਕੇ, ਉਹਦੇ ਪੱਧਰ ਤੇ ਜਾ ਕੇ ਤੁਸੀਂ ਗੱਲ ਨਹੀਂ ਕਰ ਸਕਦੇ। ਵਿਵਾਦ ਇਹ ਹੁੰਦਾ, ਜਿਹੜਾ ਇੱਕ ਪੜ੍ਹਿਆ ਗੁਣਿਆ ਬੰਦਾ ਹੁੰਦਾ ਉਹਨੂੰ ਆਪਣੇ ਮਨ ਦੀ ਸ਼ਾਂਤੀ ਬਹੁਤ ਜ਼ਰੂਰੀ ਚਾਹੀਦੀ ਹੁੰਦੀ ਹੈ, ਕਿਉਂਕਿ ਜੇ ਉਹ ਮਨ ਦੀ ਸ਼ਾਂਤੀ ਨਾ ਰੱਖੇ, ਉਹਦਾ ਜਿਹੜਾ ਸਿਰਜਣਾਤਮਕ ਪੱਖ ਆ ਉਹ ਖਤਮ ਹੋਣਾ ਸ਼ੁਰੂ ਹੋ ਜਾਂਦਾ, ਉਹ ਡਿਸਟਰਬ ਹੋ ਜਾਂਦਾ, ਹੈ ਨਾ। ਤਾਂ ਸਾਨੂੰ ਪਤਾ ਸੀਗਾ ਕਿ ਜਿਉਣਾ ਮੋੜ ਦੀ ਜਿਹੜੀ ਇਹ ਫਿਲਮ ਆ, ਇਹ ਪਹਿਲਾਂ ਬਣ ਚੁੱਕੀ ਆ ਜੀ।
35 ਤੋਂ ਉੱਪਰ ਕਿੱਸੇ ਲਿਖੇ ਜਾ ਚੁੱਕੇ ਆ ਜੀ। ਇਹ ਵੀ ਰਿਸਰਚ ਦੌਰਾਨ ਪਤਾ ਲੱਗਿਆ, ਜਿੰਨਾ ਮਤਲਬ ਮੈਂ ਜਾਣਿਆ, ਕਿਉਂਕਿ ਜਦੋਂ ਮੈਨੂੰ ਫਿਲਮ 'ਚ ਰੋਲ ਦਾ ਕੰਮ ਮਿਲਿਆ ਸੀਗਾ ਕਿ ਮੈਂ ਰੋਲ ਵੀ ਕਰਨਾ, ਤਾਂ ਮੈਂ ਕਿੱਸਿਆਂ ਨੂੰ ਪੜ੍ਹਨਾ ਸ਼ੁਰੂ ਕਰਤਾ ਸੀ, ਕਿਉਂਕਿ ਮੈਂ ਪਹਿਲਾਂ ਬਜ਼ੁਰਗਾਂ ਤੋਂ ਸੁਣਿਆ ਹੋਇਆ ਸੀਗਾ, ਹਨਾ। ਮੈਂ ਜਿੰਨਾ ਮੇਰੇ ਤੋਂ ਹੋ ਸਕਿਆ, ਜਦੋਂ ਅਸੀਂ ਕਾਸਟਿਊਮ ਦੇ ਰਿਸਰਚ ਲਈ ਲਾਇਬ੍ਰੇਰੀਜ਼ ਦੇ ਵਿੱਚ ਜਾ ਕੇ ਘੁੰਮੇ, ਅਸੀਂ ਉੱਥੇ ਦੇਖਿਆ ਵੀ ਉਸ ਸਮੇਂ ਦੇ ਵਿੱਚ ਜਿਹੜੀਆਂ ਕਾਸਟਿਊਮ ਅੰਗਰੇਜ਼ਾਂ ਦੇ ਕਿੱਦਾਂ ਦੇ ਹੁੰਦੇ ਹੋਣਗੇ, ਹਨਾ। ਤਾਂ ਉਹ ਚੀਜ਼ਾਂ ਨੂੰ ਅਸੀਂ ਦੇਖਦੇ ਦੇਖਦੇ ਮੇਰਾ ਜਿਹੜਾ ਰੁਝਾਨ ਸੀ ਉਹ ਕਿੱਸੇ ਵੱਲ ਵੀ ਹੋ ਗਿਆ ਕਿ ਮੈਂ ਦੇਖਾਂ, ਹਨਾ। ਉਹ ਅਸਲ ਦੇ ਵਿੱਚ ਜਿਹੜਾ ਉਹ ਕਿੱਸਾ ਸੀਗਾ ਉਹ ਕਿਸ਼ਨੇ ਮੋੜ ਦਾ, ਹਨਾ, ਕਿੱਸਾ ਸੀਗਾ ਕਿ ਜੇ ਉਹ ਸੀਗਾ ਤਾਂ ਫਿਰ ਜਿਉਣਾ ਮੋੜ ਆਇਆ, ਹਨਾ। ਤਾਂ ਜਿਉਣਾ ਮੋੜ ਹਾਈਲਾਈਟ ਹੋਇਆ। ਇਹ ਕਿੱਸਿਆਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ, ਹਨਾ। ਮੋੜ ਪਿੰਡ ਦੇ ਬਹੁਤ ਸਾਰੇ ਬਜ਼ੁਰਗ ਨੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਚਤਰੇ ਬਾਬੇ ਨਾਲ ਗੱਲਬਾਤ ਕੀਤੀ ਹੋਈ ਆ, ਬਜ਼ੁਰਗ ਨੇ, ਉਹਨਾਂ ਦੇ ਵੱਡੇ ਨੇ, ਹਨਾ। ਤਾਂ ਉਹਨਾਂ ਨੇ ਇੱਕ ਗੱਲ ਇਹ ਵੀ ਦੱਸੀ, ਕਹਿੰਦੇ ਕਿ ਉਹ ਇਦਾਂ ਦੇ ਬੰਦੇ ਸੀਗੇ। ਹੁਣ ਇੱਕ ਜਿਹੜੀ ਰਿਐਲਿਟੀ ਆ, ਯਥਾਰਥ ਆ, ਉਹਦੇ ਤੋਂ ਤੁਸੀਂ ਅੱਗੇ ਇੱਕ ਸਿਨੇਮੇ ਦੇ ਜਾਂ ਕੈਨਵਸ ਤੇ ਲੈ ਕੇ ਆਉਣਾ, ਬਹੁਤ ਚੀਜ਼ਾਂ ਚੇਂਜ ਹੁੰਦੀਆਂ। ਤੁਸੀਂ ਹਰ ਚੀਜ਼ ਨੂੰ ਹੂ ਬਹੂ ਰੱਖੋਗੇ, ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਲੋਕਾਂ ਦੇ ਸਵਾਦ ਅਨੁਸਾਰ ਬਦਲਣੀਆਂ ਪੈਣਗੀਆਂ। ਹੁਣ ਜਿਵੇਂ ਅਸੀਂ ਫਿਲਮ ਦੌਰਾਨ ਦੇਖਿਆ, ਫਿਲਮ ਦਾ ਸੰਘਰਸ਼ ਬਹੁਤ ਲੰਬਾ ਸਮਾਂ ਚੱਲਿਆ, ਹਨਾ। ਸਾਡੇ ਲਈ ਇੱਕ ਅੰਦੋਲਨ ਸੀਗਾ ਫਿਲਮ, ਹਨਾ। ਤਾਂ ਤੁਸੀਂ ਦੇਖੋ ਕਿ 125 ਦਿਨ ਦੇ ਕਰੀਬ ਸ਼ੂਟ ਹੋਈ ਆ ਫਿਲਮ, ਹਨਾ। ਔਰ ਟਿੱਬਿਆਂ ਦੇ ਵਿੱਚ, ਰੋਈਆਂ ਦੇ ਵਿੱਚ। ਸਭ ਤੋਂ ਜਿਹੜੀ ਵੱਡੀ ਗੱਲ ਅਸੀਂ ਦੇਖੀ ਆ, ਲੋਕਾਂ ਨੇ ਇਸ ਫਿਲਮ ਤੋਂ ਬਾਅਦ ਕਿੱਸਿਆਂ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ, ਹਨਾ। ਇਹ ਮੈਨੂੰ ਚੰਗਾ ਲੱਗਿਆ ਕਿ ਇਸ ਫਿਲਮ ਨਾਲ, ਮੈਂ ਇਸ ਕਰਕੇ ਨਹੀਂ ਕਹਿ ਰਹੀ ਕਿ ਮੈਂ ਫਿਲਮ ਦਾ ਹਿੱਸਾ, ਹਨਾ, ਤਾਂ ਲੋਕਾਂ ਨੇ ਪੜ੍ਹਨਾ ਸ਼ੁਰੂ ਕਰ ਦਿੱਤਾ। ਤੇ ਫਿਰ ਜਿਉਣਾ ਮੋੜ ਦਾ ਜਿੰਨਾ ਮੇਰਾ ਉਹਨਾਂ ਲੋਕਾਂ ਨਾਲ ਰਾਬਤਾ ਰਿਹਾ ਉਸ ਪਿੰਡ ਨਾਲ, ਉਹ ਦੱਸਦੇ ਸੀ ਵੀ ਇਦਾਂ ਇਦਾਂ। ਪਰ ਜਿਹੜਾ ਫਿਲਮ ਮੇਕਰ ਹੁੰਦਾ ਹੈ, ਉਹਨੇ ਆਪਣੀ ਜਿਹੜੀ ਬੈਕਗਰਾਉਂਡ ਹੁੰਦੀ ਆ ਉਹਨੂੰ ਵੀ ਨਾਲ ਲੈ ਕੇ ਚੱਲਣਾ ਹੁੰਦਾ। ਉਹਨੂੰ ਪਤਾ ਹੁੰਦਾ ਵੀ ਜੇ ਮੈਂ ਪਿੱਛੇ ਇਤਿਹਾਸ ਦਾ ਕੋਈ ਐਸਾ ਕੰਮ ਕੀਤਾ ਤਾਂ ਅੱਗੇ ਮੈਂ ਇਦਾਂ ਦਾ ਕੰਮ ਵੀ ਕਰਨਾ ਹੋਊਗਾ, ਹਨਾ। ਤਾਂ ਉਸ ਤੋਂ ਬਾਅਦ ਕੀ ਹੁੰਦਾ ਕਿ ਉਹਦੀ ਜਿਹੜੀ ਜ਼ਿੰਮੇਵਾਰੀ ਆ ਉਹ ਡਬਲ ਹੋ ਜਾਂਦੀ ਆ, ਕਿਉਂਕਿ ਪ੍ਰੋਡਿਊਸਰ ਦਾ ਵੀ ਸਿਰ ਤੇ ਇੱਕ ਜ਼ਿੰਮੇਵਾਰੀ ਹੁੰਦੀ ਆ, ਪੂਰੀ ਟੀਮ ਨੂੰ ਲੈ ਕੇ ਚੱਲਣਾ, ਉਹਦੀ ਬਹੁਤ ਮਿਹਨਤ ਹੁੰਦੀ ਆ। ਹੁਣ ਜਿਵੇਂ ਜਿਹੜੀ ਜਿਉਣਾ ਮੋੜ ਫਿਲਮ ਹੈ, ਇਹ 2017 ਤੋਂ ਕਿੱਸਾ ਇਹ ਚੱਲ ਰਿਹਾ, ਘੁੰਮਦਾ ਘੁੰਮਦਾ ਹੌਲੀ ਹੌਲੀ, ਹਨਾ। ਇਹ 2022 ਦੇ ਵਿੱਚ ਆ ਕੇ ਸ਼ੁਰੂ ਹੋਈ ਫਿਲਮ। ਤੁਸੀਂ ਦੇਖੋ ਕਿੰਨੀ ਰਿਸਰਚ ਹੋਈ ਹੋਊਗੀ, ਬਹੁਤ ਸਾਰੀਆਂ ਗੱਲਾਂ ਹੈਗੀਆਂ। ਹਾਲਾਂਕਿ ਇਸ ਕਿੱਸੇ ਨੂੰ ਇਸ ਹਿਸਾਬ ਨਾਲ ਦਿਖਾਇਆ ਗਿਆ ਕਿ ਜਿਵੇਂ ਰਵਾਇਤ ਦੇ ਵਿੱਚ ਕਿੱਸੇ ਤੁਰੇ ਆ ਰਹੇ ਸੀਗੇ, ਹਨਾ। ਉਹਦੇ ਚੋਂ ਕਿਸੇ ਨੂੰ ਕੁਝ ਵੱਖ ਨਹੀਂ ਕੀਤਾ ਜਾ ਸਕਦਾ। ਕਈ ਲੋਕਾਂ ਨੇ ਕਿਹਾ ਕਿ ਲੌਂਗੋਵਾਲ ਦੀਆਂ ਜਿਹੜੀਆਂ ਤੀਆਂ ਸੀਗੀਆਂ ਉਹਨਾਂ ਦਾ ਜ਼ਿਕਰ ਨਹੀਂ ਕੀਤਾ ਗਿਆ, ਇਹ ਖਾਸ ਗੱਲ ਸੀਗੀ ਕਿ ਉਹਦੇ ਲਾਈਫ ਦੀ ਖਾਸ ਘਟਨਾ ਸੀਗੀ। ਇਹ ਬਜ਼ੁਰਗ ਵੀ ਉਹਨਾਂ ਦਾ ਸ਼ਾਇਦ ਗਿਲਾ ਵੀ ਰਿਹਾ ਇਸ ਚੀਜ਼ ਨਾਲ ਕਿ ਇਹ ਨਹੀਂ ਦਿਖਾਇਆ ਗਿਆ। ਇਹ ਦੇਖੋ, ਨਿਰਮਾਤਾ ਤੋਂ ਪਹਿਲਾਂ, ਹਨਾ, ਨਿਰਦੇਸ਼ਕ ਦੀ ਇੱਕ ਮਰਜ਼ੀ ਹੁੰਦੀ ਆ, ਉਹਨੇ ਵੇਖਣਾ ਹੁੰਦਾ ਕਿ ਉਹਨਾਂ ਨੇ ਲੋਕਾਂ ਨੂੰ ਕੀ ਦੇਣਾ, ਹਨਾ। ਤਾਂ ਉਹ ਦੇਖਦੇ ਆ ਕਿ ਅਸੀਂ ਇੱਕ ਵੱਖਰਾ ਮਾਹੌਲ ਸਿਰਜਾਂਗੇ। ਜਿਹੜੀ ਇਹ ਫਿਲਮ ਆ, ਫਿਲਮ ਨੂੰ ਵਿਸ਼ੇ ਪੱਖ ਤੋਂ ਲੈ ਲਈਏ, ਲੋਕਾਂ ਨੂੰ ਅੰਤਾਂ ਦੀਆਂ ਕਹਾਣੀਆਂ ਪਤਾ, ਤੁਸੀਂ ਕਿਸੇ ਵੀ ਬੰਦੇ ਨੂੰ ਸੈਟੀਸਫਾਈਡ ਨਹੀਂ ਕਰ ਸਕਦੇ। ਬਿਲਕੁਲ। ਬਜ਼ੁਰਗਾਂ ਦੇ ਕਹਾਵਤ ਦੇ ਅਨੁਸਾਰ ਕਿ ਮਾਂ ਵੀ ਬੱਚੇ ਨੂੰ ਦੁੱਧ ਪਿਆਉਣ ਤੋਂ ਬਾਅਦ ਉਹਨੂੰ ਪਲੋਸਣਾ ਹੀ ਪੈਂਦਾ ਹੈ, ਕਿਉਂਕਿ ਬੱਚਾ ਵੀ ਸੰਤੁਸ਼ਟ ਨਹੀਂ ਹੁੰਦਾ, ਹਨਾ। ਜਿਵੇਂ ਹੁਣ ਦੋਨੋਂ ਪੱਖਾਂ ਦੀ ਗੱਲ ਕਰੀਏ, ਲੋਕਾਂ ਨੇ ਬਹੁਤ ਸਾਰੇ ਸਵਾਲ ਉਠਾਏ ਕਿ ਫਲਾਨਾ ਕਰੈਕਟਰ ਉਹਦੇ 'ਚ ਨਹੀਂ ਜੱਚ ਰਿਹਾ, ਐਕਟਰ ਉਹ ਨਹੀਂ ਜੱਚ ਰਿਹਾ, ਹਨਾ। ਤਾਂ ਮੈਨੂੰ ਲੱਗਦਾ ਕਿ ਜਿਹੜੀ ਲੋਕਾਂ ਦੀ ਸਮਝ ਆ, ਜਾਂ ਹੋ ਸਕਦਾ ਮੇਰੀ ਗੱਲ ਤੋਂ ਬਾਅਦ ਕਈ ਲੋਕਾਂ ਨੂੰ ਇਸ ਗੱਲ ਦਾ ਬੁਰਾ ਵੀ ਲੱਗ ਜੇ, ਹਨਾ। ਤਾਂ ਮੈਨੂੰ ਕੋਈ ਡਰ ਨਹੀਂ ਹੈ ਇਸ ਗੱਲ ਕਹਿਣ 'ਚ ਕਿ ਲੋਕ ਬਾਹਰੀ ਦਿੱਖ ਤੇ ਜਾਂਦੇ ਆ ਜੀ। ਹੁਣ ਜੇ ਦੇਖਿਆ ਜਾਵੇ, ਇੱਕ ਜਿਹੜੇ ਜਗੀਰਦਾਰ ਲੋਕ ਨੇ ਜਿਨ੍ਹਾਂ ਨੂੰ ਫਿਕਰ ਨਹੀਂ, ਘਰੇ ਬੈਠਿਆਂ ਨੂੰ ਪੈਸਾ ਮਿਲ ਰਿਹਾ, ਜੱਦੀ ਪੁਸ਼ਤੀ ਉਹਨਾਂ ਦੀ ਜਾਇਦਾਦ ਚੱਲ ਰਹੀ ਹੈ, ਕਾਮਨ ਜੀ ਗੱਲ ਆ, ਜਰਬਾਣੇ ਹੋਣਗੇ ਤੇ ਡਾਢੇ ਹੋਣਗੇ, ਹਨਾ, ਵੱਡੇ ਦੇਹਾਂ ਦੇ ਮਾਲਕ ਹੋਣਗੇ। ਇੱਕ ਜਿਹੜੇ ਜਗੀਰਦਾਰਾਂ ਦੇ ਮੁਜ਼ਾਰਾ ਲੋਕ ਨੇ, ਅੱਗੇ ਕੰਮ ਕਰਦੇ ਨੇ, ਜਿਨ੍ਹਾਂ ਦੇ ਮਾਲਕੀ ਹੱਕ ਖੋਏ ਗਏ ਨੇ, ਜਿਨ੍ਹਾਂ ਨੂੰ ਭੈਣਾਂ ਦੇ ਵਿਆਹ ਦਾ ਫਿਕਰ ਹੈ, ਹਨਾ, ਕਿੰਨਾ ਕੁਛ ਹੈ। ਜਿਹੜੇ ਲੋਕਾਂ ਦੇ ਅੱਖਾਂ ਦੇ ਵਿੱਚ ਫਿਕਰ ਨੇ, ਜਿਉਣ ਲਈ ਅਣਖ ਵੀ ਹੈ, ਹਨਾ, ਧੀਆਂ ਭੈਣਾਂ ਦੀਆਂ ਇੱਜ਼ਤਾਂ ਦਾ ਵੀ ਖਿਆਲ ਹੈ, ਉਹਨਾਂ ਨੇ ਜ਼ਿੰਦਗੀ ਨੂੰ ਬਿਹਤਰੀ ਨਾਲ ਜਿਉਣਾ, ਗੁਲਾਮੀ ਨਹੀਂ ਕਰਨੀ। ਹੋ ਸਕਦਾ ਉਹ ਫਿਕਰਾਂ ਦੇ ਵਿੱਚ ਉਦਾਂ ਦੇ ਹੋਣ। ਜਿਵੇਂ, ਹਨਾ, ਸਾਡੇ ਹੈਗਾ ਕਿ ਜਿਵੇਂ ਐਮੀ ਵਿਰਕ ਬਾਰੇ ਕਾਫੀ ਚਰਚਾ ਹੋਈ ਕਿ ਉਹ ਇਦਾਂ ਨਹੀਂ ਸੀ ਜੱਜਦੀ। ਮੈਨੂੰ ਇਹ ਲੱਗਦਾ ਹੁੰਦਾ, ਜਿਹੜਾ ਐਕਟਰ ਹੁੰਦਾ ਅਸਲ 'ਚ, ਜਿੰਨਾ ਮੈਂ ਪੜ੍ਹਿਆ, ਹਨਾ, ਜਾਂ ਮੈਂ ਜਾਣਿਆ, ਤਾਂ ਜਿਹੜਾ ਐਕਟਰ ਹੁੰਦਾ ਉਹ ਹੁੰਦਾ ਐਕਟਿਵ ਪਰਸਨ। ਉਹ ਸਵਿਚ ਔਨ ਸਵਿਚ ਆਫ ਹੁੰਦਾ। ਉਹਨੂੰ ਜੇ ਲੋਕ ਉਹਨੂੰ ਸਹੀ ਮਾਇਨੇ 'ਚ ਐਕਟਰ ਮੰਨਦੇ ਆ ਤਾਂ ਉਹਨੂੰ ਹਰ ਰੋਲ ਦੇ ਵਿੱਚ ਐਕਸੈਪਟ ਕਰਨਗੇ। ਜੀ ਜੀ ਜੀ, ਹੈਨਾ। ਜੇ ਲੋਕ ਉਹਨੂੰ ਕਹਿੰਦੇ ਆ ਵੀ ਹਾਂ ਯਾਰ ਇਹ ਸਟਾਰ ਬੰਦਾ ਤੇ ਇਹ ਆਏ ਨਹੀਂ, ਆਏ ਹੀ ਹੋਣਾ ਚਾਹੀਦਾ, ਹਰ ਚੀਜ਼ ਤੁਸੀਂ ਲੋਕਾਂ ਦੀ ਮਰਜ਼ੀ ਨਾਲ ਨਹੀਂ ਚੱਲ ਸਕਦੇ। ਇਸ ਚੀਜ਼ ਦਾ ਸਭ ਤੋਂ, ਹਾਂ, ਸਾਨੂੰ ਕੋਈ ਬੰਦਾ ਐਸਾ ਨਹੀਂ ਹੋਊਗਾ ਜਿਨ੍ਹਾਂ ਨੇ ਐਮੀ ਵਿਰਕ ਭਾਜੀ ਬਾਰੇ ਇਹ ਗੱਲ ਕਹੀ ਆ ਕਿ ਉਹ ਨਹੀਂ ਜੱਜ ਨਹੀਂ ਰਹੇ ਹੈਗੇ, ਹਨਾ। ਦੇਖੋ, ਇੱਕ ਕਲਾਕਾਰ ਦਾ ਸੰਘਰਸ਼ ਕਿੰਨਾ ਹੁੰਦਾ ਕਿਸੇ ਨੂੰ ਪਤਾ, ਕਿ ਉਸ ਸੈੱਟ ਤੇ ਰਹਿੰਦਿਆਂ ਹੋਇਆਂ
ਕਿੰਨੀ ਟ੍ਰੇਨਿੰਗ ਹੋਈ ਘੋੜਸਵਾਰੀ ਦੀ, ਮਤਲਬ ਬੰਦਾ ਜੋ ਬਾਹਰ ਚੱਲਦਾ ਉਹਦੇ ਅੰਦਰ ਵੀ ਹੁੰਦਾ, ਉਹਦੇ ਘਰ ਦੇ ਹਾਲਾਤ ਹੁੰਦੇ ਆ, ਉਹਦੇ ਹੋਰ ਨਿੱਜੀ ਮਤਲਬ ਮਸਲੇ ਹੁੰਦੇ ਆ ਜਿਨ੍ਹਾਂ ਨੂੰ ਲੈ ਕੇ ਬੰਦਾ ਕੰਮ ਕਰਦਾ। ਐਕਟਰ ਲਈ ਬਹੁਤ ਚੈਲੰਜ ਹੁੰਦੇ ਨੇ ਹਨਾ, ਬਹੁਤ ਚੁਣੌਤੀਆਂ ਹੁੰਦੀਆਂ ਉਹਦੇ ਸਾਹਮਣੇ। ਉਹਨੂੰ ਇਹ ਡਰ ਵੀ ਹੁੰਦਾ ਵੀ ਜੇ ਲੋਕ ਮੈਨੂੰ ਇਦਾਂ ਕਰ ਰਿਹਾ, ਅਸਲ 'ਚ ਜਿਹੜਾ ਤੁਹਾਡੀ ਆਲੋਚਨਾ ਹੋ ਰਹੀ ਹੈ ਨਾ, ਮੈਨੂੰ ਲੱਗਦਾ ਹੁੰਦਾ ਕਿ ਇਹ ਤੁਹਾਨੂੰ ਤੁਸੀਂ ਇਹ 'ਚ ਗਰੋ ਕਰ ਰਹੇ ਹੋ, ਜੀ ਜੀ ਜੀ, ਤੁਹਾਡੇ 'ਚ ਉਭਾਰ ਆ ਰਿਹਾ ਹਨਾ। ਤਾਂ ਮੈਨੂੰ ਲੱਗਦਾ ਹੁੰਦਾ ਆਲੋਚਨਾ ਹੋਣੀ ਬਣਦੀ ਆ, ਪਰ ਜਾਇਜ਼ ਹੋਣੀ ਬਣਦੀ ਆ ਹੈਨਾ। ਇੱਕ ਹੁੰਦਾ ਕਿ ਖੁੰਦਕ ਟਾਈਪ ਨੂੰ ਮੈਂ ਆਲੋਚਨਾ ਨਹੀਂ ਕਹਿ ਸਕਦੀ, ਉਹ ਖੁੰਦਕ ਹੀ ਹੋਊਗੀ ਹੈਨਾ। ਦੇਖੋ ਚੰਗਾ ਮਾੜਾ ਪੱਖ ਹਰ ਬੰਦੇ ਦਾ ਹੁੰਦਾ। ਹੁਣ ਜਿਵੇਂ ਮੈਂ ਇੱਥੇ ਗੱਲ ਕਰਨਾ ਚਾਹੂੰਗੀ, ਬਾਲੀਵੁੱਡ ਦੇ ਬਹੁਤ ਸਾਰੇ ਜਿਹੜੇ ਕਲਾਕਾਰ ਨੇ, ਜਿਵੇਂ ਨਵਾਜ਼ੁਦੀਨ ਸਦੀਕੀ ਨੇ ਹਨਾ, ਬਹੁਤ ਸਾਰੇ ਜਿਹੜੇ ਕਲਾਕਾਰ ਨੇ, ਅਕਸ਼ੇ ਕੁਮਾਰ ਨੇ, ਗੋਵਿੰਦਾ ਨੇ, ਉਹਨਾਂ ਨੇ ਲੇਡੀਜ਼ ਦੀ ਭੂਮਿਕਾ ਵੀ ਕੀਤੀ ਹੈ। ਦੇਖੋ ਹਨਾ, ਲੋਕਾਂ ਨੇ ਉਹਨਾਂ ਨੂੰ, ਕਿਉਂਕਿ ਉਹ ਸਟਾਰ ਨੇ ਉਹਨਾਂ ਦੀਆਂ ਨਜ਼ਰਾਂ 'ਚ ਹਨਾ, ਉਹ ਨਾਇਕ ਨੇ ਉਹਨਾਂ ਦੀਆਂ ਨਜ਼ਰਾਂ 'ਚ, ਉਹਨਾਂ ਨੇ ਉਹਨਾਂ ਨੂੰ ਐਕਸੈਪਟ ਕੀਤਾ। ਜਿਹੜਾ ਕਲਾਕਾਰ ਹੁੰਦਾ, ਜਿੱਥੋਂ ਤੱਕ ਉਹਦੀ ਡਿਊਟੀ ਬਣਦੀ ਆ ਦਰਸ਼ਕਾਂ ਲਈ, ਸੁਸਾਇਟੀ ਲਈ ਜਾਂ ਸਾਹਿਤ ਕਲਾ ਲਈ, ਜਿਹੜੀ ਉਹਦੀ ਡਿਊਟੀ ਬਣਦੀ ਆ, ਤਾਂ ਉਹ ਹਰ ਹੀਲੇ ਉਹਨੂੰ ਨਿਭਾਉਣ ਦੀ ਕੋਸ਼ਿਸ਼ ਕਰਦਾ ਹੈਨਾ। ਤਾਂ ਇਹ ਪਤਾ ਨਹੀਂ ਹੁਣ ਸਾਡੇ ਅੱਜ ਦੀ ਰੁਝਾਨ ਦੇਖ ਲਓ, ਕਹਿ ਦੋ ਕਿ ਲੋਕਾਂ ਦਾ ਜਿਹੜਾ ਪਹਿਰਾਵਾ, ਬਾਹਰੀ ਦੇਖਾ, ਲੋਕਾਂ ਨੂੰ ਉਹ ਪ੍ਰਭਾਵ ਚਾਹੀਦਾ। ਲੋਕ ਇੱਕ ਕਲਾਕਾਰ ਦਾ ਪਿਛਲਾ ਸੰਘਰਸ਼ ਨਹੀਂ ਵੇਖਦੇ ਹੈਨਾ। ਤਾਂ ਮੈਨੂੰ ਇਹ ਲੱਗਦਾ ਕਿ ਆਲੋਚਨਾ ਹੁੰਦੀ ਆ, ਹਰ ਜਗ੍ਹਾ ਹੁੰਦੀ ਆ। ਬਹੁਤ ਸਾਰੇ ਕਰੈਕਟਰ ਐਸੇ ਆ ਜਿਨ੍ਹਾਂ ਨੂੰ ਲੋਕ ਹਾਈਪ ਹੀ ਦੇ ਰਹੇ ਆ ਵੀ ਉਹੀ ਵਧੀਆ ਲੱਗ ਰਿਹਾ, ਉਹੀ ਵਧੀਆ ਲੱਗ ਰਿਹਾ। ਦੇਖੋ ਸੰਘਰਸ਼ ਟੀਮ ਵਰਕ ਦੇ ਵਿੱਚ ਸਾਰਿਆਂ ਦਾ ਇੱਕੋ ਜਿਹਾ ਹੁੰਦਾ, ਉਹ ਤੋਂ ਕੋਈ ਅਸੀਂ ਮੁਨਕਰ ਨਹੀਂ ਹੋ ਸਕਦੇ, ਸਭ ਨੇ ਕੀਤਾ। ਜੇ ਐਮੀ ਵਿਰਕ ਭਾਜੀ ਨੂੰ ਲਗਾਤਾਰ ਹਾਸੇ ਖੇਡੇ ਵਾਲੇ ਉਹਦੇ 'ਚ ਦੇਖਦੇ ਆ, ਤਾਂ ਮੈਨੂੰ ਲੱਗਦਾ ਕਿ ਦਰਸ਼ਕ ਵਰਗ ਨੂੰ ਇਹ ਚੀਜ਼ ਨੂੰ ਐਕਸੈਪਟ ਕਰਨਾ ਚਾਹੀਦਾ ਸੀ। ਹੋ ਸਕਦਾ ਕੰਮ 'ਚ ਕਿਤੇ ਕਮੀ ਰਹਿ ਗਈ ਹੋਵੇ, ਠੀਕ ਹੈ। ਉਹ ਐਮੀ ਵਿਰਕ ਭਾਜੀ ਨੇ ਹੁਣ ਖੁਦ ਕਈ ਗੱਲਾਂ 'ਚ ਕਿਹਾ ਕਿ ਹੋ ਸਕਦਾ ਮੇਰੇ ਤੋਂ ਕੋਈ ਕਮੀ ਰਹਿ ਗਈ ਹੋਵੇ। ਦੇਖੋ ਕਲਾਕਾਰ 100% ਨਿਭਾਉਂਦਾ, ਦਰਸ਼ਕ ਦੀ ਕਿਹੜੀ ਅੱਖ ਆ ਉਹਨੂੰ ਦੇਖਦੀ ਆ, ਕਿਸੇ ਨੇ ਉਹਦਾ ਸੰਘਰਸ਼ ਨਹੀਂ ਵੇਖਿਆ ਹੁੰਦਾ ਹਨਾ। ਤਾਂ ਇਸ ਕਰਕੇ ਜਿਹੜੇ ਚੰਗੇ ਮਾੜੇ ਪੱਖ ਨੇ ਇਹ ਨਾਲੋਂ ਨਾਲ ਚੱਲਦੇ ਆ। ਮੈਨੂੰ ਲੱਗਦਾ ਹੁੰਦਾ ਵੀ ਇਹ ਸਾਨੂੰ ਤਰਾਸ਼ਣ ਦੇ ਵਿੱਚ ਜਿਹੜੇ ਹੁੰਦੇ ਆ ਉਹ ਸਹਾਇਕ ਸਿੱਧ ਹੁੰਦੇ ਆ। ਇਸ ਲਈ ਤੁਸੀਂ ਇਹ ਮੰਨਦੇ ਹੋ ਕਿ ਕਾਮਨ ਸੈਂਸ ਇੰਨੀ ਵੀ ਕਾਮਨ ਨਹੀਂ ਹੁੰਦੀ ਕਿ ਹਰ ਕਿਸੇ ਕੋਲ ਹੋਵੇ? ਮੈਨੂੰ ਜੀ ਲੱਗਦਾ ਹੁੰਦਾ, ਮੈਂ ਅਕਸਰ ਲਿਖਦੀ ਹੁੰਦੀ ਹਾਂ ਇਹ ਗੱਲ। ਤੁਸੀਂ 18 ਸਾਲ ਦੇ ਕਰੀਬ ਦਾ ਸਮਾਂ ਹੋ ਗਿਆ ਇੱਕ ਮਿਡਲ ਕਲਾਸ ਫੈਮਿਲੀ ਚੋਂ ਆਉਣਾ, ਜਿੱਥੇ ਸਾਡਾ ਫਿਲਮੀ ਬੈਕਗ੍ਰਾਉਂਡ ਨਹੀਂ ਹੈ। ਅਕਸਰ ਇਹੋ ਜਿਹੇ ਲੋਕ ਸਾਨੂੰ ਮਿਲਦੇ ਆ ਜਾਂ ਘੱਟ ਮਿਲਦੇ ਆ ਐਜ਼ ਅ ਫੀਮੇਲ ਆਰਟਿਸਟ ਹੋਣ ਦੇ ਨਾਤੇ। ਇਸ ਖੇਤਰ ਨੇ ਤੁਹਾਨੂੰ ਕਿਉਂ ਅਟਰੈਕਟ ਕੀਤਾ? ਤੁਸੀਂ ਇਸ ਨੂੰ ਇੰਨਾ ਜ਼ਿਆਦਾ ਸਮਝਣ ਦੀ ਕੋਸ਼ਿਸ਼ ਕੀਤੀ ਕਿ ਆਪਣੀ ਪੜ੍ਹਾਈ ਦੇ ਵਿਸ਼ੇ ਅਜਿਹੇ ਚੁਣੇ, ਜਾਂ ਤੁਹਾਡੀ ਫੈਮਿਲੀ ਦੇ ਵਿੱਚੋਂ ਕਿਸ ਦਾ ਪ੍ਰਭਾਵ ਸੀ ਜਿਹੜਾ ਕਹਾਣੀਆਂ ਦੇ ਨਾਲ ਤੁਹਾਡੀ ਅਟੈਚਮੈਂਟ ਇਸ ਤਰ੍ਹਾਂ ਦੀ ਸੀਗੀ ਕਿ ਤੁਸੀਂ ਇਸ ਫੀਲਡ ਲਈ ਕੁਝ ਵੀ ਕਰਨ ਲਈ ਰੈਡੀ ਹੋ ਗਏ ਕਿ ਇਹੀ ਮੇਰੀ ਜ਼ਿੰਦਗੀ ਹੈ? ਅਸਲ 'ਚ ਜਿਹੜਾ ਮੈਂ ਇੱਕ ਮਤਲਬ ਮੱਧ ਵਰਗੀ ਪਰਿਵਾਰ ਦੇ ਵਿੱਚ ਹਨਾ, ਇੱਕ ਕਿਸਾਨ ਪਰਿਵਾਰ ਨਾਲ ਮੈਂ ਸੰਬੰਧਿਤ ਹੈ ਨਾ। ਉਹਨਾਂ ਮਤਲਬ ਵੱਡੇ ਪਰਿਵਾਰਾਂ ਦੇ ਵਿੱਚ ਜਿੱਥੇ ਕੁੜੀਆਂ ਜ਼ਿਆਦਾ ਹੁੰਦੀਆਂ ਸੀ, ਸਾਡਾ ਘਰ ਦਾ ਤਰਿੰਜਣ ਹੁੰਦਾ ਸੀ ਕਿਉਂਕਿ 5-6 ਜਿਹੜੇ ਪਰਿਵਾਰ ਸੀ ਉਹ ਇਕੱਠੇ ਹੁੰਦੇ ਸੀ। ਸਾਡੇ ਘਰ 'ਚ ਤਕਰੀਬਨ ਭੂਆ ਜੀ ਹੁਣੀ 13-14 ਕੁੜੀਆਂ ਹੁੰਦੀਆਂ ਸੀਗੀਆਂ ਹੈਨਾ। ਤਾਂ ਦਾਦੇ ਭਰਾ ਸੀ, ਗਾਹਾਂ ਦਾਦੀਆਂ ਭੈਣਾਂ, ਤੇ ਉਹ ਸਾਡੀ ਜਿਹੜਾ ਪਰਿਵਾਰ ਇੱਕ ਸੀਗਾ, ਵੱਡਾ ਪਰਿਵਾਰ ਸੀਗਾ। ਉਹਦੇ ਵਿੱਚ ਕੀ ਹੁੰਦਾ ਸੀ, ਬਜ਼ੁਰਗਾਂ ਦਾ ਤਕੜਾ ਰੋਬ ਹੁੰਦਾ ਸੀਗਾ। ਜਦੋਂ ਸਾਡੇ ਵਿਆਹ ਹੁੰਦੇ ਸੀ ਘਰਾਂ ਦੇ ਵਿੱਚ, ਤਾਂ ਭੂਆ ਜੀ ਹੁਣੀ ਪੂਰੀ ਰਾਤ ਗੀਤ ਗਾਉਂਦੀਆਂ ਹੁੰਦੀਆਂ ਸੀਗੀਆਂ, ਤਮਾਸ਼ੇ ਕਰਦੀਆਂ ਹੁੰਦੀਆਂ ਸੀ। ਜਿਹੜਾ ਇਹ ਮੈਂ ਐਕਟਿੰਗ ਦਾ ਜਿਹੜਾ ਗੁਣ ਕਹਿਦਾ, ਮੈਂ ਛੋਟੀ ਜਿਹੀ 4 ਸਾਲ ਦੀ ਹੁੰਦੀ ਸੀਗੀ ਤਾਂ ਮੇਰੇ ਭੂਆ ਜੀ ਮੈਨੂੰ ਫੜ ਕੇ ਨਚਾਉਂਦੇ ਹੁੰਦੇ ਸੀਗੇ। 4-5 ਸਾਲ ਦੀ ਮੈਨੂੰ ਯਾਦ ਹੈ ਕਿ ਉਹਨਾਂ ਨੇ ਬੋਲੀ ਪਾਉਣੀ, ਨੱਚ ਲੈ ਕਬੂਤਰੀਏ ਦੇ ਲੈ ਸ਼ੌਂਕ ਦਾ ਗੇੜਾ ਹਨਾ। ਤਾਂ ਉਹ ਜਿਹੜੀ ਚੀਜ਼ ਸੀ, ਹੌਲੀ ਹੌਲੀ ਫਿਰ ਮੈਨੂੰ ਸਮਝਣਾ ਸ਼ੁਰੂ ਕਰਤਾ। ਫਿਰ ਮੈਨੂੰ ਭੂਆ ਜੀ ਨੇ ਲੋਕ ਗੀਤ ਗਾਉਣੇ, ਫਿਰ ਨਾ ਜਦੋਂ ਅਸੀਂ ਵਿਆਹਾਂ 'ਚ ਬੈਠਣਾ, ਸਿੱਠਣੀਆਂ ਗਾਉਣੀਆਂ, ਉਹ ਚੀਜ਼ ਦਾ ਮੇਰਾ ਜਿਹੜਾ ਮੇਰੇ ਖੂਨ 'ਚ ਸੀਗਾ ਕਿ ਮੇਰੇ ਭੂਆ ਜੀ ਹੁਣੀ ਅੱਛਾ ਗਾ ਲੈਂਦੇ ਸੀਗੇ ਹਨਾ, ਬੋਲੀਆਂ ਪਾ ਲੈਂਦੀਆਂ ਸੀ। ਉਦੋਂ ਔਰਤਾਂ ਨੂੰ ਉਹ ਪਲੇਟਫਾਰਮ ਨਹੀਂ ਸੀ ਮਿਲਦਾ। ਉਹਨਾਂ ਦੇ ਕੰਮ ਹੁੰਦੇ ਸੀਗੇ ਖੇਤਾਂ ਨੂੰ ਰੋਟੀ ਭੇਜ ਦੇਣੀ ਹਨਾ, ਦਰੀਆਂ ਬੁਣਲੀਆਂ, ਘਰੇ ਮੱਝਾਂ ਨੂੰ ਪਾਣੀ ਪਿਲਾਤੇ, ਜਿਹੜੇ ਇਹ ਕੰਮ ਸੀਗੇ ਉਹਨਾਂ ਟਾਈਮਾਂ 'ਚ। ਹਾਂ, ਵੇਲੇ ਕੁ ਵੇਲੇ ਚਰਖਾ ਕੱਤਦੀਆਂ, ਸੂਤ ਰੰਗ ਦੀਆਂ, ਦਰੀਆਂ ਰੰਗਦੀਆਂ ਨੇ, ਉਹਨਾਂ ਨੇ ਗੀਤ ਗਾ ਲੈਣੇ। ਉਹ ਚੀਜ਼ ਜਿਹੜੀ ਸਾਡੇ ਖੂਨ 'ਚ ਸੀਗੀ, ਜਿਵੇਂ ਸੀਗੀ, ਉਹ ਹੌਲੀ ਹੌਲੀ ਕੀ ਹੋਇਆ, ਜਿਹੜਾ ਮੇਰਾ ਪਹਿਲਾ ਮੰਚ ਆ, ਉਹ ਸਾਡੇ ਘਰ ਦਾ ਜਿਹੜਾ ਵਿਹੜਾ ਉਹ ਹੈ, ਜਿਹਨੂੰ ਵਿਆਹ ਦੇ ਵਿੱਚ ਬੈਠ ਕੇ ਭੂਆ ਜੀ ਦੇ ਗੀਤ ਗਾਏ, ਥੋੜੀ ਸੁਰਤ ਸੰਭਲੀ ਤੋਂ ਉਹ ਤਮਾਸ਼ੇ ਹੁੰਦੇ ਸੀ। ਫਿਰ 96-97 'ਚ ਆ ਕੇ ਕੀ ਹੋਇਆ, ਉਦੋਂ ਨਾ ਸਵਾਂਗ ਕਰਦੀਆਂ ਹੁੰਦੀਆਂ ਸੀਗੀਆਂ ਔਰਤਾਂ ਹਨਾ। ਬਰਾਤ ਚਲੀ ਜਾਂਦੀ ਸੀ, ਔਰਤਾਂ ਦੀ ਆਪਣੀ ਬਰਾਤ ਹੋ ਜਾਂਦੀ ਸੀ ਪਿੱਛੋਂ ਪਿੰਡ ਦੇ ਵਿੱਚ ਹਨਾ। ਉਹਨਾਂ ਨੇ ਬਜ਼ੁਰਗ ਬਣ ਜਾਣਾ, ਕਿਸੇ ਨੇ ਸਾਧ ਬਣ ਜਾਣਾ, ਤੇ ਮੈਂ ਛੋਟੀ ਹੁੰਦੀ ਸੀ, ਮੇਰੇ ਜੂੜਾ ਕਰਕੇ ਉਹਨਾਂ ਨੇ ਮੈਨੂੰ ਸਰਵਾਲਾ ਬਣਾ ਕੇ ਨਾਲ ਲੈ ਜਾਣਾ ਹਨਾ। ਪਤਾ ਹੁੰਦਾ ਨਹੀਂ ਸੀਗਾ ਪਿੰਡ ਦੇ ਵਿੱਚੋਂ ਕਿਸੇ ਦੀ ਵੀ ਘਰ ਚਲੇ ਜਾਣਾ, ਕੁਝ ਵੀ ਚੁੱਕ ਲਿਆਉਣਾ। ਉਹ ਇੱਕ ਕਲਚਰ ਹੁੰਦਾ ਸੀਗਾ, ਇੱਕ ਮੋਹ ਹੁੰਦਾ ਸੀਗਾ। ਉਹ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਮੈਨੂੰ ਮੇਰੇ ਖੂਨ ਚੋਂ ਮਿਲੀਆਂ, ਮੇਰੇ ਪਰਿਵਾਰ ਚੋਂ ਮਿਲੀਆਂ। ਮੇਰੇ ਜਿਹੜੇ ਫਾਦਰ ਸਾਹਿਬ ਸੀਗੇ ਉਹ ਕਵੀਸ਼ਰ ਸੀਗੇ ਜੀ, ਉਹ ਬਹੁਤ ਅੱਛਾ ਗਾਉਂਦੇ ਸੀ, ਉਹਨਾਂ ਦੀ ਆਵਾਜ਼ ਬਹੁਤ ਅੱਛੀ ਸੀਗੀ, ਸਾਹਿਤ ਨੂੰ ਪਿਆਰ ਕਰਦੇ ਸੀ, ਕਲਾ ਨਾਲ ਜੁੜੇ ਹੋਏ ਸੀ। ਪਰ ਉਸ ਟਾਈਮ ਪਾਪਾ
ਪਾਪਾ ਨੂੰ ਜੌਬ ਲੱਗਣ ਕਰਕੇ, ਪਰਿਵਾਰ ਦੇ ਵਿੱਚ ਜ਼ਿੰਮੇਵਾਰੀਆਂ ਹੋਣ ਕਰਕੇ ਉਹਨਾਂ ਤੋਂ ਕਵਿਸ਼ਰੀ ਨੂੰ ਕੰਟੀਨਿਊ ਨਹੀਂ ਕਰ ਸਕੇ। ਪਰ ਉਹਨਾਂ ਨੇ ਫਿਰ ਮੇਰੇ ਬ੍ਰਦਰ ਨੂੰ ਹੌਲੀ ਹੌਲੀ ਸਿਖਾਉਣਾ ਸ਼ੁਰੂ ਕਰ ਦਿੱਤਾ ਹਨਾ, ਜਿੰਨਾ ਵੀ ਉਹਨਾਂ ਨੇ ਕੀਤਾ। ਬ੍ਰਦਰ ਹੁਣ ਵੀ ਮਿਊਜ਼ਿਕ ਨਾਲ ਜੁੜੇ ਹੋਏ ਆ। ਤਾਂ ਮੈਂ ਜਿਹੜਾ ਸੀਗਾ ਲਗਾਤਾਰ ਸਕੂਲ ਦੇ, ਪਿੰਡ ਦੇ ਸਕੂਲ 'ਚ ਪੜ੍ਹਦੀ ਸੀ, ਉੱਥੇ ਨਾਟਕ ਲਈ ਕੋਈ ਜਗ੍ਹਾ ਨਹੀਂ ਸੀਗੀ ਉੱਥੇ। ਫਿਰ ਘਰਾਂ 'ਚ ਮੌਕਾ ਮਿਲਦਾ ਹੁੰਦਾ ਸੀਗਾ ਵੀ ਵਿਆਹਾਂ 'ਚ ਨੱਚ ਲਏ, ਤਮਾਸ਼ੇ ਕਰ ਲਿਓ। ਉਸ ਤੋਂ ਬਾਅਦ ਹਨਾ ਮੈਂ ਕਾਲਜ ਆ ਗਈ। ਕਾਲਜ ਆ ਕੇ ਮੈਂ ਨਾਟਕ ਸ਼ੁਰੂ ਕਰਤੇ, ਔਰ ਮੈਨੂੰ ਹੈਰਾਨੀ ਹੁੰਦੀ ਹੈ ਕਿ ਜਦੋਂ ਅੱਜ ਤੋਂ ਤਕਰੀਬਨ 15-17 ਸਾਲ ਪਹਿਲਾਂ ਮੈਂ ਕਾਲਜ ਦੇ ਵਿੱਚ ਮੈਂ ਡਾਇਰੈਕਸ਼ਨ ਕਰਦੀ ਰਹੀ। ਜਿਹੜੀ ਕੋਰੀਓਗ੍ਰਾਫੀ ਕਰਨੀ ਉਹ ਕਦੇ ਫਸਟ ਆਉਣੀ, ਕਦੇ ਬੈਸਟ ਨਿਕਲਣੀ। ਮਤਲਬ ਮੈਨੂੰ ਹੁਣ ਹੈਰਾਨੀ ਹੁੰਦੀ ਹੈ ਕਿ ਮੈਂ ਉਸ ਟਾਈਮ ਦੇ ਵਿੱਚ ਇੰਨਾ ਕੁਝ ਸਿੱਖ ਲਿਆ ਸੀ, ਮੈਂ ਕਰ ਲੈਂਦੀ ਸੀਗੀ ਹਨਾ। ਫਿਰ ਕਾਲਜ ਦੇ ਵਿੱਚ ਨਾਟਕ ਕਰਦਿਆਂ ਫਿਰ ਜਦੋਂ ਮੇਰੇ ਟੀਚਰਸ ਨੇ ਮੇਰਾ ਰੁਝਾਨ ਦੇਖਿਆ, ਉਹਨਾਂ ਨੇ ਕਿਹਾ ਕਿ ਮੇਰੇ ਫਾਦਰ ਸਾਹਿਬ ਨੂੰ ਕਿਹਾ ਕਿ ਵੀਰ ਜੀ ਇਸ ਕੁੜੀ ਨੂੰ ਤੁਸੀਂ ਰੋਕਣਾ ਨਹੀਂ ਹੈਗਾ। ਹਾਲਾਂਕਿ ਚੁਣੌਤੀ ਭਰਿਆ ਇੱਕ ਫੀਲਡ ਹੈ ਹਨਾ, ਇਹ ਔਖਾ ਵੀ ਆ। ਉਹਨਾਂ ਸਮਿਆਂ ਦੇ ਵਿੱਚ ਫਿਲਮਾਂ ਨੂੰ ਬੜਾ ਅਜੀਬ ਮੰਨਿਆ ਜਾਂਦਾ ਸੀਗਾ, ਕਿਉਂਕਿ ਸਾਡੇ ਪੰਜਾਬ ਦੇ ਵਿੱਚ ਉਹਨਾਂ ਦਿਨਾਂ 'ਚ ਜਿਹੜਾ ਚਰਖਾ ਕਲਚਰ ਸੀਗਾ, ਆਰਕੈਸਟਰਾ ਦਾ ਦੌਰ ਚੱਲਦਾ ਸੀਗਾ ਹਨਾ। ਪਿੰਡਾਂ ਦੇ ਲੋਕਾਂ ਨੂੰ ਇਹ ਲੱਗਦਾ ਹੁੰਦਾ ਸੀ ਜੇ ਕਿ ਕੁੜੀ ਏਦਾਂ ਕਰਦੀ ਹੈ ਸ਼ਾਇਦ ਉਹਨਾਂ ਨੂੰ ਸਟੇਜਾਂ ਤੇ ਵੀ ਨਚਾਇਆ ਜਾਂਦਾ ਹੋਣਾ ਹਨਾ। ਜਦ ਕਿ ਇਹਦੇ 'ਚ ਸਮਝ ਦੀ ਕਮੀ ਸੀਗੀ। ਜਿਹੜਾ ਰੰਗਮੰਚ ਸੀ ਉਹਦੀ ਤਾਂ ਦੁਨੀਆ ਹੀ ਵੱਖਰੀ ਸੀਗੀ, ਜਿਹੜਾ ਅਭਿਨੈ ਖੇਤਰ ਸੀ ਉਹ ਤਾਂ ਹੈ ਹੀ ਵੱਖਰਾ ਸੀਗਾ ਹਨਾ। ਤਾਂ ਮੈਂ ਉਸ ਤੋਂ ਪਹਿਲਾਂ ਪੰਜਾਬੀ ਦੀ MA ਕੀਤੀ। ਘਰ ਦੇ ਜਿਹੜਾ ਉਹਨਾਂ ਨੇ ਫੈਸਲਾ ਲੈਣਾ ਸੀ ਕਿ ਕੁੜੀ ਨੂੰ ਅੱਗੇ ਹਨਾ ਇਸ ਫੀਲਡ 'ਚ ਭੇਜਣਾ ਜਾਂ ਨਹੀਂ, ਉਹਦੀ ਵੇਟ ਕਰਦਿਆਂ ਮੈਂ ਸੋਚਿਆ ਕਿ ਮੈਂ ਪੰਜਾਬੀ ਦੀ MA ਕਰ ਲਾਂ। ਮੈਂ ਉਹਦੇ 'ਚ ਹੀ ਨੈਟ ਕਲੀਅਰ ਕਰ ਲਿਆ, ਔਰ ਉਹਨਾਂ ਵੇਲਿਆਂ 'ਚ ਮੈਂ ਨੈਟ ਕਲੀਅਰ ਕਰ ਲਿਆ ਜਦੋਂ ਮੈਨੂੰ ਪਤਾ ਨਹੀਂ ਸੀ ਹੁੰਦਾ ਕਿ ਨੈਟ ਦੀ ਕੀ ਇੰਪੋਰਟੈਂਸ ਹੈਗੀ ਆ ਹਨਾ। ਉਸ ਤੋਂ ਬਾਅਦ ਮੈਂ ਪਟਿਆਲਾ ਯੂਨੀਵਰਸਿਟੀ MPhil ਕਰਨ ਲਈ ਆਈ ਪੰਜਾਬੀ ਦੀ। ਵਿਵਾਦ ਚੱਲ ਰਿਹਾ ਸੀ ਕਿ ਕੁੜੀ ਨੂੰ ਐਡਮਿਸ਼ਨ ਕਰਾਉਣੀ ਹੈ ਜਾਂ ਨਹੀਂ, ਕਿੱਦਾਂ ਹਨਾ। ਫਾਦਰ ਸਾਹਿਬ ਮੈਨੂੰ ਬਹੁਤ ਸਪੋਰਟ ਕਰ ਰਹੇ ਸੀਗੇ। ਕੁਛ ਰਿਸ਼ਤੇਦਾਰਾਂ ਨੂੰ ਸੀਗਾ ਵੀ ਨਹੀਂ ਕੁੜੀ ਇਕੱਲੀ ਹੈ ਅੱਗੇ ਹਨਾ, ਤਾਂ ਇੱਦਾਂ ਚੰਗਾ ਨਹੀਂ ਹੋਊਗਾ ਹਨਾ। ਤਾਂ ਮੇਰੀ ਜਿਹੜੀ ਐਡਮਿਸ਼ਨ ਹੋਈ, ਮੈਂ ਠਾਣ ਲਿਆ ਸੀਗਾ, ਕਸਮ ਨਹੀਂ ਖਾ ਲਈ ਹੁੰਦੀ ਵੀ ਮੈਂ ਤਾਂ ਹੁਣ ਥੀਏਟਰ 'ਚ ਹੀ ਜਾਣਾ ਹਨਾ। ਮੈਂ MPhil ਦੇ ਵਿੱਚ ਹਰ ਜਗ੍ਹਾ ਫੀਸ ਭਰਤੀ, 3 ਡਿਪਾਰਟਮੈਂਟ ਪੰਜਾਬੀ ਯੂਨੀਵਰਸਿਟੀ 'ਚ। ਕੀ ਹੋਇਆ, ਉੱਧਰ ਮੇਰਾ ਨੰਬਰ ਹੀ ਨਹੀਂ ਆਇਆ, ਥੀਏਟਰ 'ਚ ਮੇਰਾ ਨੰਬਰ ਆ ਗਿਆ, ਜਦ ਕਿ ਇੱਧਰ ਕਲਾਸਾਂ ਲੱਗ ਰਹੀਆਂ ਸੀਗੀਆਂ ਹਨਾ। ਦੇਖੋ ਜਿੱਥੇ ਮੇਰੀ ਇੱਛਾ ਸੀਗੀ, ਮੇਰੇ ਕਹਿੰਦੇ ਹੁੰਦੇ ਨਾ ਜਿਹੜੀ ਮਨ ਦੀ ਜਿਹੜੀ ਪਾਵਰ ਹੁੰਦੀ ਆ ਉਹ ਅਟਰੈਕਟ ਕਰਦੀ ਆ ਉਸ ਚੀਜ਼ ਨੂੰ ਜਿਹਨੂੰ ਤੁਸੀਂ ਪ੍ਰਾਪਤ ਕਰਨ ਲਈ ਸੰਘਰਸ਼ ਕਰਦੇ ਹੋ ਹਨਾ। ਤਾਂ ਮੈਂ ਕੀ ਕੀਤਾ ਕਿ ਮੇਰੀ ਐਡਮਿਸ਼ਨ ਹੋ ਗਈ, ਕਲਾਸਾਂ ਲੱਗ ਰਹੀਆਂ ਸੀਗੀਆਂ। ਉਹਨਾਂ ਨੇ ਮੈਨੂੰ ਕਿਹਾ ਕਿ ਡਾਕਟਰ ਸੁਨੀਤਾ ਧੀਰ ਜਿਹੜੇ ਫਿਲਮਾਂ ਦੇ ਬਹੁਤ ਅੱਛੇ ਆਰਟਿਸਟ ਨੇ ਹਨਾ, ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਡਾਇਲੌਗ ਬੋਲ ਕੇ ਦਿਖਾ। ਮੈਂ ਵੈਸੇ ਹੀ ਪਰਪੱਕ ਸੀਗੀ ਉੱਦਾਂ, ਤੇ ਮੈਂ ਡਾਇਲੌਗ ਬੋਲ ਕੇ ਦਿਖਾਇਆ। ਅਗਲੇ ਦਿਨ ਮੈਨੂੰ, ਤੀਸਰੇ ਦਿਨ ਸਾਡੀ ਪ੍ਰੋਡਕਸ਼ਨ ਚੱਲ ਰਹੀ ਸੀਗੀ, ਰਸ਼ੀਅਨ ਪਲੇ ਅਸੀਂ ਪੰਜਾਬੀ 'ਚ ਕਰ ਰਹੇ ਸੀਗੇ। ਉਹਦੇ ਨਿਰਮਾਤਾ ਨਿਰਦੇਸ਼ਕ ਸੀਗੇ ਪਾਰਥੋ ਬੰਦੋਪਾਧਿਆਏ, ਜਿਹੜੇ ਮੇਰੇ ਐਕਟਿੰਗ ਗੁਰੂ ਵੀ ਨੇ ਹਨਾ। ਤਾਂ ਉਹਨਾਂ ਨੇ ਮਤਲਬ ਮੈਨੂੰ ਲੀਡ ਰੋਲ ਤੇ ਰੱਖਿਆ। ਉੱਥੋਂ ਜਿਹੜੀ ਮੇਰੀ ਜਰਨੀ ਸੀ, ਚਾਹੇ ਪਿੱਛੇ ਮੈਂ 8 ਸਾਲ ਕੰਮ ਕਰ ਚੁੱਕੀ ਸੀ, ਪਰ ਜਿਹੜਾ ਮੇਰਾ ਸਹੀ ਮਾਇਨੇ 'ਚ ਜਿਹੜਾ ਸਿੱਖਣ ਦਾ ਪ੍ਰੋਸੈਸ ਸੀਗਾ ਉਹ ਮੇਰਾ ਇੱਥੇ ਆ ਕੇ ਸ਼ੁਰੂ ਹੋਇਆ, ਜ਼ੀਰੋ ਤੋਂ ਸ਼ੁਰੂ ਹੋਇਆ। ਮੈਨੂੰ ਲੱਗਦਾ ਸੀ ਕਿ ਨਹੀਂ ਮੈਂ ਬੈਸਟ ਐਕਟਰ ਹਾਂ, ਇੱਦਾਂ ਮੈਨੂੰ ਇੰਨੇ ਸਨਮਾਨ ਮਿਲ ਗਿਆ। ਪਰ ਜਦੋਂ ਮੈਨੂੰ ਪਤਾ ਲੱਗਿਆ ਵੀ ਅਸਲ ਦੇ ਵਿੱਚ ਜਿਹੜੀ ਅਭਿਨੇਤਾ ਦੀ ਸਿਖਲਾਈ ਹੁੰਦੀ ਆ ਉਹ ਇਹ ਹੁੰਦੀ ਆ, ਤਾਂ ਉਦੋਂ ਮੈਂ ਬਿਲਕੁਲ ਆਪਣੇ ਆਪ ਨੂੰ ਸੱਖਣੀ ਕਰ ਲਿਆ, ਊਣੀ ਕਰ ਲਿਆ ਕਿ ਨਹੀਂ ਮੈਂ ਸਿੱਖਣਾ। ਮੈਨੂੰ ਉਹ ਪਲੇਟਫਾਰਮ ਮਿਲ ਗਿਆ ਜਿੱਥੋਂ ਮੈਂ ਲੰਬੇ ਮਤਲਬ ਉੱਚੀ ਉਡਾਨ ਭਰਨੀ ਆ, ਮੈਂ ਆਸਮਾਨ ਨੂੰ ਛੂਹਣਾ ਜਾ ਕੇ। ਅਸੀਂ ਅਗਰ ਗੱਲ ਕਰੀਏ ਨਾ ਤਾਂ ਕਲੀ ਜੋਟਾ ਫਿਲਮ ਨੇ ਹਰ ਇੱਕ ਦਾ ਧਿਆਨ ਖਿੱਚਿਆ ਸੀ। ਉਹ ਇੱਕ ਫੀਮੇਲ ਰਾਈਟਰ ਦੇ ਵੱਲੋਂ ਲਿਖੀ ਗਈ। ਹਮੇਸ਼ਾ ਇਹ ਗੱਲ ਹੁੰਦੀ ਹੈ ਕਿ ਸਾਨੂੰ ਇੰਡਸਟਰੀ ਦੇ ਵਿੱਚ ਜਿਹੜੀਆਂ ਹਰ ਫੀਲਡ ਦੇ ਵਿੱਚ ਕੁੜੀਆਂ ਉੱਭਰਦੀਆਂ ਹੋਈਆਂ ਨਜ਼ਰ ਨਹੀਂ ਆਉਂਦੀਆਂ। ਤੁਹਾਡੀ ਗੱਲ ਕਰ ਲਈ ਜਾਏ ਜਾਂ ਜਿਵੇਂ ਮੈਂ ਕਲੀ ਜੋਟਾ ਫਿਲਮ ਦੇ ਰਾਈਟਰ ਦੀ ਗੱਲ ਕੀਤੀ, ਜਾਂ ਇਹੋ ਜਿਹੇ ਬਹੁਤ ਸਾਰੇ ਹੋਰ ਆਰਟਿਸਟ, ਫੀਮੇਲ ਆਰਟਿਸਟ ਨੇ ਜਿਹੜੇ ਬੈਕਬੋਨ ਬਣ ਕੇ ਸਿਨੇਮਾ ਨੂੰ ਚਲਾ ਰਹੇ ਨੇ। ਉਹਦੇ ਵਿੱਚ ਤੁਹਾਡਾ ਵੀ ਨਾਮ ਆਉਂਦਾ ਹੈ। ਤੁਹਾਡਾ ਰੁਝਾਨ ਵੀ ਹਮੇਸ਼ਾ ਤੋਂ ਇਸੇ ਵਿੱਚ ਹੀ ਸੀਗਾ। ਐਜ਼ ਅ ਫੀਮੇਲ ਕਲਾਕਾਰ ਇੰਨਾ ਲੰਬਾ ਸਮਾਂ ਸਿਨੇਮਾ, ਖਾਸ ਕਰ ਪੰਜਾਬੀ ਸਿਨੇਮਾ ਨਾਲ ਜੁੜੇ ਹੋਣ ਦੇ ਨਾਤੇ ਤੁਸੀਂ ਆਪਣੇ ਆਪ ਨੂੰ ਬਤੌਰ ਫੀਮੇਲ ਕਿੱਥੇ ਕਿੱਥੇ ਦੇਖਿਆ? ਬਹੁਤ ਸਾਰੀਆਂ ਅਜਿਹੀਆਂ ਜਗ੍ਹਾ ਹੋਣਗੀਆਂ ਜਿੱਥੇ ਸਾਰੇ ਮੇਲ ਹੋਣਗੇ, ਸਿਰਫ ਤੁਸੀਂ ਹੀ ਹੋਵੋਗੇ ਐਜ਼ ਅ ਫੀਮੇਲ। ਤਾਂ ਇੱਕ ਇਹ ਪ੍ਰਾਊਡ ਵੀ ਮਹਿਸੂਸ ਹੁੰਦਾ ਹੈ ਨਾ ਕਿ ਮੈਂ ਬੇਸ਼ੱਕ ਕੁੜੀਆਂ ਲੇਕਿਨ ਮੈਂ ਕਿੱਥੇ ਵਿਚਰ ਰਹੀ ਹਾਂ। ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਤੁਸੀਂ ਜ਼ਿੰਦਗੀ 'ਚ ਕੀ ਕੰਮ ਕਰ ਰਹੇ ਹੋ। ਤੁਹਾਨੂੰ ਖੁਦ ਨੂੰ ਵੀ ਨਹੀਂ ਪਤਾ ਸੀਗਾ ਕਿ ਤੁਸੀਂ ਕਿੰਨਾ ਸਾਰਾ ਕੰਮ ਕਰ ਚੁੱਕੇ ਹੋ। ਸੋ ਐਜ਼ ਅ ਫੀਮੇਲ ਹੁਣ ਜਿਵੇਂ ਮੌੜ ਫਿਲਮ ਨੇ ਤੁਹਾਨੂੰ ਬਹੁਤ ਜ਼ਿਆਦਾ ਉਭਾਰਿਆ, ਤੁਹਾਨੂੰ ਕੀ ਲੱਗਦਾ ਹੈ ਕਿ ਫੀਮੇਲਸ ਲਈ ਓਪਰਚੁਨਿਟੀਆਂ ਹਮੇਸ਼ਾ ਮੌਜੂਦ ਸੀ ਔਰ ਸਾਨੂੰ ਸ਼ਾਇਦ ਆਪਣੇ ਆਪ ਨੂੰ ਦਿਖਾਣਾ ਨਹੀਂ ਆਇਆ? ਮੈਂ ਨਾ ਇਸ ਗੱਲ ਬਾਰੇ ਸ਼ੁਰੂਆਤ ਤੋਂ ਗੱਲ ਕਰਨਾ ਚਾਹੂੰਗੀ। ਜਦੋਂ ਮੈਂ MA ਥੀਏਟਰ ਫਸਟ ਈਅਰ ਸੀਗਾ, ਤਾਂ ਰਾਣਾ ਰਣਵੀਰ ਭਾਜੀ ਇੱਕ ਫਿਲਮ ਕਰ ਰਹੇ ਸੀਗੇ, ਮੇਰੇ ਪਾਸ ਆਊਟ ਨੇ ਡਿਪਾਰਟਮੈਂਟ ਤੋਂ, ਉਹ ਹੈ ਨਾ ਮੇਰੇ ਸੀਨੀਅਰ ਆ। ਉਹਨਾਂ ਨੇ ਜਦੋਂ ਮਤਲਬ ਰੱਖਿਆ, ਉਹਦੇ ਵਿੱਚ ਦੇਵ ਖਰੋੜ ਭਾਜੀ ਸੀਗੇ ਨਾਲ ਐਕਟ ਕਰ ਰਹੇ। ਅਸੀਂ ਕਾਫੀ ਕਲਾਕਾਰ ਸੀਗੇ ਉਸ ਟਾਈਮ। ਮੈਨੂੰ ਕੈਮਰਾ ਅਸਿਸਟੈਂਟ ਰੱਖਿਆ ਗਿਆ ਸੀ। ਮੈਨੂੰ ਨਹੀਂ ਸੀ ਪਤਾ ਹੁੰਦਾ ਵੀ ਕੈਮਰਾ ਕਿੱਦਾਂ ਕੰਮ ਕਰਦਾ। ਉਹਨਾਂ ਨੇ ਮੈਨੂੰ ਦੱਸਿਆ ਕਿ ਵੀਰੂ ਇੱਦਾਂ ਰੀਲ ਚੱਲੂਗੀ, ਤੂੰ ਆਹ ਨੋਟ ਕਰਨਾ, ਠੀਕ ਹੈ।
ਤਾਂ ਉਹ ਮੇਰੇ ਲਈ ਬੜੇ ਮਾਣ ਦੀ ਗੱਲ ਸੀ ਵੀ ਅੱਛਾ ਮੈਂ ਸੀਨ ਨੋਟ ਕਰੂੰਗੀ ਹੈ ਨਾ। ਉਹਦੇ 'ਚ ਮੈਂ ਰੋਲ ਵੀ ਕੀਤਾ ਸੀਗਾ। ਤਾਂ ਉਹ ਫਿਲਮ ਕਿਸੇ ਕਾਰਨ ਰਿਲੀਜ਼ ਨਹੀਂ ਕੀਤੀ ਗਈ ਹੈ ਨਾ। ਉਹ ਜਿਹੜਾ ਮੇਰਾ ਸਕਰੀਨ ਨਾਲ ਮੇਰਾ ਪਹਿਲਾ ਸਾਹਮਣਾ ਸੀਗਾ ਉਸ ਟਾਈਮ। ਤਾਂ ਮੈਂ ਬੈਕ ਸਕਰੀਨ ਵੀ ਕੰਮ ਕੀਤਾ, ਔਨ ਸਕਰੀਨ ਵੀ ਕੰਮ ਕੀਤਾ। ਤਾਂ ਉਸ ਤੋਂ ਬਾਅਦ ਉਹਨਾਂ ਦਿਨਾਂ ਦੇ ਵਿੱਚ ਅਮਰਿੰਦਰ ਗਿੱਲ ਦੀ ਇੱਕ ਫਿਲਮ ਆਈ ਸੀਗੀ ਕੁੜੀ ਪੰਜਾਬ ਦੀ, ਹੈ ਨਾ। ਉਸ ਟਾਈਮ ਮੈਂ MA ਦੀ ਸਟੂਡੈਂਟ ਸੀਗੀ, ਇੱਧਰ ਜਸਪਿੰਦਰ ਚੀਮਾ ਹੈ ਨਾ ਚੰਡੀਗੜ੍ਹ ਇੰਡੀਅਨ ਥੀਏਟਰ ਦੇ ਵਿੱਚ ਪੜ੍ਹ ਰਹੇ ਸੀਗੀ। ਤਾਂ ਰਾਣੇ ਭਾਜੀ ਨੇ ਮੈਨੂੰ ਫੋਨ ਕੀਤਾ ਕਿ ਵੀਰੂ ਇੱਕ ਫਿਲਮ ਕਰ ਰਹੇ ਆ, ਤੂੰ ਕੰਮ ਕਰੇਂਗੀ। ਮੈਨੂੰ ਬੜਾ ਚਾਅ ਚੜਿਆ ਕਿ ਅੱਛਾ ਫਿਲਮ 'ਚ ਸਿੱਧਾ ਫਿਲਮ 'ਚ ਕੰਮ ਕਰਨਾ। ਤਾਂ ਉਹ ਕਹਿੰਦੇ ਤੂੰ ਰਾਜੇ ਕੰਮ ਕਰ ਲੇਂਗੀ, ਵੈਸੇ ਤੇਰੀ ਸਟੱਡੀ ਵੀ ਆ। ਹੁਣ ਘਰਦਿਆਂ ਨੇ ਕਿਹਾ ਸੀਗਾ ਵੀ ਤੈਨੂੰ ਡਿਗਰੀ 'ਚ ਪਾ ਤਾ, ਤੂੰ ਡਿਗਰੀ ਲੈਣੀ ਆ, ਇੱਧਰ ਉੱਧਰ ਨਹੀਂ ਜਾਣਾ, ਪਹਿਲਾਂ ਤੂੰ ਸਿੱਖਣਾ ਹੈ ਨਾ। ਉਹ ਆਪਣੀ ਜਗ੍ਹਾ ਸਹੀ ਸੀਗੇ, ਪਰ ਮੇਰੇ ਲਈ ਇਹ ਬਹੁਤ ਵੱਡੀ ਗੱਲ ਸੀ। ਮੇਰੇ ਲਈ ਤਾਂ ਉਹ ਸਮਝ ਲਓ ਕਿ ਤਾਰੇ ਘੁੰਮਣ ਲੱਗ ਗਿਆ, ਆਸਮਾਨ ਘੁੰਮਣ ਲੱਗ ਗਿਆ ਕਿ ਨਹੀਂ ਮੈਂ ਫਿਲਮ 'ਚ ਕੰਮ ਕਰਨਾ। ਜਦੋਂ ਮੈਨੂੰ ਪਤਾ ਲੱਗਿਆ ਕਿ ਜਿਹੜੇ ਹੀਰੋ ਨੇ ਉਹ ਅਮਰਿੰਦਰ ਗਿੱਲ ਨੇ, ਹੈ ਨਾ, ਤਾਂ ਮੈਨੂੰ ਬੜਾ ਮਾਣ ਮਹਿਸੂਸ ਹੋਇਆ, ਹੈ ਨਾ। ਉਸ ਟਾਈਮ ਮੈਂ ਬਹੁਤ ਛੋਟੀ ਉਮਰ ਸੀਗੀ ਮੇਰੀ, ਉਦੋਂ ਮੈਂ 20-21 ਸਾਲ ਦੀ ਹੋਊਂਗੀ, ਹੈ ਨਾ। ਤਾਂ ਤੁਸੀਂ ਦੇਖੋ ਕਿ ਉਸ ਤੋਂ ਬਾਅਦ ਕੀ ਹੋਇਆ, ਮੈਨੂੰ ਡਿਪਾਰਟਮੈਂਟ ਦੇ ਵਿੱਚ ਉਦੋਂ ਇਹ ਸੀਗਾ ਬੱਚਿਆਂ ਨੂੰ ਫਿਲਮਾਂ 'ਚ ਜਾਣ ਨਹੀਂ ਸੀ ਦਿੰਦੇ ਹੁੰਦੇ। ਉਦੋਂ ਇੰਨਾ ਹੈ ਵੀ ਨਹੀਂ ਸੀਗਾ ਕਿ ਸਿੱਧਾ ਤੁਸੀਂ ਫਿਲਮ 'ਚ ਐਂਟਰੀ ਕਰਦੇ, ਹੈ ਨਾ। ਤਾਂ ਮੈਨੂੰ ਮੇਰੇ ਸਾਰੇ ਕਲਾਸਮੇਟ ਕਹਿਣ ਲੱਗੇ ਕੁੜੀਏ ਤੇਰਾ ਅਸੀਂ ਮੈਡੀਕਲ ਭਰਦੇ ਆ, ਤੂੰ ਜਾ ਹੈ ਨਾ, ਤੂੰ ਛੱਡ ਦੇ ਡਿਗਰੀ, ਤੈਨੂੰ ਇੱਕ ਫਿਲਮ ਆ ਜੂਗੀ ਤੇਰੀ, ਹੈ ਨਾ। ਬੜਾ ਹੋਇਆ, ਕਈ ਐਸੇ ਰੀਜ਼ਨ ਰਹੇ ਜਿਹੜੇ ਮੈਂ ਦੱਸ ਵੀ ਨਹੀਂ ਸਕਦੀ, ਹੈ ਨਾ। ਖਾਸ ਕਰਕੇ ਮੈਨੂੰ ਘਰਦਿਆਂ ਵੱਲੋਂ ਕੋਈ ਦਿੱਕਤ ਨਹੀਂ ਸੀਗੀ, ਪਰ ਜਿੱਥੇ ਮੈਂ ਪੜ੍ਹਦੀ ਸੀ ਉੱਥੇ ਥੋੜਾ ਮਾਹੌਲ ਇਦਾਂ ਦਾ ਹੋ ਗਿਆ ਸੀ ਕਿ ਮੈਂ ਜਾ ਨਹੀਂ ਪਾਈ। ਫਿਰ ਰਾਣਾ ਭਾਜੀ ਦਾ ਫਿਰ ਫੋਨ ਆਇਆ, ਕਹਿੰਦੇ ਰਾਜੇ ਤੂੰ ਸੋਚ ਲਾ। ਫਿਰ ਕਹਿੰਦੇ ਰਾਜੇ ਨਹੀਂ, ਤੂੰ ਜਿੱਦਾਂ ਸੰਘਰਸ਼ ਕਰ ਰਹੀ ਹੈ ਨਾ, ਤੇਰੇ ਲਈ ਡਿਗਰੀ ਵੀ ਜ਼ਰੂਰੀ ਹੈ, ਤੈਨੂੰ ਮੌਕੇ ਬਹੁਤ ਮਿਲਣਗੇ, ਹੈ ਨਾ। ਤਾਂ ਮੇਰਾ ਪਹਿਲਾ ਚਾਂਸ ਉਹ ਸੀਗਾ ਕੁੜੀ ਪੰਜਾਬ ਦੀ ਲਈ, ਜਦੋਂ ਮੈਨੂੰ ਫੋਨ ਆਇਆ ਸੀਗਾ, ਹੈ ਨਾ। ਤਾਂ ਉਹ ਮੇਰੇ ਲਈ ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਅੱਗੇ ਚੱਲਦਿਆਂ ਮੈਂ ਕਈ ਪੜਾਅ ਤੈਅ ਕੀਤੇ, ਹੈ ਨਾ। ਉਦੋਂ ਇਮੈਜਨ TV ਦੇ ਉੱਤੇ ਬਾਬਾ ਐਸੋ ਬਰ ਢੂੰਡੋ ਸੀਰੀਅਲ ਆਉਂਦਾ ਹੁੰਦਾ ਸੀ, ਉਹਦੇ 'ਚ ਮੇਰੀ ਸਿਲੈਕਸ਼ਨ ਹੋ ਗਈ, ਹੈ ਨਾ। ਚੰਡੀਗੜ੍ਹ ਆਡੀਸ਼ਨ ਹੋਏ, ਪਟਿਆਲਾ ਤੋਂ ਮੈਂ ਆਡੀਸ਼ਨ ਦੇਣ ਆਈ। ਉਹ ਜਿਹੜੇ ਉਹਨਾਂ ਦੇ ਹਸਬੈਂਡ ਮੁਰਲੀ ਦਾ ਰੋਲ ਕਰਦੇ ਹੁੰਦੇ ਆ, ਸੌਰੀ ਮੈਨੂੰ ਐਕਟਰ ਦਾ ਨਾਮ ਨਹੀਂ ਯਾਦ ਆ ਰਿਹਾ। ਤਾਂ ਉਹਨਾਂ ਦੇ ਨਾਲ ਮੇਰਾ ਸੀਨ ਸੀਗਾ, ਕੰਪਲੀਟ ਹੋ ਗਿਆ ਸੀ, ਉਧਰ ਵੀ ਡਨ ਹੋ ਗਿਆ ਸੀ, ਬਟ ਮੈਂ ਸਾਈਨ ਨਹੀਂ ਸੀ ਕੀਤੇ। ਉਹਨਾਂ ਦੇ ਕੋਈ ਪ੍ਰੋਸੈਸ ਹੋਣਾ ਅੱਗੇ, ਕਿਉਂਕਿ ਮੈਨੂੰ ਇੰਨੀ ਸਮਝ ਵੀ ਨਹੀਂ ਸੀਗੀ, ਹੈ ਨਾ। ਮੇਰੇ ਇੱਕ ਸੀਨੀਅਰ ਦੀਦੀ ਸੀਗੇ, ਉਹ ਮੈਨੂੰ ਸਮਝਾਉਂਦੇ ਰਹਿੰਦੇ ਸੀ ਕਿ ਇੱਦਾਂ ਕੰਮ ਕਰਨਾ, ਹੈ ਨਾ। ਤਾਂ ਉਸ ਤੋਂ ਬਾਅਦ ਮੈਨੂੰ ਕਈ ਸੀਰੀਅਲ ਦੇ ਵਿੱਚ ਬ੍ਰੇਕ ਮਿਲੀ, ਬਟ ਮੈਂ ਸਟੱਡੀ ਕਰਕੇ ਨਹੀਂ ਜਾ ਪਾਈ। ਫਿਰ ਜਿਹੜੇ ਪਟਿਆਲਾ ਦੇ ਚੰਡੀਗੜ੍ਹ ਦੇ ਪ੍ਰੋਫੈਸ਼ਨਲ ਜਿਹੜੇ ਥੀਏਟਰ ਗਰੁੱਪ ਸੀਗੇ ਉਹਨਾਂ ਨਾਲ ਜੁੜੀ, ਮੈਨੂੰ ਇਹਨਾਂ ਨੇ ਕੰਮ ਦੇਣਾ ਸ਼ੁਰੂ ਕੀਤਾ, ਹੈ ਨਾ। ਫਿਰ ਸਾਡੇ ਜਿਹੜਾ ਯੂਨੀਵਰਸਿਟੀ ਵਿੱਚ ਕੈਂਪਸ ਡਿਪਾਰਟਮੈਂਟ ਆ, ਹੈ ਨਾ, ਤਾਂ ਉਹਨਾਂ ਨੇ ਸ਼ਾਰਟ ਫਿਲਮਾਂ ਕਰਨੀਆਂ ਸ਼ੁਰੂ ਕੀਤੀਆਂ। ਉਹਨਾਂ ਨੇ ਮਤਲਬ ਮੈਨੂੰ ਨਿੱਕੀਆਂ ਫਿਲਮਾਂ ਦੇ ਵਿੱਚ ਕੰਮ ਕਰਨ ਲਈ ਲਾ ਲੈਣਾ, ਪ੍ਰੀ ਪ੍ਰੋਡਕਸ਼ਨ 'ਚ ਵੀ ਬਿਠਾਉਣਾ। ਨਾਲ ਮੈਂ ਸਿੱਖਦੀ ਵੀ ਗਈ, ਮੈਂ ਕੰਮ ਵੀ ਕਰਦੀ ਗਈ, ਹੈ ਨਾ। ਜਿਵੇਂ ਤੁਸੀਂ ਗੱਲ ਕੀਤੀ, ਮੈਂ ਲਗਾਤਾਰ ਸੰਘਰਸ਼ ਕੀਤਾ, ਕਿਉਂਕਿ ਮੈਨੂੰ ਉਹ ਭਾਈ ਵੀਰ ਸਿੰਘ ਦੀ ਇੱਕ ਰਚਨਾ ਉਹਦੇ 'ਚ ਹੈਗੀ ਆ, ਮੇਰੀ ਛਿਪੇ ਰਹਿਣ ਦੀ ਚਾਹ, ਛਿਪੇ ਟੁਰ ਜਾਣ ਦੀ ਪੂਰੀ ਹੁੰਦੀ ਨਾ, ਮੈਂ ਤਰਲੇ ਲੈ ਰਿਹਾ, ਹੈ ਨਾ। ਮੈਂ ਛਿਪੀ ਰਹੀ, ਹੈ ਨਾ, ਮਤਲਬ ਸੰਘਰਸ਼ ਕਰਦੀ ਰਹੀ। ਸੁਪਨੇ ਮੇਰੇ ਵੱਡੇ ਹੁੰਦੇ ਗਏ, ਮੈਂ ਕਦਮ ਪੱਟਿਆ ਵੀ, ਮੈਨੂੰ ਲੱਗਦਾ ਸੀ ਜੇ ਮੈਂ ਕਦਮ ਪੁੱਟਿਆ ਤਾਂ ਮੈਂ ਉੱਥੇ ਹੀ ਰੱਖ ਲਿਆ, ਹੈ ਨਾ। ਲਗਾਤਾਰ ਸੰਘਰਸ਼ਾਂ ਦੇ ਦੌਰ 'ਚੋਂ ਨਿਕਲਦੀ ਰਹੀ। ਮੈਨੂੰ ਚੰਗੀਆਂ ਫਿਲਮਾਂ ਵੀ ਮਿਲੀਆਂ, ਪਰ ਜਿੱਥੇ ਤੁਸੀਂ ਗੱਲ ਕੀਤੀ ਹੈ ਕਿ ਫੀਮੇਲਸ ਦਾ, ਹੈ ਨਾ, ਬੜਾ ਇਸ਼ੂ ਹੁੰਦਾ, ਮੈਂ ਕਦੇ ਸਾਨੂੰ ਸਟੱਡੀ 'ਚ ਇਹ ਸਮਝਾਇਆ ਜਾਂਦਾ ਸੀ ਵੀ ਜਿਹੜਾ ਐਕਟਰ ਹੁੰਦਾ ਉਹ ਐਕਟਰ ਹੁੰਦਾ, ਉਹ ਕੁੜੀ ਮੁੰਡਾ ਨਹੀਂ ਹੁੰਦੇ। ਮੈਂ ਪਹਿਲਾਂ ਮੁੰਡਿਆਂ ਦੇ ਕਿਰਦਾਰ ਕਰਦੀ ਰਹੀ, ਬਹੁਤ ਕੰਮ ਕੀਤਾ ਮੈਂ ਮੁੰਡਿਆਂ ਦੇ ਕਿਰਦਾਰਾਂ 'ਚ। ਉਸ ਤੋਂ ਬਾਅਦ ਮੈਂ ਕੁੜੀਆਂ ਦੇ ਕਿਰਦਾਰ ਕੀਤੇ, ਹੌਲੀ ਹੌਲੀ ਉਹ ਚੀਜ਼ਾਂ ਆਈਆਂ। ਦੇਖੋ ਐਕਟਰ ਨੂੰ ਕੋਈ ਵੀ ਭੂਮਿਕਾ ਅਦਾ ਕਰਨੀ ਪੈ ਸਕਦੀ ਹੈ, ਹੈ ਨਾ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ। ਐਕਟਰ ਕਿਸੇ ਵੀ ਤਰ੍ਹਾਂ ਦਾ ਕੰਮ ਕਰ ਸਕਦਾ, ਜੇ ਉਹਨੂੰ ਰੋਲ ਇੰਨੇ ਹੋ ਸਕਦੇ ਆ ਤਾਂ ਉਹਦੇ ਲਈ ਹੋਰ ਚੁਣੌਤੀਆਂ ਵੀ ਹੋ ਸਕਦੀਆਂ ਨੇ, ਹੈ ਨਾ। ਤਾਂ ਮੈਂ ਲਗਾਤਾਰ ਮਤਲਬ ਕੰਮ ਕਰਦੀ ਰਹੀ। ਮੈਨੂੰ ਕਹਿੰਦੇ ਹੁੰਦੇ ਸੀਗੇ ਕਿ ਵੀਰੂ, ਪਤਾ ਨਹੀਂ ਉਹਨਾਂ ਟਾਈਮਾਂ ਦੇ ਵਿੱਚ ਜਦੋਂ ਥੀਏਟਰ 'ਚ ਮੈਂ ਐਡਮਿਸ਼ਨ ਲਈ ਸੀ, ਅਸੀਂ 7 ਕੁੜੀਆਂ ਨੇ ਐਡਮਿਸ਼ਨ ਲਈ ਸੀ, ਅਸੀਂ 2 ਕੁੜੀਆਂ ਰਹਿ ਗਈਆਂ ਸੀ, ਕਿਉਂਕਿ ਬਾਕੀਆਂ ਨੂੰ ਉਹਨਾਂ ਦੇ ਘਰਦਿਆਂ ਨੇ ਹਟਾ ਲਿਆ ਸੀ। ਮੈਨੂੰ ਲੱਗਦਾ ਸੀ ਸ਼ਾਇਦ ਮੇਰਾ ਨੰਬਰ ਵੀ ਆਜੂ, ਘਰ ਦੇ ਮੈਨੂੰ ਵੀ ਲੈ ਜਾਣਗੇ, ਪਰ ਬਹੁਤ ਵਧੀਆ ਸਭ ਦਾ ਮੈਨੂੰ ਨਾ ਸਾਥ ਰਿਹਾ ਤੇ ਮੈਂ ਉੱਥੇ ਤੱਕ ਪਹੁੰਚੀ। ਤੁਸੀਂ ਇਹ ਦੇਖੋ ਕਿ ਜਿਹੜਾ ਕੁੜੀਆਂ ਵਾਲਾ ਮਸਲਾ, ਹੈ ਨਾ, ਉਸ ਤੋਂ ਬਾਅਦ ਯੂਨੀਵਰਸਿਟੀ ਦੇ ਵਿੱਚ ਫਿਲਮ ਸ਼ੂਟ ਹੋਈ ਹੈ ਕਬੱਡੀ ਵੰਸ ਅਗੇਨ ਕਰਕੇ, ਕਬੱਡੀ ਇੱਕ ਮੁਹੱਬਤ ਸ਼ਾਇਦ, ਹੈ ਨਾ। ਉਹਨਾਂ ਟਾਈਮਾਂ 'ਚ ਅਸੀਂ ਜਿਹੜੀ ਸ਼ੂਟਿੰਗ ਦੇਖਦੇ ਹੁੰਦੇ ਸੀ, ਉਹ ਵੀ ਸਾਡੇ ਲਈ ਹਊਆ ਹੁੰਦੀ ਸੀ, ਅਸੀਂ ਇੱਦਾਂ ਛੁਪ ਕੇ ਦੇਖਣਾ, ਹੈ ਨਾ, ਵੀ ਹਾਂ। ਫਿਰ ਸਾਨੂੰ ਡਿਪਾਰਟਮੈਂਟ ਵਾਲਿਆਂ ਨੇ ਕਹਿਣਾ ਤੁਸੀਂ ਬਣਨਾ, ਤੁਸੀਂ ਆਪਣੀ ਪੜ੍ਹਾਈ 'ਤੇ ਕੰਸਨਟਰੇਟ ਕਰੋ, ਹੈ ਨਾ। ਤਾਂ ਸਾਨੂੰ ਮੌਕੇ ਮਿਲੇ ਸੀ, ਫਿਲਮਾਂ ਦੇਖੀਆਂ, ਕਈ ਮੌਕੇ ਕੰਮ ਕਰਨ ਦੇ ਵੀ ਮਿਲੇ। ਹੁਣ ਜਿਵੇਂ ਫੀਮੇਲਸ ਦੀ ਗੱਲ ਹੁੰਦੀ ਹੈ, ਸਾਡੇ ਜਿਹੜਾ ਅੱਜ ਦਾ ਦੌਰ ਆ, ਹੋ ਸਕਦਾ ਮੇਰੀ ਗੱਲ ਨਾਲ ਕੋਈ ਸਹਿਮਤੀ ਨਾ ਪ੍ਰਗਟਾਵੇ, ਅਸੀਂ ਪੁਰਾਣੇ ਆ, ਅਸੀਂ ਉਹ ਹਾਲਾਤ ਵੀ ਵੇਖੇ ਹੋਏ ਆ। ਅੱਜ ਟਿਕਟੌਕ ਦਾ ਜ਼ਮਾਨਾ, ਹੈ ਨਾ, ਅੱਜ ਬਹੁਤ ਸਾਰੀਆਂ ਸਹੂਲਤਾਂ ਨੇ, ਘਰੇ ਬੈਠੇ ਤੁਸੀਂ ਸਟਾਰ ਬਣ ਸਕਦੇ ਹੋ, ਕਿਉਂਕਿ ਅਸੀਂ ਦੇਖਦੇ ਹਾਂ, ਹੈ ਨਾ, ਬੱਚੇ ਤੋਂ ਲੈ ਕੇ ਹਰ ਵਰਗ ਦਾ ਬੰਦਾ ਸੋਸ਼ਲ ਮੀਡੀਆ ਤੇ ਜੁੜਿਆ ਹੋਇਆ, ਹੈ ਨਾ। ਉਹ ਆਪਣੇ ਆਪ ਨੂੰ ਪੋਲਿਸ਼ ਕਰਕੇ ਅੱਗੇ ਉਭਾਰਦੇ ਨੇ। ਹੁਣ ਕੀ ਹੈ ਕਿ ਅਸੀਂ ਉਹ ਐਕਟਰ ਨਹੀਂ ਬਣ ਸਕੇ,
ਅਸੀਂ ਰਿਐਲਿਟੀ 'ਚ ਜਿਉਂਦੇ ਰਹੇ। ਮੈਂ ਜਿੰਨੇ ਹੁਣ ਤੱਕ ਕਿਰਦਾਰ ਕੀਤੇ ਆ, ਕੁੜੀਆਂ ਦੀ ਕਮੀ ਹੋਣ ਕਰਕੇ ਮੈਂ ਜ਼ਿਆਦਾਤਰ ਲੀਡ ਰੋਲ ਕਰਦੀ ਸੀ ਜੀ। ਔਰ ਜਿੰਨੇ ਵੀ ਮੈਂ ਕਿਰਦਾਰ ਕੀਤੇ ਆ, ਮੈਂ ਮਾਣ ਨਾਲ ਕਹਿ ਸਕਦੀ ਹਾਂ ਕਿ ਉਹ ਇੱਕ ਦਸਤਾਵੇਜ਼ ਬਣ ਗਏ ਮੇਰੇ ਲਈ। ਜੇ ਹੁਣ ਮੈਂ ਕਦੇ ਡਿਪਾਰਟਮੈਂਟ ਜਾਂਦੀ ਹਾਂ, ਮੈਂ ਕਾਸਟਿਊਮ ਘੁੰਮਦੀ ਹਾਂ, ਕਾਸਟਿਊਮ ਡਿਪਾਰਟਮੈਂਟ ਘੁੰਮਦੀ ਹਾਂ, ਹਨਾ, ਤਾਂ ਮੈਂ ਵੇਖਦੀ ਹਾਂ ਕਿ ਜਿਹੜੇ ਮੇਰੇ ਉਹਨਾਂ ਸਮਿਆਂ 'ਚ ਕਾਸਟਿਊਮ ਬਣੇ ਸੀ, ਚਾਹੇ ਮੈਂ ਸ਼ੇਕਸਪੀਅਰ ਦਾ ਡਰਾਮਾ ਕੀਤਾ, ਚਾਹੇ ਮੈਂ ਬਲਵੰਤ ਗਾਰਗੀ ਦਾ ਨਾਟਕ ਕੀਤਾ, ਚਾਹੇ ਮੈਂ ਕੋਈ ਰਸ਼ੀਅਨ ਪਲੇ ਕੀਤਾ, ਤਾਂ ਮੇਰੀ ਡਰੈਸ ਉਹ ਲੱਗੀ ਹੋਈ ਆ, ਉਹਦੇ 'ਚ ਮੇਰਾ ਨਾਮ ਲੱਗਾ ਹੋਇਆ। ਇਹ ਮੇਰੇ ਲਈ ਮਾਣ ਦੀ ਗੱਲ ਆ ਕਿ ਉਹਨਾਂ ਸਮਿਆਂ ਦੇ ਵਿੱਚ ਕੁੜੀਆਂ ਨਹੀਂ ਸੀ ਹੁੰਦੀਆਂ, ਕੁਝ ਮੁੰਡੇ ਵੀ ਕੁੜੀਆਂ ਦੇ ਕਿਰਦਾਰ ਕਰਦੇ ਸੀਗੇ, ਪਰ ਮੈਨੂੰ ਲੱਗਦਾ ਸੀ ਕਿ ਜਿਹੜਾ ਮੇਰਾ ਪੈਰ ਆ ਸਹੀ ਜਗ੍ਹਾ ਤੇ ਟਿਕ ਗਿਆ ਤੇ ਹੁਣ ਮੈਂ ਇੱਥੋਂ ਉਡਾਨ ਭਰ ਸਕਦੀ ਹਾਂ। ਰਹੀ ਗੱਲ ਜਿਹੜੀ ਫੀਮੇਲ ਨੂੰ ਚੁਣੌਤੀਆਂ ਆਉਂਦੀਆਂ, ਅੱਜ ਕੱਲ੍ਹ ਕੀ ਹੁੰਦਾ, ਇੱਕ ਦੌੜ ਲੱਗੀ ਹੋਈ ਆ ਹੀਰੋਇਨ ਬਣਨ ਦੀ। ਇਹ ਬਿਲਕੁਲ ਕਲੀਅਰ ਹੈ। ਮੈਂ ਖੁਦ ਕਲਾਕਾਰ ਆ, ਮੈਂ ਅਭਿਨੇਤਰੀ ਆ, ਅਭਿਨੇਤਾ ਮੈਂ, ਹਨਾ, ਪਰ ਮੈਂ ਹਮੇਸ਼ਾ ਆਪਣੀ ਲੁੱਕ ਤੇ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਹੈ। ਘੱਟ ਤੋਂ ਘੱਟ ਮੈਂ 10-15 ਲੁੱਕਸ ਅਲੱਗ-ਅਲੱਗ ਆਪਣੀਆਂ ਰੱਖਦੀ ਹੁੰਦੀ ਹਾਂ ਕਿ ਮੈਂ ਇਦਾਂ ਦੀ ਲੱਗਾ, ਮੈਂ ਇਦਾਂ ਦੀ ਲੱਗਾ, ਕਿਉਂਕਿ ਕਲਾਕਾਰ ਨੂੰ ਰੂਪ ਵਟਾਉਣੇ ਆਉਣੇ ਚਾਹੀਦੇ ਆ ਔਰ ਉਹਨੂੰ ਰੂਪ ਵਟਾਉਣ ਦੇ ਨਾਲ-ਨਾਲ ਨਿਭਾਉਣਾ ਵੀ ਆਉਣਾ ਚਾਹੀਦਾ। ਬਿਲਕੁਲ। ਬਹੁਤ ਸਾਰੇ ਲੋਕ ਮੈਨੂੰ ਮੇਰੀ ਲੁੱਕ ਨੂੰ ਦੇਖ ਕੇ ਕਹਿਣਗੇ ਬੰਗਾਲੀ ਆ, ਇਹ ਲੱਗਦੀ ਨਹੀਂ, ਇਹ ਮਰਾਠਣ ਲੱਗਦੀ ਹੈ। ਮੈਨੂੰ ਅੱਛਾ ਲੱਗਦਾ ਕਿ ਮੇਰੀ ਕੋਈ ਦਿੱਖ ਤਾਂ ਹੈ ਜਿਹੜੀ ਲੋਕਾਂ ਨੂੰ ਪਸੰਦ ਆਉਂਦੀ ਹੈ, ਮਤਲਬ ਕਿ ਮੈਂ ਇੱਕ ਕਲਾਕਾਰ ਹੈਗੀ ਆ, ਹਨਾ। ਤੇ ਅੱਜ ਦਾ ਜਿਹੜਾ ਸਮਾਂ ਜਦੋਂ ਮੈਨੂੰ ਆਉਂਦਾ, ਮੈਨੂੰ ਕਹਿਣਗੇ, ਮੈਂ ਆਪਣੀ ਉਮਰ ਤੋਂ ਜ਼ਿਆਦਾ ਉਮਰ ਦੇ ਰੋਲ ਵੀ ਨਿਭਾਏ ਨੇ, ਘੱਟ ਉਮਰ ਦੇ ਵੀ ਨਿਭਾਏ ਆ, ਇਸ ਉਮਰ ਦੇ ਰੋਲ ਵੀ ਨਿਭਾਏ ਆ। ਮੈਨੂੰ ਇਹ ਨਹੀਂ ਹੁੰਦਾ ਕਿ ਮੈਂ ਹੀਰੋਇਨ ਬਣਨਾ, ਨਹੀਂ ਮੈਂ ਲੀਡ ਤੇ ਆਉਣਾ, ਮੈਨੂੰ ਬਿਲਕੁਲ ਨਹੀਂ ਹੁੰਦਾ, ਕਿਉਂਕਿ ਮੇਰੀ ਸਟੱਡੀ ਨੇ ਮੈਨੂੰ ਇੰਨੀ ਗਹਿਰਾਈ ਨਾਲ ਸਿਖਾਇਆ ਹੋਇਆ। ਕਲਾਕਾਰ ਲਈ ਇੱਕ ਖਾਲੀ ਐਂਟਰੀ ਵੀ ਬਹੁਤ ਮਾਇਨੇ ਰੱਖਦੀ ਹੁੰਦੀ ਹੈ। ਆਪਾਂ ਕਹਿ ਦਿੰਦੇ ਹਾਂ ਨਾ ਵੀ ਉਹ ਬੰਦੇ ਦਾ ਰੋਲ ਥੋੜਾ ਸੀਗਾ ਪਰ ਉਹ ਛਾ ਗਿਆ, ਉਹਦਾ ਪਤਾ ਲੱਗ ਰਿਹਾ ਸੀਗਾ। ਹੁਣ ਇਹ ਸੀਗਾ ਕਿ ਮੈਂ ਕਦੇ ਕਿਸੇ ਨੂੰ ਡਿਮਾਂਡ ਨਹੀਂ ਸੀ ਰੱਖੀ, ਨਹੀਂ ਮੈਂ ਤਾਂ ਹੀਰੋ ਨਹੀਂ ਬਣਨਾ। ਮੈਂ ਕਹਿੰਦੀ ਸੀ ਮੈਨੂੰ ਰੋਲ ਖੇਡਣ ਵਾਲਾ ਹੋਣਾ ਚਾਹੀਦਾ, ਉਹ 'ਚ ਐਕਸਪ੍ਰੈਸ਼ਨ ਹੋਣਾ ਚਾਹੀਦਾ। ਅਸਲ 'ਚ ਐਕਟਰ ਦੇ ਜਿਹੜੇ ਟੂਲਸ ਹੁੰਦੇ ਆ, ਹਨਾ, ਵੌਇਸ ਹੁੰਦੀ ਆ, ਉਹਦੀ ਸਪੀਚ ਹੁੰਦੀ ਆ, ਉਹਦਾ ਐਕਸਪ੍ਰੈਸ਼ਨ ਹੁੰਦਾ, ਇਹ ਉਹਦੇ ਟੂਲਸ ਹੁੰਦੇ ਆ ਕਿ ਉਹ ਲੋਕਾਂ ਦੇ ਸਾਹਮਣੇ ਲਿਆ ਜਾ ਸਕਦਾ। ਫਿਰ ਇਹ ਦੇਖੋ, ਸੱਜ ਸਵਰ ਕੇ ਮੇਕਅਪ ਕਰਕੇ ਕਿਤੇ ਵੀ ਨਖਰੇ ਹੋ ਸਕਦੇ ਆ। ਇੱਕ ਕਲਾ ਦੇ ਵਹਿਣ 'ਚ ਬਹਿਣਾ, ਹਨਾ, ਕਿਸੇ ਚੀਜ਼ ਨੂੰ ਅਭਿਨੀਤ ਕਰਨਾ, ਨਿਭਾਉਣਾ, ਇਹ ਬਹੁਤ ਮੁਸ਼ਕਿਲ ਹੈ। ਮੈਨੂੰ ਹੁਣ ਜਦੋਂ ਵੀ ਗੱਲ ਕੀਤੀ ਜਾਂਦੀ ਹੈ, ਮੈਨੂੰ ਕਹਿਣਗੇ ਇਸ ਕੁੜੀ ਦਾ ਐਕਸਪ੍ਰੈਸ਼ਨ ਬਹੁਤ ਅੱਛਾ। ਮੈਨੂੰ ਆਪਣੇ ਆਪ ਤੇ ਹਾਸਾ ਵੀ ਆਉਂਦਾ ਹੁੰਦਾ ਵੀ ਯਾਰ ਹਜੇ ਤੱਕ 18 ਸਾਲ 'ਚ ਕਿਸੇ ਨੂੰ ਐਕਸਪ੍ਰੈਸ਼ਨ ਹੀ ਨਹੀਂ ਸੀ ਦਿਖਿਆ ਮੇਰਾ। ਮੈਨੂੰ ਕਦੇ ਕਦੇ ਗਿਲਾ ਹੁੰਦਾ। ਇਹਦੇ 'ਚ ਥੋੜੀ ਜਿਹੀ ਮੇਰੀ ਵੀ ਆਪਣੀ, ਮੈਂ ਕਹਿੰਦੀ ਹਾਂ, ਮੈਂ ਕਮੀ ਸਮਝਦੀ ਹਾਂ ਕਿ ਮੈਂ ਉਸ ਹਿਸਾਬ ਨਾਲ ਹਾਈਲਾਈਟ ਨਹੀਂ ਹੋਈ। ਮੇਰਾ ਜ਼ਿਆਦਾ ਰੁਝਾਨ ਲਿਖਣ ਵੱਲ ਹੁੰਦਾ। ਲਗਾਤਾਰ ਕਈ ਮੈਂ ਨਾਟਕ ਕੀਤੇ। ਮੇਰੀ ਇੱਛਾ ਹੁੰਦੀ ਸੀ ਕਿ ਜਿਹੜਾ ਨੈਸ਼ਨਲ ਸਕੂਲ ਆਫ ਡਰਾਮਾ, ਜਿੱਥੇ ਬੰਬੇ ਦੇ ਸਾਰੀ ਇੰਡਸਟਰੀ ਕੰਮ ਕਰਕੇ ਉੱਥੋਂ ਦੇ ਸਟੂਡੈਂਟ ਹੋ ਕੇ ਨਿਕਲ ਚੁੱਕੇ ਨੇ, ਮੇਰਾ ਮਨ ਹੁੰਦਾ ਸੀਗਾ ਕਿ ਮੈਂ ਉਸ ਜਿਹੜੀ ਸਟੇਜ ਆ, ਮੈਂ ਉਹ 'ਤੇ ਬਤੌਰ ਅਭਿਨੇਤਾ ਕੰਮ ਕਰਨਾ ਔਰ ਮੇਰੇ ਕੋਲ ਇੱਦਾਂ ਦਾ ਰੋਲ ਹੋਣਾ ਚਾਹੀਦਾ ਕਿ ਲੋਕ ਕਹਿਣ ਯਾਰ ਵਾਕਈ ਇਹ ਕੁੜੀ ਇਸ ਰੋਲ ਲਈ ਹੀ ਬਣੀ ਸੀਗੀ। ਮੈਂ ਜ਼ਿੰਦਗੀ ਦੇ ਵਿੱਚ ਹੁਣ ਤੱਕ ਕੋਈ ਨੈਗੇਟਿਵ ਕਿਰਦਾਰ ਨਹੀਂ ਕੀਤਾ। ਇੱਥੋਂ ਚੰਡੀਗੜ੍ਹ ਤੋਂ ਡਾਕਟਰ ਰਾਣੀ ਬਲਵੀਰ ਮੈਡਮ ਨੇ, ਬਹੁਤ ਅੱਛੇ ਨਿਰਦੇਸ਼ਕ ਨੇ, ਚੰਗਾ ਕੰਮ ਕਰ ਰਹੇ ਨੇ ਥੀਏਟਰ ਲਈ। ਉਹਨਾਂ ਨੇ ਮੈਨੂੰ ਪਟਿਆਲੇ ਤੋਂ ਸਪੈਸ਼ਲ ਬੁਲਾਇਆ। ਬਲਵੰਤ ਗਾਰਗੀ ਦਾ ਨਾਟਕ ਹੈ ਕਣਕ ਦੀ ਬੱਲੀ, ਉਹਦੇ 'ਚ ਤਾਬਾਂ ਦਾ ਕਰੈਕਟਰ ਹੈ। ਪਿੰਡਾਂ ਦੇ ਵਿੱਚ ਜਿਹੜੀਆਂ ਉਹ ਮਤਲਬ ਚਲਾਕ ਜਨਾਨੀਆਂ ਹੁੰਦੀਆਂ ਨੇ, ਹਨਾ, ਪਿੰਡਾਂ ਦੇ ਵਿੱਚ ਹੇਰਾ ਫੇਰੀ, ਜਗੀਰਾਂ ਤੇ ਆਉਣ ਜਾਣ ਕਰਨਾ, ਕੁੜੀਆਂ ਨੂੰ ਵੇਚ ਦੇਣਾ, ਉਹ ਜਿਹੜਾ ਉਹ ਰੋਲ ਸੀਗਾ ਨਾ, ਜਦੋਂ ਮੈਨੂੰ ਦੱਸਿਆ ਗਿਆ ਸੀਗਾ, ਮੇਰੇ ਲਈ ਇਹ ਬਹੁਤ ਵੱਡੀ ਗੱਲ ਸੀਗੀ ਕਿ ਮੈਂ ਨੈਗੇਟਿਵ ਰੋਲ ਕਰਨਾ। ਮੈਨੂੰ ਜਦੋਂ ਵੀ ਮੈਂ ਕਿਸੇ ਨੂੰ ਕਹਿਣਾ ਕਿ ਸਰ ਮੈਨੂੰ ਥੋੜਾ ਜਿਹਾ ਤਿੱਖਾ ਜਿਹਾ ਰੋਲ ਚਾਹੀਦਾ, ਮੈਂ ਇਦਾਂ ਨਹੀਂ ਤੂੰ ਇਦਾਂ ਹੀ ਲੱਗਦੀ ਹੈ, ਤੂੰ ਇਦਾਂ ਠੀਕ ਹੈ, ਮੈਂ ਸਿੱਖ ਕੇ ਨਿਭਾਉਂਦੀ ਰਹੀ। ਪਰ ਜਿਹੜਾ ਇਹ ਰੋਲ ਸੀਗਾ, ਇਹ ਇਦਾਂ ਦਾ ਰੋਲ ਸੀਗਾ ਕਿ ਉਹ ਪਿੰਡ ਦੀ ਔਰਤ ਸੀ, ਉਹਦਾ ਕੱਪੜੇ ਫਟੇ ਹੋਏ ਸੀ। ਇਹਦੇ 'ਚ ਕੀ ਹੋਇਆ ਕਿ ਮੈਨੂੰ ਸਟਾਈਲ ਦਿੱਤਾ ਗਿਆ। ਯਥਾਰਥਤਾ ਤੁਹਾਡੇ ਸਾਹਮਣੇ ਹੈ ਹੀ, ਤੁਸੀਂ ਉਹਦੀ ਹੱਦ ਟੱਪ ਕੇ ਅੱਗੇ ਕੀ ਕਰਦੇ ਹੋ, ਹਨਾ। ਤਾਂ ਉਹਦੇ 'ਚ ਮੇਰਾ 20 ਮੀਟਰ ਦਾ ਘੱਗਰਾ ਹੋਣਾ, ਇਸ ਨਾਟਕ ਦੇ ਵਿੱਚ ਵੀ ਤਜਿੰਦਰ ਕੌਰ ਨੇ ਕਾਸਟਿਊਮ ਡਿਜ਼ਾਈਨ ਕੀਤੇ, ਹਨਾ। ਮੈਨੂੰ ਜਿਹੜੀ ਲੁੱਕ ਸੀ ਬਹੁਤ ਖਤਰਨਾਕ ਤਰੀਕੇ ਦੀ ਦਿੱਤੀ ਗਈ ਸੀ, ਬਾਲ ਕਰਲ ਕੀਤੇ ਹੋਏ ਆ, ਹਨਾ, ਐਕਸਪ੍ਰੈਸ਼ਨ ਇੰਨਾ ਖਤਰਨਾਕ ਤਰੀਕੇ ਦਾ। ਮਤਲਬ ਮੈਨੂੰ ਰੋਲ ਕਰਨ ਤੋਂ ਬਾਅਦ ਖੁਦ ਇੱਕ ਹੁੰਦਾ ਨਾ, ਕਹਿੰਦੇ ਕਲਾਕਾਰ ਦੀਆਂ ਜਿਹੜੀਆਂ ਗੱਲਾਂ ਨੇ ਉਹ ਕੰਬਣ ਲੱਗ ਜਾਂਦੀਆਂ ਨੇ, ਹਨਾ, ਇੱਕ ਰੂਹ ਤੁਹਾਡੇ ਅੰਦਰ ਚਲੀ ਜਾਂਦੀ ਆ। ਜਦੋਂ ਮੈਂ ਐਗਜ਼ਿਟ ਲੈਂਦੀ ਸੀ ਸਟੇਜ ਤੋਂ ਤਾਂ ਮੇਰੀ ਅੱਖਾਂ ਭਰ ਆਉਂਦੀਆਂ ਸੀ, ਪਰ ਮੇਰੇ ਨਾਲ ਇੱਕ એનર્ਜੀ ਅੰਦਰ ਪ੍ਰਵੇਸ਼ ਕਰ ਜਾਂਦੀ ਸੀ ਕਿ ਮੈਂ ਨਹੀਂ, ਹੁਣ ਅਗਲਾ ਸੀਨ ਮੈਂ ਹੋਰ ਵੱਟ ਕੱਢਣੇ ਆ, ਹਨਾ। ਜਿਹੜਾ ਉਹ ਮੇਰਾ ਰੋਲ ਸੀਗਾ ਉਹ ਇਸ ਕਦਰ ਪਸੰਦ ਆਇਆ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਅਸੀਂ ਚੰਡੀਗੜ੍ਹ ਇੰਡੀਅਨ ਥੀਏਟਰ ਦੇ ਵਿੱਚ ਜਦੋਂ ਓਪਨ ਸਟੇਜ ਦੇ ਵਿੱਚ ਕੰਮ ਕਰ ਰਹੇ ਸੀਗੇ ਨਾ, ਇੱਕ ਤਾਂ ਘੱਗਰਾ ਭਾਰੀ, ਇੱਕ ਮੇਰੇ ਕੋਲ ਮੇਰਾ ਸਮਾਨ ਚੁੱਕਣ ਰੱਖਣ ਵਾਲਾ ਬੜਾ, ਮੈਨੂੰ ਸਟੇਜ ਦੇ ਉੱਪਰ ਦੀ ਘੁੰਮ ਕੇ ਆਉਣਾ ਪੈ ਰਿਹਾ ਸੀਗਾ। ਇਹ ਗੱਲ ਮੈਂ ਇੱਥੇ ਤਾਂ ਜ਼ਿਕਰ ਕਰ ਰਹੀ ਹਾਂ ਕਿ ਇੱਕ ਅਭਿਨੇਤਾ ਹੁੰਦਾ, ਉਹਨੂੰ ਜਾਨ ਵੀ ਤਲੀ ਤੇ ਰੱਖਣੀ ਪੈਂਦੀ ਆ। ਤਾਂ ਮੇਰੀ ਜਿਹੜੀ ਐਂਟਰੀ ਸੀਗੀ ਉਹ ਇਹ ਸੀਗੀ ਵੀ ਮੈਂ ਸਟੇਜ ਦੇ ਉੱਪਰ ਦੀ ਘੁੰਮ ਕੇ ਪਿਛਲੀ ਸਾਈਡ ਆਡੀਅנס ਦੇ ਵਿੱਚ ਦੀ ਹੋ ਕੇ ਦੁਬਾਰਾ ਐਂਟਰੀ ਲੈਣੀ ਸੀਗੀ। ਪਿੱਛੇ ਘਾਹ ਫੂਸ ਬਹੁਤ ਸੀਗਾ, ਬਹੁਤ ਕੁਛ ਸੀਗਾ। ਇਹ ਮੌਸਮ ਚੱਲ ਰਿਹਾ ਸੀ ਜਦੋਂ ਸੱਪ ਨਿਕਲਦੇ ਆ। ਮੈਨੂੰ ਚੰਗੀ ਤਰ੍ਹਾਂ ਯਾਦ ਆ, ਇਹ ਬਹੁਤ ਘੱਟ ਲੋਕਾਂ ਨੂੰ ਪਤਾ ਜਿਨ੍ਹਾਂ ਨਾਲ ਮੈਂ ਜ਼ਿਕਰ ਕੀਤਾ ਸੀ ਇਸ ਗੱਲ ਦਾ, ਕਿ ਜਦੋਂ ਮੈਂ ਭੱਜੀ ਮੇਰਾ ਘੱਗਰਾ ਬਹੁਤ ਵੱਡਾ ਸੀ, ਮੇਰੇ ਪਿੱਛੇ ਸੱਪ ਆ ਰਿਹਾ ਸੀਗਾ, ਦੇਖੋ, ਹਨਾ। ਪਰ ਮੈਨੂੰ ਇਹ ਯਾਦ ਸੀ ਵੀ ਕਿਤੇ ਸਟੇਜ ਖਾਲੀ ਨਾ ਹੋ ਜੇ, ਮੇਰੀ ਐਂਟਰੀ ਆ। ਮੈਂ
ਬਹੁਤ ਜ਼ੋਰ ਦੀ ਭੱਜੀ, ਮੈਂ ਰਸਤੇ 'ਚ ਡਿੱਗੀ ਵੀ, ਮੇਰੇ ਸੱਟ ਵੀ ਲੱਗ ਗਈ, ਪਰ ਜਿਵੇਂ ਵੀ ਮੈਂ ਸੀਗੀ, ਮੈਂ ਸਟੇਜ ਤੇ ਪਹੁੰਚ ਕੇ ਜਿਹੜੀ ਉਹ ਆਪਣੀ ਭੂਮਿਕਾ ਨਿਭਾਈ, ਤਾਂ ਉੱਥੋਂ ਮੈਨੂੰ ਮੈਂ ਹੋਰ ਵੀ ਪਰਪੱਕ ਹੋ ਗਈ ਕਿ ਕਲਾਕਾਰ ਕੋਈ ਆਮ ਬੰਦਾ ਨਹੀਂ ਹੁੰਦਾ, ਅਭਿਨੇਤਾ ਕੋਈ ਆਮ ਬੰਦਾ ਨਹੀਂ ਹੁੰਦਾ। ਫਿਰ ਜਿਹੜਾ ਇਹ ਰੋਲ ਸੀਗਾ, ਇਹਦੀ ਕਵਰੇਜ ਬਹੁਤ ਹੋਈ, ਮੈਨੂੰ ਸਾਰਿਆਂ ਨੇ ਐਪਰੀਸ਼ੀਏਟ ਕੀਤਾ, ਮੈਂ ਪੂਰੀ ਜਾਨ ਲਾਤੀ। ਬੇਗਮ ਜਾਨ ਮੂਵੀ ਉਦੋਂ ਆਈ ਸੀਗੀ, ਜਿਹੜੀ ਮੇਰੀ ਲੁੱਕ ਸੀ ਉਹ ਥੋੜੀ ਵਿਦਿਆ ਬਾਲਨ ਨਾਲ ਮੈਚ ਕਰਦੀ ਸੀਗੀ, ਹੈ ਨਾ। ਤਾਂ ਫਿਰ ਕੀ ਹੋਇਆ ਕਿ ਉਸ ਤੋਂ ਬਾਅਦ ਇਹੀ ਨਾਟਕ ਨੈਸ਼ਨਲ ਸਕੂਲ ਆਫ ਡਰਾਮਾ ਦੇ ਵਿੱਚ ਇੱਕ ਨੈਸ਼ਨਲ ਫੈਸਟੀਵਲ ਹੁੰਦਾ, ਜਿੱਥੇ ਬੰਬੇ ਤੋਂ ਵੀ ਟੀਮਸ ਆਉਂਦੀਆਂ ਨੇ, ਹੈ ਨਾ। ਤਾਂ ਉੱਥੇ ਇਹ ਮੈਂ ਨਾਟਕ ਕੀਤਾ, ਉਹਦੇ 'ਚ ਜਦੋਂ ਮੈਂ ਇਹ ਕਿਰਦਾਰ ਨਿਭਾਇਆ ਤਾਂ ਮੈਨੂੰ ਚੰਗੀ ਤਰ੍ਹਾਂ ਯਾਦ ਆ, ਜਿੰਨੇ ਨੈਸ਼ਨਲ ਸਕੂਲ ਆਫ ਡਰਾਮਾ ਦੇ ਪੁਰਾਣੇ ਵਿਦਿਆਰਥੀ ਸੀਗੇ, ਬੰਬੇ ਜਾ ਚੁੱਕੇ ਨੇ, ਹੈ ਨਾ, ਉਹ ਮੁੱਖ ਮਹਿਮਾਨ ਦੇ ਤੌਰ ਤੇ ਆਏ ਸੀ। ਤਾਂ ਉਹਨਾਂ ਨੇ ਮਤਲਬ ਖੜੇ ਹੋ ਕੇ ਮੇਰੇ ਇਸ ਰੋਲ ਨੂੰ ਪ੍ਰਵਾਨ ਕੀਤਾ, ਹੈ ਨਾ, ਸਤਿਕਾਰਿਆ। ਤਾਂ ਸੱਚੀ ਦੱਸਾਂ ਕਿ ਮੈਨੂੰ ਧਰਤੀ ਤੇ ਵੀ ਕੁਝ ਨਹੀਂ ਸੀ ਦਿਖ ਰਿਹਾ, ਵੀ ਮੇਰੇ ਅੱਖਾਂ 'ਚੋਂ ਹੰਝੂ ਚੱਲ ਰਹੇ ਸੀਗੇ ਕਿ ਮੇਰੀ ਜਿਹੜੀ ਇਹ ਮਿਹਨਤ ਆ ਉਹ ਸਫਲ ਹੋ ਗਈ, ਹੈ ਨਾ। ਤਾਂ ਉਹ ਜਿਹੜਾ ਮੈਂ ਕਿਰਦਾਰ ਕੀਤਾ, ਉਹ ਮੇਰੀ ਜ਼ਿੰਦਗੀ ਦਾ ਅਹਿਮ ਕਿਰਦਾਰ ਰਿਹਾ। ਉਸ ਤੋਂ ਬਾਅਦ ਮੈਨੂੰ ਲੋਕਾਂ ਨੇ ਫੇਰ ਕੰਮ ਲਈ ਬੁਲਾਉਣਾ ਸ਼ੁਰੂ ਕੀਤਾ, ਫਿਰ ਫਿਲਮਾਂ ਦਾ ਦੌਰ ਸ਼ੁਰੂ ਹੋਇਆ, ਹੈ ਨਾ। ਮਸਲਾ ਇਹ ਰਿਹਾ ਕਿ ਜੋ ਮੈਨੂੰ ਚਾਹੀਦਾ ਹੁੰਦਾ ਸੀ ਕਿ ਮੈਂ ਇਸ ਰੋਲ ਨੂੰ ਨਿਭਾ ਸਕਦੀ ਹਾਂ, ਮੈਨੂੰ ਇਹ ਨਹੀਂ ਸੀ ਹੁੰਦਾ ਕਿ ਮੈਨੂੰ ਹੀਰੋਇਨ ਦਾ ਰੋਲ ਚਾਹੀਦਾ ਜਾਂ ਮੈਨੂੰ ਇਦਾਂ ਦੀ ਕੁੜੀ ਦਾ ਰੋਲ ਚਾਹੀਦਾ। ਮੈਨੂੰ ਕੋਈ ਇਹ ਵੀ ਕਹਿੰਦਾ ਕਿ ਤੂੰ ਥੋੜਾ ਆਪਣੀ ਇਸ ਤੋਂ ਜ਼ਿਆਦਾ ਕਰਨਾ, ਤਾਂ ਮੈਂ ਤਿਆਰ ਹੁੰਦੀ ਸੀ। ਮੈਨੂੰ ਹੁੰਦਾ ਸੀ ਕਿ ਐਕਟਰ ਦੇ ਖੇਡਣ ਲਈ ਕੁਝ ਹੋਣਾ ਚਾਹੀਦਾ, ਮੈਨੂੰ ਤਾਮਝਾਮ ਨਹੀਂ ਚਾਹੀਦਾ, ਠੀਕ ਹੈ। ਮੈਂ ਇੱਕ ਰੋਲ ਕਰਾਂ ਤਾਂ ਲੋਕ ਕਹਿਣ ਯਾਰ ਇਹ ਹੀ ਚਾਹੀਦੀ ਸੀ ਕੁੜੀ ਇੱਥੇ। ਤਾਂ ਮੈਨੂੰ ਯਾਦ ਹੈ ਜਦੋਂ ਮੈਂ ਪੜ੍ਹਦੀ ਸੀਗੀ, ਬਤੌਰ ਅਭਿਨੇਤਾ ਜਿਹੜੀ ਮੇਰੀ ਟ੍ਰੇਨਿੰਗ ਹੋਈ ਆ, ਉਹ ਨੈਸ਼ਨਲ ਸਕੂਲ ਆਫ ਡਰਾਮਾ ਦੇ ਜਿਹੜੇ ਜਿੰਨੇ ਡਾਇਰੈਕਟਰਸ ਨੇ ਉੱਥੋਂ ਦੇ ਪੜ੍ਹੇ ਹੋਏ ਨੇ, ਜਿਵੇਂ ਪਾਰਥੋ ਬੰਦੋਪਾਧਿਆਏ, ਸੰਜੇ ਉਪਾਧਿਆਏ ਜੀ, ਵਿਵੇਕ ਮਿਸ਼ਰਾ ਜੀ, ਜਿਨ੍ਹਾਂ ਨੂੰ ਅਸੀਂ ਫਿਲਮਾਂ 'ਚ ਦੇਖਦੇ ਹਾਂ, ਪਿਊਸ਼ ਮਿਸ਼ਰਾ ਸਰ ਔਰ ਜੈਰੂਪ ਜੀਵਨ ਸਰ, ਕਾਫੀ ਜਿਹੜੀਆਂ ਬਹੁਤ ਵੱਡੀਆਂ ਹਸਤੀਆਂ ਨੇ, ਓਮਪੁਰੀ ਸਾਹਿਬ, ਹੈ ਨਾ, ਜਿਨ੍ਹਾਂ ਦੇ ਨਾਲ ਮੇਰਾ ਇੱਕ ਦਿਨ ਦਾ ਸਾਡਾ ਐਕਟਿੰਗ ਵਰਕਸ਼ਾਪ ਵੀ ਰਹੀ, ਹੈ ਨਾ। ਇਹ ਬਹੁਤ ਵੱਡੀ ਗੱਲ ਹੈ ਕਿ ਉਹਨਾਂ ਸਮਿਆਂ ਦੇ ਵਿੱਚ ਉਹ ਸਾਨੂੰ ਯੂਨੀਵਰਸਿਟੀ ਆ ਕੇ ਪੜ੍ਹਾਉਂਦੇ ਸੀ, ਪਰ ਅੱਜ ਦੇ ਸਮੇਂ ਦੇ ਵਿੱਚ ਨਾ ਤਾਂ ਲੋਕਾਂ 'ਚ ਸਿੱਖਣ ਦੀ ਪ੍ਰਵਿਰਤੀ ਰਹੀ ਆ, ਤੇ ਨਾ ਉਹ ਇਹ ਅਫੋਰਡ ਕਰ ਸਕਦੇ ਆ ਕਿ ਉਹ ਹਸਤੀਆਂ ਇੱਥੇ ਤੱਕ ਪਹੁੰਚ ਕੇ ਬੱਚਿਆਂ ਨੂੰ ਫੇਰ ਤੋਂ ਸਿਖਲਾਈ ਦੇ ਸਕਣ, ਹਨਾ। ਹੋ ਸਕਦਾ ਇਹ ਗੱਲ ਕਈਆਂ ਨੂੰ ਬੁਰੀ ਵੀ ਲੱਗ ਜੇ ਕਿ ਉਹ ਅਫੋਰਡ ਨਹੀਂ ਕਰ ਸਕਦੇ, ਕਿਉਂਕਿ ਉਹ ਕਿਹਨਾਂ ਨੂੰ ਸਿਖਾਉਣਗੇ। ਜਿਹੜੀ ਸਾਡੀ ਸਿੱਖਣ ਦੀ ਪ੍ਰਵਿਰਤੀ ਹੈ ਉਹ ਖਤਮ ਹੋ ਚੁੱਕੀ ਹੈ। ਜਦੋਂ ਅਸੀਂ ਆਏ ਸੀ ਤਾਂ ਅਸੀਂ ਕਹਿੰਦੇ ਹੁੰਦੇ ਸੀ ਨਹੀਂ ਜੀ ਅਸੀਂ ਐਕਟਰ ਬਣਨਾ, ਅਸੀਂ ਸਿੱਖਣ ਆਏ ਆ। ਤਾਂ ਅੱਜ ਕੱਲ੍ਹ ਦੇ ਬੱਚੇ ਕਹਿੰਦੇ ਮੈਮ ਮੈਂ ਤਾਂ 4 ਫਿਲਮਾਂ ਕਰ ਚੁੱਕਾ, ਮੈਂ ਤਾਂ ਬਤੌਰ ਡਾਇਰੈਕਟਰ ਕੰਮ ਕਰ ਰਿਹਾ, ਮੈਂ ਰਾਈਟਰ ਵੀ ਕੰਮ ਕਰ ਰਿਹਾ। ਤਾਂ ਫਿਰ ਉੱਥੇ ਕੁਝ ਜਦੋਂ ਤੁਸੀਂ ਸਿੱਖਣ ਦੇ ਪ੍ਰੋਸੈਸ 'ਚ ਆ ਕੇ ਭਰੇ ਹੋਏ ਨੂੰ ਤੁਸੀਂ ਹੋਰ ਕਿੰਨਾ ਭਰੋਗੇ, ਉਸ ਤੋਂ ਬਾਅਦ ਤਾਂ ਉਹ ਡੁੱਲੂਗਾ ਨਾ, ਹੈ ਨਾ। ਤਾਂ ਮੈਂ ਜਿਹੜੀ ਔਰਤਾਂ ਦੀ ਚੁਣੌਤੀਆਂ ਦੀ ਗੱਲ ਆਈ ਆ, ਇਹ ਕੀ ਹੈਗਾ ਸਿਸਟਮ, ਸਾਡਾ ਜਿਹੜਾ ਕਲਚਰ ਆ ਥੋੜਾ ਪੋਲਿਊਟ ਹੋ ਚੁੱਕਾ, ਪ੍ਰਦੂਸ਼ਿਤ ਹੋ ਚੁੱਕਾ ਥੋੜਾ, ਹੈ ਨਾ। ਕੁੜੀਆਂ ਨੂੰ ਦੌੜ ਲੱਗੀ ਹੋਈ ਆ। ਮੈਂ ਪਹਿਲਾਂ ਕਹੂੰਗੀ ਕਿ ਸਾਰੇ ਕਲਾਕਾਰ ਇੱਕੋ ਜਿਹੇ ਨਹੀਂ ਹੁੰਦੇ, ਹੈ ਨਾ। ਜਿਨ੍ਹਾਂ ਨੇ ਸੰਘਰਸ਼ ਕੀਤੇ ਹੁੰਦੇ, ਹਰ ਕਲਾਕਾਰ ਉਦੋਂ ਕਲਾਕਾਰ ਬਣਦਾ ਜਦੋਂ ਸੰਘਰਸ਼ ਦੇ ਦੌਰ 'ਚੋਂ ਨਿਕਲ ਕੇ ਉਹਨੂੰ ਪਤਾ ਲੱਗ ਜਾਂਦਾ ਕਿ ਉਹਨੇ ਕਰਨਾ ਕੀ ਹੈ ਨਾ। ਤੇ ਜਿਹੜੇ ਹੁਣ ਕਲਾਕਾਰ ਲੋਕ ਨੇ ਉਹ ਕਹਿੰਦੇ ਆ ਕਿ ਜੀ ਸਾਨੂੰ ਇਹ ਰੋਲ ਇਦਾਂ ਚਾਹੀਦਾ। ਬਹੁਤ ਸਾਰੇ ਐਸੇ ਰੋਲ ਨੇ ਜਿਹੜੇ ਅੱਜ ਤੱਕ ਛਪ ਚੁੱਕੇ ਨੇ। ਮੈਂ ਛੋਟੀ ਜਿਹੀ ਉਦਾਹਰਨ ਦਊਂਗੀ, ਮੜੀ ਦਾ ਦੀਵਾ ਫਿਲਮ ਹੈ ਨਾ। ਫਿਲਮ ਦੇ ਵਿੱਚ ਪੰਕਜ ਕਪੂਰ ਸਾਹਿਬ ਦਾ ਰੋਲ ਹੈ ਅਨੋਖੇ ਦਾ, ਪੰਜਾਬੀ ਉਹਨਾਂ ਨੇ ਖੁਦ ਬੋਲੀ। ਕੋਈ ਕਹਿ ਦੂਗਾ ਕਿ ਉਹ ਸ਼ਾਹਿਦ ਕਪੂਰ ਦੇ ਪਾਪਾ ਨੇ ਉਹਨਾਂ ਨੇ ਇੰਨੀ ਸੋਹਣੀ ਪੰਜਾਬੀ ਬੋਲੀ। ਦੇਖੋ ਕੈਸੇ ਕਿਰਦਾਰ ਉਹ ਨਿਭਾ ਕੇ ਗਏ ਨੇ, ਹਨਾ। ਉਸ ਤੋਂ ਬਾਅਦ ਅਸੀਂ ਮਕਬੂਲ 'ਚ ਦੇਖਦੇ ਹਾਂ ਉਹਨਾਂ ਨੂੰ। ਤੁਸੀਂ ਦੇਖੋ ਕਿ ਜਿਹੜਾ ਐਕਟਰ ਉਹ ਚੁਣੌਤੀਆਂ ਦੇ ਰੂਬਰੂ ਹੁੰਦਾ, ਉਹ ਪੋਲਿਸ਼ ਹੁੰਦਾ। ਇਸ ਗੱਲ ਤੋਂ ਕਦੇ ਮੁਨਕਰ ਨਾ ਹੋਵੋ। ਜੇ ਤੁਹਾਡੀ ਆਲੋਚਨਾ ਹੁੰਦੀ ਆ ਤਾਂ ਉਹਨੂੰ ਖਿੜੇ ਮੱਥੇ ਸਵੀਕਾਰ ਕਰੋ। ਮੌੜ ਫਿਲਮ ਦੇ ਨਾ ਸੀਨ ਦੀ ਗੱਲ ਕਰਾਂ ਜਿਹ 'ਚ ਸਾਗ ਤੋੜਦੇ ਆ, ਤਾਂ ਅਸੀਂ ਆਰਟ ਦੀ ਗੱਲ ਕਰ ਰਹੇ ਹਾਂ, ਡਰੈਸਿਸ ਦੀ ਗੱਲ ਕਰ ਰਹੇ ਹਾਂ, ਜਾਂ ਉਸ ਦੇ ਵਿੱਚ ਸਭ ਤੋਂ ਅਹਿਮ ਇੱਕ ਚੀਜ਼ ਸੀ ਲੈਂਗੁਏਜ। ਤੁਸੀਂ ਜਦੋਂ ਬੋਲਦੇ ਹੋ ਤਾਂ ਪੰਜਾਬੀ ਦੇ ਇਹੋ ਜਿਹੇ ਬਹੁਤ ਸਾਰੇ ਸ਼ਬਦ ਹੈ ਜਿਹੜੇ ਮੈਨੂੰ ਸੁਣ ਕੇ ਲੱਗਿਆ ਕਿ ਸ਼ਾਇਦ ਮੈਂ ਕਦੀ ਸੁਣੇ ਨਹੀਂ ਜਾਂ ਮੈਂ ਕਦੀ ਬੋਲੇ ਨਹੀਂ ਹੈ ਜੀ। ਇਹ ਬਹੁਤ ਵੱਡੀ ਚੀਜ਼ ਹੁੰਦੀ ਹੈ। ਸ਼ਾਇਦ ਕਿਤਾਬਾਂ ਪੜ੍ਹਨ ਦਾ ਇੱਕ ਹੁਨਰ ਹੁੰਦਾ ਸਾਡੇ 'ਚ, ਤਾਂ ਸਾਡੇ 'ਚ ਆਉਂਦੀ ਹੈ। ਜਦੋਂ ਤੁਸੀਂ ਉਸ ਫਿਲਮ 'ਤੇ ਇਹ ਸਭ ਕੁਝ ਪਲੇ ਕਰ ਰਹੇ ਸੀ ਤਾਂ ਕੀ ਜਿੰਨਾ ਕੁ ਤੁਸੀਂ ਬੋਲੇ ਹੋ ਮੈਨੂੰ ਨਹੀਂ ਲੱਗਦਾ ਕਿ ਕੋਈ ਤੁਹਾਡੇ ਲਈ ਡਿਫਿਕਲਟੀ ਆਈ ਹੋਊਗੀ, ਕੋਈ ਪੁਰਾਣਾ ਸ਼ਬਦ ਜਿਹੜਾ ਅਸੀਂ ਨਹੀਂ ਸੁਣਿਆ, ਕਿਉਂਕਿ ਹਰ ਖੇਤਰ ਦੀ ਭਾਸ਼ਾ ਦੇ ਵਿੱਚ ਥੋੜਾ ਫਰਕ ਹੁੰਦਾ ਹੈ ਸ਼ਬਦਾਂ ਦੇ ਵਿੱਚ। ਬਤੌਰ ਐਕਟਰਸ ਤੁਹਾਡਾ ਇਸ 'ਤੇ ਕਿੰਨਾ ਕੁ ਫੋਕਸ ਸੀਗਾ? ਅਦਾਕਾਰੀ ਵੀ ਕਰ ਰਹੇ ਹੋ ਲੇਕਿਨ ਆਪਣੀ ਭਾਸ਼ਾ ਦੇ ਉੱਪਰ ਵੀ ਪਕੜ ਬਣਾਉਣਾ, ਆਪਣੇ ਕਿਰਦਾਰ ਦੀ ਕਿਸੇ ਵੀ ਚੀਜ਼ ਤੋਂ ਇੱਦਾਂ ਨਹੀਂ ਹੋਣਾ ਕਿ ਇੱਥੇ ਕਮੀ ਰਹਿ ਜੇ। ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ, ਜਿਹੜੇ ਐਕਟਰ ਦੇ ਟੂਲਸ ਹੁੰਦੇ ਆ ਨਾ, ਸਪੀਚ, ਵੌਇਸ ਐਂਡ ਐਕਸਪ੍ਰੈਸ਼ਨ ਹੁੰਦਾ ਹੈ ਨਾ। ਭਾਸ਼ਾ ਮੁੱਖ ਹੁੰਦੀ ਆ। ਭਾਸ਼ਾ ਤੋਂ ਤੁਹਾਡਾ ਪਤਾ ਲੱਗਦਾ ਵੀ ਤੁਸੀਂ ਕਿਸ ਵਰਗ ਨਾਲ ਸੰਬੰਧਿਤ ਹੋ, ਹੈ ਨਾ। ਤੁਹਾਡੀ ਕਿੰਨੀ ਕੁ ਪਕੜ ਆ। ਅਸਲ 'ਚ ਜਿਹੜੀ ਐਕਟਰ ਨੂੰ ਹਰ ਭਾਸ਼ਾ ਆਉਣੀ ਚਾਹੀਦੀ ਹੈ।
ਕਿਉਂਕਿ ਸਾਨੂੰ ਟ੍ਰੇਨਿੰਗ 'ਚ ਇਹ ਕਿਹਾ ਗਿਆ ਸੀ ਤੁਹਾਨੂੰ ਕੱਲ੍ਹ ਨੂੰ ਵੱਡੇ ਲੈਵਲ ਦਾ ਕੋਈ ਕੰਮ ਮਿਲਦਾ ਤਾਂ ਤੁਹਾਡਾ ਬੈਕਡਰਾਪ ਤੁਹਾਡੀ ਭਾਸ਼ਾ ਨਹੀਂ ਰਹਿਣਾ ਚਾਹੀਦਾ। ਆਪਣੀ ਮਾਂ ਬੋਲੀ ਨੂੰ ਅਸੀਂ ਕਦੇ ਨਹੀਂ ਛੱਡ ਸਕਦੇ, ਅਸੀਂ ਭੁੱਲ ਨਹੀਂ ਸਕਦੇ। ਆਪਣੀ ਭੁੱਲਣੀ ਨਹੀਂ ਚਾਹੀਦੀ, ਦੂਸਰੀਆਂ ਵੀ ਸਿੱਖਣੀਆਂ ਚਾਹੀਦੀਆਂ। ਜਿੱਥੋਂ ਭਾਸ਼ਾ ਦੀ ਗੱਲ ਹੋਈ, ਹੁਣ ਜਿਵੇਂ ਜਿਹੜੀ ਮਲਵਈ ਭਾਸ਼ਾ, ਇਹਦਾ ਭੰਡਾਰ ਬਹੁਤ ਜ਼ਿਆਦਾ ਵੱਡਾ। ਈਵਨ ਕਿ ਜਿੰਨਾ ਕੁ ਮੈਂ ਵੇਖਿਆ ਨਾ, ਮਾਲਵੇ ਦੇ ਪਿੰਡਾਂ ਦੇ ਵਿੱਚ ਕੁਝ ਲੋਕਾਂ ਨੇ ਆਪਦੇ ਘਰ ਦੇ ਉਹਨੂੰ ਘੜੇ ਹੋਏ ਨੇ ਮੁਹਾਵਰੇ, ਹਨਾ। ਹੁਣ ਜਿਹੜਾ ਸਾਡਾ ਪੰਜਾਬੀ ਕਲਚਰ ਹੈ ਹਨਾ, ਸਾਡਾ ਸੱਭਿਆਚਾਰ ਆ, ਸਾਡੀ ਲੋਕਧਾਰਾ, ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਮੁਹਾਵਰਾ, ਲੋਕ ਅਖਾਤਾਂ ਨੇ ਹਨਾ, ਜਿਹਨੂੰ ਪੰਜਾਬੀ 'ਚ ਕਹਿੰਦੇ ਆ ਕਹਿ ਮੁਕਰਨੀਆਂ, ਬਹੁਤ ਸਾਰੀਆਂ ਜਿਹੜੇ ਜਿਹਨੂੰ ਇਡੀਅਮ ਬੋਲਦੇ ਆ, ਉਹ ਵੱਖ-ਵੱਖ ਤਰ੍ਹਾਂ ਦੇ ਆ। ਲੋਕ ਜਿਹੜੀਆਂ ਪਹਿਲਾਂ ਗੱਲਾਂ ਵੀ ਕਰਦੇ ਸੀ, ਉਹ ਬਜ਼ੁਰਗ ਕਹਾਵਤਾਂ 'ਚ ਹੀ ਕਰਦੇ ਸੀਗੇ ਹਨਾ। ਜਿਵੇਂ ਹੁਣ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ, ਪੁੱਤ ਜੇ ਇਹ ਗੱਲ ਆਏ ਨਾ ਕੀਤੀ ਲੱਗ ਜੂਗਾ ਪਤਾ, ਮੂੰਹ ਤੋਂ ਮੱਖੀ ਨਹੀਂ ਉੱਠਣੀ। ਮੂੰਹ ਤੋਂ ਮੱਖੀ ਡਾਉਣੀ ਹੁੰਦੀ ਹੈ ਵੀ ਇੱਥੋਂ ਹੱਥ ਮਾਰਿਆ ਉੱਠ ਗਈ। ਕਿ ਹਾਲਾਤ ਐਸੇ ਬਣਨਗੇ, ਤੁਹਾਡੇ 'ਚ ਇੰਨੀ ਹਿੰਮਤ ਨਹੀਂ ਹੋਣੀ ਕਿ ਤੁਸੀਂ ਮੂੰਹ ਤੋਂ ਮੱਖੀ ਉਡਾ ਲਓ ਹਨਾ। ਜਦੋਂ ਕਹਿੰਦੇ ਵੀ ਆਹ ਗੱਲ ਆਏ ਹੋਣੀ ਆ, ਤੁਹਾਡੇ ਬੁੱਲਾਂ ਤੇ ਸਿੱਕਰੀ ਆ ਜੂਗੀ ਹਨਾ, ਤੁਹਾਨੂੰ ਪਤਾ ਲੱਗ ਜੂਗਾ। ਬੁੱਲਾਂ ਤੇ ਸਿੱਕਰੀ ਕਦੋਂ ਆਉਂਦੀ ਹੈ? ਜਦੋਂ ਅਸੀਂ ਕਿਸੇ ਵਿਪਤਾ 'ਚ ਹੁੰਦੇ ਹਾਂ, ਜਦੋਂ ਸਾਡਾ ਮਾਨਸਿਕ ਦਬੰਧ ਚੱਲ ਰਿਹਾ ਹੁੰਦਾ, ਸਾਨੂੰ ਕੋਈ ਸਮਝ ਨਹੀਂ ਆ ਰਿਹਾ ਹੁੰਦਾ ਹਨਾ। ਹੁਣ ਜਿਵੇਂ ਇਹ ਜਿਹੜੀ ਭਾਸ਼ਾ ਦੀ ਗੱਲ ਕੀਤੀ ਗਈ ਆ, ਇਹ 'ਚ ਬਹੁਤ ਸੋਹਣੀ ਭਾਸ਼ਾ ਹੈ ਫਿਲਮ ਦੇ ਵਿੱਚ ਹਨਾ। ਤੇ ਭਾਸ਼ਾ ਨੂੰ ਲੈ ਕੇ ਮੈਂ ਪਹਿਲਾਂ ਹੀ ਪੰਜਾਬੀ ਹੈ ਨਾ ਲਿਟਰੇਚਰ ਦੀ ਸਟੂਡੈਂਟ ਰਹਿ ਚੁੱਕੀ ਹਾਂ, ਕੰਮ ਕੀਤਾ। ਮੇਰੇ ਘਰ 'ਚ ਉਹ ਲੋਕਧਾਰਾ ਵਾਲੀਆਂ ਉਹ ਸਾਰੀਆਂ ਗੱਲਾਂ ਮੈਂ ਖੁਦ ਵੇਖੀਆਂ, ਮੈਂ ਉਸ ਕਲਚਰ 'ਚ ਪਲੀ ਹੈ ਨਾ। ਮੇਰੇ ਆਪਣੇ ਬਜ਼ੁਰਗ ਬਹੁਤ ਸਾਰੇ ਮਤਲਬ ਕਹਾਵਤਾਂ ਬੋਲਦੇ ਹੁੰਦੇ ਸੀ। ਜਿਵੇਂ ਕਿਸੇ ਨੇ ਘਰੋਂ ਬਾਹਰ ਚਲੇ ਜਾਣਾ, ਉਹਨੇ ਕਹਿਣਾ ਕਿਹੜੇ ਰੋਈਆਂ ਚੜ੍ਹ ਗਿਆ ਤੂੰ, ਕਿਹੜੇ ਹਿਰਨਾਂ ਦੇ ਸਿੰਗੀ ਚੜ੍ਹ ਗਿਆ ਹਨਾ। ਹਾਲਾਂਕਿ ਹਿਰਨਾਂ ਦੇ ਸਿੰਗੀ ਚੜ੍ਹਨਾ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ ਹਨਾ, ਜਿਹੜੀ ਸੰਭਵ ਹੀ ਨਹੀਂ ਹੋ ਸਕਦੀ ਜਿਹੜੀ ਹਨਾ। ਤੁਸੀਂ ਦੇਖੋ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਇਦਾਂ ਦੀਆਂ ਨੇ ਭਾਸ਼ਾ ਦੇ ਪੱਖ ਤੋਂ ਹਨਾ। ਜਿਵੇਂ ਜਿਹੜੀ ਜਗੀਰਦਾਰਾਂ ਦੀ ਭਾਸ਼ਾ ਉਹ ਅਲੱਗ ਆ, ਜਿਹੜੀ ਮੁਜਾਰੇ ਲੋਕ ਨੇ ਜਿਹੜੇ ਕਿਸਾਨ ਪਰਿਵਾਰ ਨਾਲ ਸੰਬੰਧਿਤ ਨੇ ਉਹ ਹੋਰ ਹਿਸਾਬ ਦੇ ਨੇ। ਜਿਵੇਂ ਹੁਣ ਇੱਕ ਜਿਉਣੇ ਦਾ ਡਾਇਲੌਗ ਹੈ, ਦੇਹਾਂ ਦੇ ਛਾਣ ਨਹੀਂ ਬਣਾਉਣਾ ਹਨਾ, ਤਾਂ ਉਹ ਆਮ ਗੱਲ ਨਹੀਂ ਹੈ। ਗੋਲੀਆਂ 2 ਵੀ ਵੱਜ ਜਾਣ ਨਾ, ਉਹ ਛਾਣਨੇ ਦੇ ਬਰਾਬਰ ਹੀ ਕੰਮ ਆ ਜਾਂਦਾ। ਔਰ ਮਾਰਨ ਵਾਲੇ 'ਚ ਕਹਿੰਦੇ ਹੁੰਦੇ ਦਮ ਹੋਣਾ ਚਾਹੀਦਾ ਹਨਾ। ਉਹਨਾਂ ਨੇ ਕਿਹਾ ਕਿ ਜੇ ਕੋਈ ਗਰੀਬ ਗੁਰਬੇ ਨਾਲ ਏਦਾਂ ਕਰੂਗਾ ਤਾਂ ਮੈਂ ਦੇਹਾਂ ਦਾ ਛਾਣਨਾ ਬਣਾ ਦੂੰ, ਮਤਲਬ ਉਹਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਊਗਾ। ਅਸਲ 'ਚ ਜਿਹੜੀ ਇਹ ਸਾਡੀ ਇੱਕ ਰੋਹ ਦੀ, ਉਤਸ਼ਾਹ ਦੀ ਸਾਡੀ ਭਾਸ਼ਾ, ਜਿਹੜੀ ਭਾਸ਼ਾ ਉਹ ਆਪਣਾ ਖੇਤਰ ਤੈਅ ਨਹੀਂ ਕਰਦੀ ਹੁੰਦੀ ਕਦੇ ਵੀ, ਉਹਨੇ ਕ੍ਰਾਸ ਕਰਦੇ ਜਾਣਾ ਹੁੰਦਾ। ਜਿਵੇਂ ਕਹਿੰਦੇ ਹੁੰਦੇ ਭਾਸ਼ਾ ਦੋ ਕਦਮਾਂ ਤੇ ਬਦਲ ਜਾਂਦੀ ਹੈ ਹਨਾ। ਹੁਣ ਸਾਡਾ ਫਿਲਮ ਦਾ ਗੀਤ ਸੀਗਾ ਭਵਾਨੀਗੜ੍ਹ ਨਾਕਾ ਹਨਾ, ਉਹ ਜੇਲ੍ਹ 'ਚੋਂ ਫਰਾਰ ਹੋ ਗਿਆ ਹਨਾ। ਭਵਾਨੀਗੜ੍ਹ ਦਾ ਪਹਿਲਾ ਨਾਮ ਢੋਡਾ ਸੀਗਾ। ਬਹੁਤ ਘੱਟ ਲੋਕਾਂ ਨੂੰ ਪਤਾ, ਕਈ ਪਿੰਡ ਉਦਾਂ ਦੇ ਨਹੀਂ ਰਹੇ, ਉਹਨਾਂ ਦੇ ਨਾਮ ਬਦਲ ਦਿੱਤੇ ਗਏ। ਹੁਣ ਸਾਡੇ ਬਜ਼ੁਰਗਾਂ ਨੂੰ ਇਹ ਗੱਲ ਪਤਾ, ਅਸੀਂ ਉਹਨਾਂ ਚੀਜ਼ਾਂ ਤੋਂ ਮੁਨਕਰ ਨਹੀਂ ਹੋ ਸਕਦੇ। ਸਾਨੂੰ ਤਾਂ ਭਵਾਨੀਗੜ੍ਹ ਪਤਾ ਸੀ ਨਾ, ਇਹ ਤਾਂ ਬਜ਼ੁਰਗਾਂ ਤੋਂ ਪਤਾ ਲੱਗਿਆ ਵੀ ਢੋਡਾ ਕਿਹਾ ਜਾਂਦਾ ਸੀਗਾ ਹਨਾ। ਇਹ ਖੜਿਆਲ ਪਿੰਡ ਹੋ ਗਿਆ, ਡਸਕਾ ਹੋ ਗਿਆ, ਕਿੰਨੇ ਪਿੰਡ ਹੋ ਗਏ ਹਨਾ, ਫਰਕ ਪੈ ਗਿਆ ਬਹੁਤ ਸਾਰੇ ਪਿੰਡਾਂ ਦਾ। ਤਾਂ ਉਹਨਾਂ ਲੋਕਾਂ ਦੀ ਭਾਸ਼ਾ ਵੀ ਹੋਰ ਸੀਗੀ ਹਨਾ। ਜਿਹੜੀ ਭਾਸ਼ਾ ਸੀਗੀ ਉਹ ਇਸ ਜਿਹੜੀ ਫਿਲਮ ਦਾ ਉਹ ਖਾਸ ਅੰਗ ਰਹੀ ਹੈ। ਮਾਲਵੇ ਦੀ ਧਰਤੀ ਹੈ, ਮਾਲਵਾ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਖੇਤਰ ਹੈ ਭਾਸ਼ਾ ਨੂੰ ਲੈ ਕੇ। ਸ਼ਾਇਦ ਪੁਆਧ ਦਾ ਆਪਣਾ ਫੀਲਡ ਹੋ ਸਕਦਾ, ਮਾਝੇ ਦਾ ਆਪਣਾ ਹੋ ਸਕਦਾ, ਦੁਆਬੇ ਦਾ ਆਪਣਾ, ਪਰ ਜਿਹੜਾ ਮਾਲਵੇ ਦਾ ਜਿਹੜਾ ਸਾਡਾ ਸ਼ਬਦਾਵਲੀ ਆ ਉਹਦਾ ਕੋਸ਼ ਬਹੁਤ ਵੱਡਾ ਹਨਾ। ਇੱਥੋਂ ਰਾਈਟਰ ਹਰ ਜਗ੍ਹਾ ਦੇ ਰਾਈਟਰ ਨੇ, ਪਰ ਜੋ ਮਾਲਵਾ ਉਹ ਮਾਲਵਾ ਹੀ ਹੈ। ਇਹਦੇ 'ਚ ਆਪਣੀ ਮੁਹਾਵਰੇਦਾਰ ਭਾਸ਼ਾ ਦੀ ਵਰਤੋਂ ਹੋਈ ਹੈ। ਜਿਹੜੇ ਕਲਾਕਾਰਾਂ ਦੇ ਡਾਇਲੌਗ ਨੇ ਉਹ ਕਮਾਲ ਦੇ ਨੇ। ਜਿਵੇਂ ਇੱਕ ਪੰਜਾਬੀ ਦੀ ਕਹਾਵਤ ਆ, ਫਿਲਮ 'ਚ ਡਾਇਲੌਗ ਆ, ਸਿਰ 'ਚ ਮੂਤਣਾ ਬਹੁਤ ਵੱਡੀ ਹਾਨੀ ਹੈ, ਬਹੁਤ ਵੱਡੀ ਇੱਕ ਜਿਹਨੂੰ ਕਹਿ ਦਈਏ ਵੀ ਬੇਇੱਜ਼ਤੀ ਹੈ। ਜਦੋਂ ਚਤਰਾ ਕਹਿੰਦਾ ਵੀ ਚਾਚਾ ਮੈਂ ਜਿਹੜਾ ਉਹਨੂੰ ਮਾਰਦੇ ਹੁੰਦੇ ਅੱਗੇ ਡੋਗਰ ਨੂੰ ਮਾਰਦੇ ਹੁੰਦੇ ਆ, ਉਹ ਕਹਿੰਦਾ ਕਿ ਮੈਂ ਇਹਦੇ ਸਿਰ ਕਹਿੰਦਾ ਮੂਤਣਾ ਹਨਾ, ਇੱਕ ਕਹਾਵਤ ਹੈ। ਉਹਨੇ ਕਿਹਾ ਨਹੀਂ ਵੀ ਇਹਦੇ ਸਿਰ ਤੇ ਕਦੇ ਬਾਈ ਕਿਸ਼ਨੇ ਦੀ ਪੱਗ ਹੁੰਦੀ ਸੀ। ਦੇਖੋ ਸਾਡੀ ਜਿਹੜੀ ਭਾਸ਼ਾ ਉਹ ਕਿੱਡਾ ਮਿਆਰ ਚੱਕਦੀ ਹੈ ਇੱਕ ਤਰ੍ਹਾਂ ਦਾ। ਇੱਕ ਪਾਸੇ ਉਹਨੇ ਉਹ ਗੱਲ ਕੀਤੀ ਕਿਉਂਕਿ ਉਹਨੂੰ ਰੋਹ ਹੈ, ਉਹਨੂੰ ਇਹ ਨਹੀਂ ਪਤਾ, ਪਰ ਜਿਸ ਚੀਜ਼ ਤੇ ਸਾਡੀਆਂ ਕਦਰਾਂ ਕੀਮਤਾਂ ਖੜੀਆਂ ਸਾਨੂੰ ਉਹਦਾ ਸਤਿਕਾਰ ਵੀ ਹੈ। ਸਾਡੀ ਭਾਸ਼ਾ ਐਸੀ ਆ, ਇਹ ਬਹੁਤ ਲੋਕ ਕਹਿੰਦੇ ਆ ਇਹਦੇ ਕਈ ਮਾਇਨੇ ਨਿਕਲਦੇ ਨੇ, ਅਰਥ ਬਹੁਤ ਨੇ, ਪਰ ਭਾਸ਼ਾ ਇੱਕ ਵਜ਼ਨਦਾਰ ਭਾਸ਼ਾ ਇਸ ਫਿਲਮ ਦੀ। ਔਰ ਉਹ ਸਾਨੂੰ ਮਾਣ ਮਹਿਸੂਸ ਹੁੰਦਾ ਬੋਲਦਿਆਂ ਨੂੰ ਵੀ। ਮੈਂ ਇਸ ਚੀਜ਼ ਤੇ ਜਿਹੜਾ ਮੈਂ ਫੋਕਸ ਕਰਦੀ ਸੀ ਨਾ, ਜਿਵੇਂ ਤੁਸੀਂ ਗੱਲ ਕਰ ਰਹੇ ਸੀ ਕਿ ਮੈਂ ਫੋਕਸ ਕੀ ਕੀਤਾ, ਐਕਟਰ ਦੀ ਪਹਿਲਾਂ ਜ਼ੁਬਾਨ ਤਕੜੀ ਹੋਣੀ ਚਾਹੀਦੀ ਹੈ ਔਰ ਸਮਝ ਹੋਣੀ ਚਾਹੀਦੀ ਹੈ ਕਿ ਉਹਨੇ ਬੋਲਣਾ ਕੀ ਹੈ। ਭਾਸ਼ਾ ਬਹੁਤ ਵੱਡੀ ਚੁਣੌਤੀ ਹੁੰਦੀ ਹੈ ਕਲਾਕਾਰ ਲਈ। ਜੇ ਉਹ ਤੋਂ ਡਾਇਲੌਗ ਦੇ ਵਿਡੰਬਣਾ 'ਚ ਪੈ ਜੇ ਨਾ ਵੀ ਮੈਂ ਡਾਇਲੌਗ ਸਹੀ ਬੋਲਣਾ, ਉਹ ਐਕਸਪ੍ਰੈਸ਼ਨ ਤੋਂ ਖਤਮ ਹੋ ਜਾਂਦਾ। ਅਸੀਂ ਦੇਖਿਆ ਇਸ ਬਈ ਕਈ ਡਾਇਰੈਕਟਰ ਕਹਿ ਦਿੰਦੇ ਆ ਕਿ ਇਹਨੇ ਉੱਪਰੋਂ ਬੋਲਤਾ। ਕਲਾਕਾਰ ਦੇ ਹਰ ਚੀਜ਼ ਅੰਦਰੋਂ ਰੂਹ 'ਚ ਉਪਜਣੀ ਚਾਹੀਦੀ ਆ, ਜਿਹੜੀ ਉਹ ਯਥਾਰਥ ਲੱਗੇ ਕਿ ਉਹ ਵਾਕਈ ਨਿਭਾ ਰਿਹਾ ਹਨਾ। ਬਹੁਤ ਸਾਰੇ ਕਲਾਕਾਰ, ਜਿਵੇਂ ਹੁਣ ਸਾਡੀ ਉਹ ਕੁੜੀ ਬਿਸ਼ਨੀ ਦਾ ਕਿਰਦਾਰ ਕਰ ਰਹੀ ਸੀ ਰਿਚਾ ਭੱਟ, ਉਹ ਦਿੱਲੀ
ਥੀਏਟਰ ਦੀ ਸਟੂਡੈਂਟ ਹੈ, ਪਰ ਉਹਨੇ ਇੱਥੇ ਆ ਕੇ ਪੂਰੀ ਕੋਸ਼ਿਸ਼ ਕੀਤੀ ਨਿਭਾਉਣ ਦੀ। ਉਹ ਹਮੇਸ਼ਾ, ਮੈਂ ਉਹਨੂੰ ਦੇਖਿਆ ਕਿ ਐਕਟਰ ਦੀ ਜ਼ਿੰਮੇਵਾਰੀ ਡਬਲ ਹੋ ਜਾਂਦੀ ਹੈ ਹਨਾ, ਉਹਨੂੰ ਸਿੱਖਣਾ ਪੈਂਦਾ, ਉਹਨੂੰ ਭਾਸ਼ਾ ਬੋਲਣੀ ਪੈਂਦੀ ਹੈ। ਜਿਵੇਂ ਉਹ ਲੜਕੀ ਸਕ੍ਰਿਪਟ ਲੈ ਕੇ ਲੱਗੀ ਰਹਿੰਦੀ ਸੀ, ਉਹਨੂੰ ਪੁੱਛਣਾ ਕਿ ਦੀਦੀ ਮੈਂ ਇਦਾਂ ਕਰਨਾ, ਮੈਂ ਇਦਾਂ ਕਰਨਾ। ਮੈਨੂੰ ਹੁੰਦਾ ਸੀ ਕਿ ਯਾਰ ਜੇ ਮੇਰੇ ਕੋਈ ਕੋਲੇ ਆ ਨਾ ਤਾਂ ਇਹ ਸਿੱਖੇ, ਇਹ ਮਜ਼ਾ ਲਵੇ। ਸਾਡੇ ਕੁਝ ਸ਼ਬਦ ਨੇ ਪੰਜਾਬੀ ਦੇ ਬਹੁਤ ਸਾਰੇ ਜਿਨ੍ਹਾਂ ਨੂੰ ਤੁਸੀਂ ਅਨੁਵਾਦ ਹੀ ਨਹੀਂ ਕਰ ਸਕਦੇ, ਉਹਦਾ ਰਸ ਹੀ ਖਤਮ ਹੋ ਜਾਊਗਾ ਹਨਾ। ਤਾਂ ਮੈਂ ਦੇਖਿਆ ਕਿ ਬਹੁਤ ਸਾਰੇ ਕਲਾਕਾਰਾਂ ਲਈ ਚੁਣੌਤੀ ਰਹੀ ਹੈ ਹਨਾ। ਜਿਵੇਂ ਹੁਣ ਉਹਦੇ 'ਚ ਸਾਡਾ ਇੱਕ ਕਲਾਕਾਰ ਆ ਚਤਰਾ, ਇੱਕ ਮਤਲਬ ਛੋਰ ਜਿਹਾ ਹਨਾ, ਕੱਚੀ ਜਿਹੀ ਉਮਰ ਦਾ ਮੁੰਡਾ ਹਨਾ। ਮੈਂ ਸਭ ਤੋਂ ਪਹਿਲਾਂ ਸੈੱਟ ਤੇ ਜਾ ਕੇ ਉਹਨੂੰ ਨੋਟ ਕੀਤਾ ਸੀਗਾ, ਕਿਉਂਕਿ ਉਹ ਜਿਹੜੀਆਂ ਇੱਕ ਐਕਟਰ ਦੇ ਵਿੱਚ ਵਿਸ਼ੇਸ਼ਤਾਵਾਂ ਹੋਣੀਆਂ ਚਾਹੀਦੀਆਂ ਉਹ ਉਹਨਾਂ ਨੂੰ ਪੂਰੀਆਂ ਕਰਦਾ ਸੀ। ਇਹ ਮੇਰੀ ਬਾਹਰੀ ਆਬਜ਼ਰਵੇਸ਼ਨ ਸੀਗੀ। ਉਹ ਮੁੰਡਾ ਜਿੰਨਾ ਕੰਮ ਕਰਦਾ ਸੀ, ਉਹਨੇ ਘੋੜਸਵਾਰੀ ਤੇ ਜਿੰਨਾ ਕੰਮ ਕੀਤਾ, ਉਹ ਮੁੰਡੇ ਦੀ ਬੌਂਡਿੰਗ ਬਹੁਤ ਤਕੜੀ ਸੀ। ਕਹਿੰਦੇ ਹੁੰਦੇ ਨਾ, ਜਿਹੜਾ ਕਲਾਕਾਰ ਹੁੰਦਾ, ਅਭਿਨੇਤਾ ਹੁੰਦਾ, ਉਹਦਾ ਜਿਹੜਾ ਚੁਗਿਰਦਾ ਹੁੰਦਾ, ਉਹਦਾ ਉਹਦੇ ਨਾਲ ਵੀ ਰਿਲੇਸ਼ਨ ਬਣਨਾ ਚਾਹੀਦਾ, ਔਰ ਜਿਸ ਚੀਜ਼ ਨਾਲ ਉਹ ਖੇਡ ਰਿਹਾ ਉਹਦੇ ਨਾਲ ਵੀ। ਉਹਦਾ ਹਥਿਆਰ ਘੋੜੀ ਹੁੰਦਾ ਸੀ, ਡਾਇਲੌਗ ਹੁੰਦਾ ਸੀ, ਠੀਕ ਹੈ, ਉਹਨੇ ਉਸ ਚੀਜ਼ ਨੂੰ ਨਿਭਾਉਣਾ ਹੁੰਦਾ ਸੀਗਾ। ਤੁਸੀਂ ਦੇਖਿਓ ਉਹ ਬੰਦਾ ਇੰਨਾ ਕੁਦਰਤੀ ਤੌਰ ਤੇ ਬੋਲਦਾ, ਉਹਨੂੰ ਇੱਕ ਬਖਸ਼ਿਸ਼ ਹੋਈ ਆ ਸਮਝ ਲਓ ਕਿ ਉਹਦੇ ਡਾਇਲੌਗ ਡਿਲੀਵਰੀ, ਉਹਦੀ ਐਕਟਿੰਗ। ਹਰ ਕਲਾਕਾਰ ਨੇ ਵੱਖ-ਵੱਖ ਭੂਮਿਕਾ ਨਿਭਾਈਆਂ ਔਰ ਉਹਨੂੰ ਸਹੀ ਮਾਇਨੇ 'ਚ ਸਾਰਥਕ ਵੀ ਬਣਾਇਆ। ਪਰ ਮੈਂ ਕੁਝ ਕਰੈਕਟਰ ਇਦਾਂ ਦੇ ਸੀ ਜਿਨ੍ਹਾਂ ਨੂੰ ਮੈਨੂੰ ਲੱਗਦਾ ਸੀ ਵੀ ਇਹਨਾਂ ਨੂੰ ਮੈਂ ਰੋਕ ਕੇ ਦੇਖਾਂ ਹਨਾ। ਜਿਵੇਂ ਚਤਰੇ ਦਾ ਕਿਰਦਾਰ ਹੈ, ਡੋਗਰ ਦਾ ਕਿਰਦਾਰ ਹੋ ਗਿਆ, ਜੈਮਲ ਦਾ ਕਿਰਦਾਰ ਹੋ ਗਿਆ, ਬਹੁਤ ਸਾਰੇ ਕਿਰਦਾਰ ਨੇ, ਸੰਤੀ, ਖੜਕ ਸਿੰਘ ਹਨਾ, ਜਿੰਨੇ ਵੀ, ਹਰ ਬੰਦੇ ਨੇ ਜਿੰਦ ਜਾਨ ਲਾਈ ਆ। ਜ਼ਿਆਦਾਤਰ ਅਸੀਂ ਪਿੰਡਾਂ ਵਾਲੇ ਸੀਗੇ, ਸਾਨੂੰ ਕੋਈ ਦਿੱਕਤ ਨਹੀਂ ਆਈ, ਪਰ ਜਿਹੜੀ ਚੀਜ਼ ਨਵੀਂ ਸੀ ਉਹਨੂੰ ਅਸੀਂ ਸਿੱਖਦੇ ਸੀਗੇ। ਜ਼ਿਆਦਾਤਰ ਸਾਡੇ ਫਿਲਮਾਂ 'ਚ ਕੀ ਹੁੰਦਾ, ਅਸੀਂ ਦੇਖਦੇ ਹਾਂ ਜਦੋਂ ਫਿਲਮ ਚੱਲਦੀ ਹੁੰਦੀ ਹੈ ਉੱਤੇ ਅਗਰ ਕਿਸੇ ਦੀ ਗਰਾਰੀ ਅੜਦੀ ਹੈ ਨਾ ਡਾਇਲੌਗ ਤੇ, ਉਹ ਕਹਿੰਦੇ ਯਾਰ ਚੇਂਜ ਕਰ ਦਿਓ, ਐਕਟਰ ਦਾ ਕੰਫਰਟ ਦੇਖੋ। ਐਕਟਰ ਦਾ ਕੰਫਰਟ ਕਿਉਂ ਦੇਖਦੇ ਹੋ ਬਈ? ਉਹ ਐਕਟਰ ਕਾਹਦਾ ਹੋਇਆ ਜੇ ਤੁਸੀਂ ਉਹਨੂੰ ਕੰਫਰਟ ਦੇਣਾ? ਐਕਟਰ ਦੀ ਤਾਂ ਕਰੈਕਟਰ ਤੇ ਐਕਟਰ ਦੀ ਜੰਗ ਲੱਗੀ ਹੁੰਦੀ ਹੈ ਹਮੇਸ਼ਾ, ਉਹਨੂੰ ਕਦੇ ਤੁਸੀਂ ਆਰਾਮ 'ਚ ਨਹੀਂ ਵੇਖ ਸਕਦੇ। ਕਿਉਂਕਿ ਇਹ ਉਦਾਹਰਨਾਂ ਜੇ ਅਸੀਂ ਪਿੱਛੇ ਮੁੜ ਕੇ ਦੇਖੀਏ ਤਾਂ ਨੈਸ਼ਨਲ ਸਕੂਲ ਆਫ ਡਰਾਮਾ ਦੇ ਜਿਹੜੇ ਕਲਾਕਾਰ ਨੇ, ਪ੍ਰੇਸ਼ ਰਾਵਲ ਜੀ ਨੇ, ਮਨੋਜ ਬਾਜਪਾਈ ਨੇ, ਕੇ ਮੈਨਨ ਸਾਹਿਬ ਨੇ, ਕਿੰਨੇ ਜਾਣੇ ਪੜ੍ਹ ਕੇ ਚਲੇ ਗਏ। ਕੈਸਾ ਸਟੈਮਿਨਾ ਉਹਨਾਂ ਦਾ, ਉਹ ਖਾਲੀ ਲੁੱਕ ਵੀ ਦੇ ਦੇਣ ਤਾਂ ਸਾਨੂੰ ਕੁਝ ਹੋਣ ਲੱਗ ਜਾਂਦਾ ਹੈ ਨਾ। ਤਾਂ ਜਿਹੜਾ ਕਲਾਕਾਰ ਹੁੰਦਾ ਨਾ, ਕਹਿੰਦੇ ਹੁੰਦਾ ਜਿਹੜੀ ਉਹਦੀ ਪ੍ਰੈਜ਼ੈਂਸ ਹੁੰਦੀ ਆ ਉਹ ਔਰਾ ਭਰ ਦਿੰਦਾ ਆਪਣਾ ਹਨਾ। ਹਰ ਕਿਰਦਾਰ ਨੂੰ ਮੈਂ ਬਹੁਤ ਧਿਆਨ ਨਾਲ ਦੇਖਿਆ। ਡਬਿੰਗ ਤੇ ਮੈਂ ਰਹੀ, ਜਿਵੇਂ ਹੁਣ ਫਿਲਮ 'ਚ ਗੀਤ ਸੀਗੇ ਹਨਾ, ਉੱਥੇ ਗੀਤ ਗਾਏ ਜਤਿੰਦਰ ਮੋਹਰ ਸਰ ਨੇ, ਕਹਿਣਾ ਵੀਰ ਤੁਸੀਂ ਦੇਖ ਲਿਓ ਇਦਾਂ ਕਰਕੇ ਨਾ। ਮੈਂ ਕਹਿਣਾ ਸਰ ਆਹ ਗੀਤ ਆ, ਮਤਲਬ ਮੈਨੂੰ ਉਹ ਮਾਹੌਲ ਯਾਦ ਆ ਰਿਹਾ ਸੀ, ਇੱਕ ਪਿੰਡ ਵਾਲਾ ਕਲਚਰ, ਕੱਚੇ ਘਰ, ਸਾਰਾ ਕੁਝ। ਅਸੀਂ ਜਦੋਂ ਉਹ ਚੀਜ਼ ਕਰਨੀ, ਉਸ ਵਧੀਆ ਲੱਗਿਆ ਕਿ ਉਧਰ ਲੋਕਾਂ ਦੀ ਭਾਸ਼ਾ ਪੰਜਾਬੀ ਤਾਂ ਨਹੀਂ, ਪਰ ਉਹਨਾਂ ਔਰਤਾਂ ਨੇ ਜਿਹੜੇ ਸਾਡੇ ਨਾਲ ਕੰਮ ਕਰਦੀਆਂ ਸੀ, ਉਹਨਾਂ ਨੇ ਉਹਨੂੰ ਪੰਜਾਬੀ ਨੂੰ ਨਿਭਾਇਆ ਹਨਾ। ਇਹ ਚੀਜ਼ ਜਿਹੜੀ ਸਾਡੀ ਚੁਣੌਤੀ ਸੀ, ਭਾਸ਼ਾ ਜਾਂ ਕਹਿ ਦਈਏ ਸਾਡਾ ਹੋਰ ਵੀ ਵਾਤਾਵਰਨ ਸੀਗਾ, ਉਹਦੇ 'ਚੋਂ ਅਸੀਂ ਸਿੱਖਿਆ ਵੀ ਬਹੁਤ, ਉਹਨੂੰ ਨਿਭਾਉਣ ਦੀ ਕੋਸ਼ਿਸ਼ ਵੀ ਕੀਤੀ ਤੇ ਅਸੀਂ ਨਿਭੇ ਵੀ ਹਾਂ। ਮੈਂ ਜਦੋਂ ਕਦੀ ਜਤਿੰਦਰ ਮੋਹਰ ਉਹਨਾਂ ਨੂੰ ਪੜ੍ਹਦੀ ਹਾਂ ਨਾ, ਤਾਂ ਉਹਨਾਂ ਨੇ ਕਿਸੇ ਵੀ ਕਰੈਕਟਰ ਦੇ ਬਾਰੇ ਬਹੁਤ ਬਾਰੀਕੀ ਨਾਲ ਲਿਖਿਆ ਹੁੰਦਾ ਹੈ ਕਿ ਉਹ ਕਰੈਕਟਰ ਉਹਨਾਂ ਦੀ ਇਮੇਜਿਨੇਸ਼ਨ ਦੇ ਵਿੱਚ ਕੀ ਸੀ। ਜਦੋਂ ਮੈਂ ਤੁਹਾਡੀ ਪ੍ਰੋਫਾਈਲ ਦੇਖੀ, ਤੁਸੀਂ ਕੁਝ ਚੀਜ਼ਾਂ ਲਿਖੀਆਂ ਹੋਈਆਂ, ਤਾਂ ਮੈਂ ਉਹ ਬਾਰੀਕੀ ਉਹਦੇ 'ਚ ਵੀ ਆਬਜ਼ਰਵ ਕੀਤੀ। ਜਿੰਨੀ ਸੰਜੀਦਗੀ ਨਾਲ ਤੁਸੀਂ ਇਸ ਕਲਾ ਨੂੰ ਸਮਝਦੇ ਹੋ ਬਤੌਰ ਐਕਟਰ ਹੋਣ ਦੇ ਨਾਤੇ, ਜਾਂ ਉਹ ਆਪਣੇ ਇਸ ਪ੍ਰੋਫੈਸ਼ਨ ਨਾਲ ਜਿੰਨੀ ਇਮਾਨਦਾਰੀ ਨਾਲ ਜੁੜਿਆ, ਤਾਂ ਤੁਹਾਨੂੰ ਕਦੀ ਲੱਗਦਾ ਹੁੰਦਾ ਹੈ ਕਿ ਜਿਹੜੀ ਸੰਜੀਦਗੀ ਤੁਸੀਂ ਜਾਣਦੇ ਹੋ ਉਹਨੂੰ ਸਮਝਣ ਵਾਲੇ ਲੋਕ ਦੁਨੀਆ ਤੇ ਓਨੇ ਨਹੀਂ ਹੈ, ਜਾਂ ਕਦੀ ਸਮਾਂ ਆਏਗਾ ਜਦੋਂ ਬੈਠ ਕੇ ਇਸ ਨੂੰ ਵਿਚਾਰਿਆ ਜਾਏਗਾ? ਜਿੰਨਾ ਕੁ ਮੈਂ ਤੁਹਾਨੂੰ ਸੁਣਿਆ ਬਤੌਰ ਐਕਟਰ ਹੋਣ ਦੇ ਨਾਤੇ ਸਿਨੇਮਾ ਨੂੰ ਇੰਨੀ ਬਰੀਕੀ ਨਾਲ ਸਮਝਣ ਦੇ। ਦੇਖੋ ਜੀ ਹੈ ਨਾ, ਇਹ ਮੈਨੂੰ ਤੁਹਾਡਾ ਇਹ ਸਵਾਲ ਬਹੁਤ ਅੱਛਾ ਲੱਗਾ। ਮੈਂ ਖੁਦ ਵੀ ਕਰਨਾ ਚਾਹੁੰਦੀ ਸੀਗੀ। ਦੇਖੋ ਜਿਵੇਂ ਹੁਣ ਸੰਜੀਦਗੀ ਕਦੋਂ ਹੁੰਦੀ ਹੈ, ਕਹਿੰਦੇ ਹੁੰਦੇ ਨਾ, ਜਦੋਂ ਤੁਸੀਂ ਕਿਸੇ ਚੀਜ਼ ਨੂੰ ਸੰਘਰਸ਼ ਕਰਨ ਤੋਂ ਬਾਅਦ ਪ੍ਰਾਪਤ ਕਰਦੇ ਹੋ ਤਾਂ ਉਹ ਤੁਹਾਡੀ ਸਰਮਾਇਆ ਹੋ ਜਾਂਦੀ ਆ, ਤੁਹਾਡੇ ਸਾਹ ਵੀ ਉਹਦੇ 'ਚ ਚੱਲਣ ਲੱਗ ਜਾਂਦੇ ਆ ਹਨਾ। ਮੈਂ ਬਹੁਤ ਜ਼ਿਆਦਾ ਪੜ੍ਹਿਆ, ਮੈਨੂੰ ਨਹੀਂ ਪਤਾ ਮੈਂ ਉਹ ਚੀਜ਼ਾਂ ਕਿੰਨੀਆਂ ਲਾਗੂ ਕਰਦੀਆਂ ਨਹੀਂ ਕਰਦੀ, ਉਹਦਾ ਰਿਸਪੌਂਸ ਲੋਕ ਦਿੰਦੇ ਨੇ ਮੈਨੂੰ ਹਨਾ, ਜਾਂ ਮੇਰੇ ਗੁਰੂਜਨ ਦਿੰਦੇ ਨੇ ਹਨਾ। ਤਾਂ ਤੁਸੀਂ ਦੇਖੋ ਕਿ ਜਿਹੜਾ ਅਭਿਨੇਤਾ ਹੋਣਾ ਸੌਖੀ ਗੱਲ ਨਹੀਂ ਹੈ। ਸਾਡੀ 1 ਮਹੀਨਾ ਸਿਰਫ ਪ੍ਰੈਕਟਿਸ ਮਾਈਮ ਦੀ ਚੱਲਦੀ ਸੀ, ਚੁੱਪ ਰਹਿ ਕੇ ਸੁਣਨਾ। ਯਾਰ ਇੱਕ ਬੰਦਾ ਇੰਨਾ ਖੱਲਰ ਪਾਉਣ ਵਾਲਾ ਬੰਦਾ ਚੁੱਪ ਕਿੱਥੇ ਬੈਠ ਸਕਦਾ? ਐਕਟਰ ਨੂੰ ਸ਼ਾਂਤ ਰਹਿਣਾ ਕਿੰਨਾ, ਅੰਦਰ ਤੂਫਾਨ ਚੱਲ ਰਿਹਾ ਪਰ ਉਹਨੂੰ ਬੰਦ ਕੀਤਾ ਜਾ ਰਿਹਾ ਵੀ ਤੁਸੀਂ ਬੋਲਣਾ ਨਹੀਂ ਹੈਗਾ। ਐਕਟਰ ਨੂੰ ਆਰਮੀ ਟ੍ਰੇਨਿੰਗ ਦੀ ਤਰ੍ਹਾਂ ਹੀ ਐਕਟਰ ਦੀ ਟ੍ਰੇਨਿੰਗ ਹੁੰਦੀ ਹੈ, ਕਿਉਂਕਿ ਉਸ ਟਾਈਮ ਸਾਨੂੰ ਬਾਹਰੋਂ ਜਿਹੜੇ ਡਾਇਰੈਕਟਰ ਆਉਂਦੇ ਸੀਗੇ, ਸਾਡੀ ਵਰਕਸ਼ਾਪ ਹੁੰਦੀ ਸੀਗੀ ਫਿਜ਼ੀਕਲ ਮੂਵਮੈਂਟ ਤੇ, ਸਪੀਚ ਦੀ, ਵੌਇਸ ਦੀ, ਮਾਰਸ਼ਲ ਆਰਟ। ਉਹ ਕਹਿੰਦੇ ਸੀਗੇ ਕਿ ਐਕਟਰ ਨੂੰ ਘੋੜਸਵਾਰੀ ਆਉਣੀ ਚਾਹੀਦੀ ਹੈ, ਸ਼ੂਟਿੰਗ ਕਰਨੀ ਆਉਣੀ ਚਾਹੀਦੀ ਹੈ, ਉਹਨੂੰ ਤੈਰਨਾ ਆਉਣਾ ਚਾਹੀਦਾ, ਉਹਨੂੰ ਹਰ ਭਾਸ਼ਾ ਦੀ ਕਮਾਂਡ ਹੋਣੀ ਚਾਹੀਦੀ ਆ। ਐਕਟਰ ਕੋਈ ਇੱਦਾਂ ਹੀ ਐਕਟਰ ਨਹੀਂ ਬਣ ਜਾਂਦਾ, ਇਹਦੀ ਇੱਕ
ਪ੍ਰੋਪਰ ਟ੍ਰੇਨਿੰਗ ਹੁੰਦੀ ਆ। ਅਸੀਂ ਇਹ ਨਹੀਂ ਕਹਿੰਦੇ ਕੋਈ ਸੰਸਥਾ 'ਚ ਜਾ ਕੇ ਇਸ ਚੀਜ਼ ਦੀ ਟ੍ਰੇਨਿੰਗ ਲਓ, ਇਹ ਚੀਜ਼ ਨੂੰ ਸਮਝਣਾ ਪੈਂਦਾ। ਜੇ ਮੈਂ ਅੱਜ ਐਕਟਿੰਗ ਕਰ ਰਹੀ ਹਾਂ, ਚਾਹੇ ਮੈਨੂੰ ਖੂਨ 'ਚੋਂ ਚੀਜ਼ਾਂ ਮਿਲੀਆਂ ਹੋਈਆਂ ਨੇ, ਪਰ ਮੈਂ ਸਵਾਰਿਆ ਤਾਂ ਪੜ੍ਹ ਕੇ ਆ ਨਾ, ਮੈਂ ਉਹਨਾਂ ਦਾ ਪ੍ਰੈਕਟੀਕਲ ਕੀਤਾ ਹੈ ਨਾ। ਤਾਂ ਮੈਂ ਇਹ ਚੀਜ਼ ਵੀ ਵੇਖਦੀ ਰਹੀ ਕਿ ਜਦੋਂ ਸਾਨੂੰ ਕਿਹਾ ਜਾਂਦਾ ਸੀਗਾ ਕਿ ਸਕ੍ਰਿਪਟ ਦਿੱਤੀ ਜਾਂਦੀ ਸੀ ਸਾਨੂੰ, ਸਾਡੀ ਜਿਹੜੀ ਟ੍ਰੇਨਿੰਗ ਦਾ ਹਿੱਸਾ, ਮੈਂ ਦੱਸਣਾ ਚਾਹੂੰਗੀ ਕਿ ਮੈਂ ਕਰਮਾਂ ਵਾਲੀ ਹਾਂ ਕਿ ਮੈਂ ਉਹ ਚੀਜ਼ਾਂ ਸਿੱਖੀਆਂ। ਸਾਨੂੰ ਇੱਕ ਫੋਟੋ ਦਿੱਤੀ ਜਾਂਦੀ ਸੀ ਜਿਸ 'ਚ ਫਿਗਰਸ ਬਣੇ ਹੁੰਦੇ ਸੀ, ਉਹ 'ਚ ਇਹ ਕਿਹਾ ਜਾਂਦਾ ਸੀਗਾ ਕਿ ਤੁਸੀਂ ਇਹਨਾਂ ਦੀ ਜਿਹੜੀ ਕੈਮਿਸਟਰੀ ਹੈ, ਇਹਨਾਂ ਦੇ ਅੰਦਰ ਕੀ ਚੱਲ ਰਿਹਾ, ਇਹਨਾਂ ਦੇ ਅੰਤਰਮਨ ਦੀ ਗੱਲ ਤੁਸੀਂ ਲਿਖ ਕੇ ਦੇਣੀ ਆ। ਡੇਲੀ ਐਕਟਰ ਤੋਂ ਰਿਵਿਊ ਲਿਆ ਜਾਂਦਾ ਸੀਗਾ ਹੈ ਨਾ। ਤੁਸੀਂ ਕੀ ਉਹ ਦੇਖਦੇ ਸੀ ਕਿ ਜਿਹੜੀ ਗ੍ਰਹਿਣ ਸ਼ਕਤੀ ਹੈ ਨਾ ਐਕਟਰ 'ਚ, ਖਤਰਨਾਕ ਤਰੀਕੇ ਦੀ ਹੋਣੀ ਚਾਹੀਦੀ ਆ। ਐਕਟਰ ਪਿੱਛੇ ਵੀ ਕਹਿੰਦੇ ਹੁੰਦੇ ਨਾ, ਰੰਗ ਕਰਮੀ ਦੀ ਤੀਸਰੀ ਅੱਖ ਹੁੰਦੀ ਹੈ, ਐਕਟਰ ਦੀ ਤੀਸਰੀ ਅੱਖ ਹੁੰਦੀ ਹੈ। ਤਾਂ ਜਿਹੜੀ ਮੇਰੀ ਉਹ ਟ੍ਰੇਨਿੰਗ ਸੀ ਨਾ, ਤਾਂ ਉਹ ਬਹੁਤ ਕਮਾਲ ਦੀ ਸੀਗੀ। ਮੈਂ ਹੁਣ ਜੇ ਅੱਗੇ ਵੀ ਬੱਚਿਆਂ ਨੂੰ ਟ੍ਰੇਨਿੰਗ ਦਿੰਨੀ ਆ ਤਾਂ ਮੈਂ ਉਸੇ ਪ੍ਰੋਸੈਸ ਥਰੂ ਦਿੰਨੀ ਆ ਕਿ ਇਹਨਾਂ ਨੂੰ ਪਤਾ ਲੱਗੇ ਕਿ ਐਕਟਰ ਬਣਨਾ ਕੋਈ ਆਸਾਨ ਜੀ ਗੱਲ ਨਹੀਂ ਹੈਗੀ। ਔਰ ਮੈਂ ਤੇ ਇਹ ਵੀ ਉਮੀਦ ਕਰ ਰਹੀ ਹਾਂ ਕਿ ਆਪਣਾ ਇੰਟਰਵਿਊ ਚਾਹੇ ਹਰ ਕੋਈ ਨਾ ਸੁਣੇ, ਲੇਕਿਨ ਸੰਜੀਦਗੀ ਨਾਲ ਜਿਹੜੇ ਥੀਏਟਰ ਨੂੰ ਜਾਂ ਇਸ ਕਲਾ ਨੂੰ ਪਿਆਰ ਕਰਦੇ ਆ ਉਹ ਜ਼ਰੂਰ ਸਮਝਣ ਦੀ ਕੋਸ਼ਿਸ਼ ਕਰਨਗੇ। ਬਤੌਰ ਐਕਟਰੈਸ ਜਾਂ ਬਤੌਰ ਸਿਨੇਮਾ ਲਵਰ ਹੋਣ ਦੇ ਨਾਤੇ ਤੁਸੀਂ ਬਹੁਤ ਲੰਬੇ ਸਮੇਂ ਤੋਂ ਇਹਦੇ ਨਾਲ ਜੁੜੇ ਹੋਏ ਹੋ, ਸਮਾਂ ਬਹੁਤ ਤਰ੍ਹਾਂ ਦਾ ਦੇਖਿਆ, ਸਟਰਗਲ ਹੈ ਜਿਹਦੇ ਬਾਰੇ ਮੈਨੂੰ ਲੱਗਦਾ ਬੈਠ ਕੇ ਲੰਬੀ ਵਿਚਾਰ ਚਰਚਾ ਕੀਤੀ ਜਾ ਸਕਦੀ ਹੈ। ਲੇਕਿਨ ਮੌੜ ਫਿਲਮ ਨੇ ਬਤੌਰ ਅਦਾਕਾਰਾ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੱਥੇ ਕਿਹੜਾ ਇਹੋ ਜਿਹਾ ਚੇਂਜ ਲੈ ਕੇ ਆਂਦਾ ਜਿਸ ਦੇ ਕਾਰਨ ਤੁਹਾਨੂੰ ਆਪਣੇ ਅੰਦਰ ਹੁਣ ਇੱਕ ਅਲੱਗ એનર્ਜੀ ਮਹਿਸੂਸ ਹੁੰਦੀ ਹੈ? ਦੇਖੋ ਜੀ, ਹੈ ਨਾ, ਜਿਹੜੀ ਮੌੜ ਫਿਲਮ ਆ ਬੇਸਿਕਲੀ ਉਹ ਸਾਡੀ ਉਸ ਔਰੇ ਨਾਲ ਜੁੜੀ ਹੋਈ ਆ ਜਿਹਦੇ ਅਸੀਂ ਜੰਮ ਪਲ ਆ, ਹੈ ਨਾ। ਮਤਲਬ ਇੱਕ ਆਮ ਜੀ ਗੱਲ ਹੈ ਕਿ ਜਦੋਂ ਜਿਸ ਧਰਤੀ ਤੇ ਤੁਸੀਂ ਜੰਮੇ ਜਾਏ ਹੁੰਦੇ ਹੋ, ਹੈ ਨਾ, ਉਹ ਮਾਹੌਲ ਤੁਹਾਨੂੰ ਦੁਬਾਰਾ ਮਿਲ ਜੇ ਜਿਉਣ ਲਈ। ਕਿਉਂਕਿ ਮੇਰਾ ਬਚਪਨ ਉੱਦਾਂ ਦਾ ਬੀਤਿਆ, ਹੈ ਨਾ, ਕੱਚੇ ਘਰਾਂ 'ਚ ਅਸੀਂ ਸੀਗੇ, ਹੌਲੀ ਹੌਲੀ ਸਭ ਸੈੱਟ ਹੋਇਆ, ਤਾਂ ਹੈ ਨਾ ਉਹ ਚੀਜ਼ਾਂ ਮੇਰੇ ਅੰਦਰ ਸੀਗੀਆਂ। ਇੱਕ ਤੁਹਾਨੂੰ ਖੂਨ 'ਚ ਤੁਸੀਂ ਅੱਖੀਂ ਦੇਖੀਆਂ, ਹੱਡੀ ਹੰਢਾਈਆਂ, ਤੁਹਾਡੀ ਰੂਹ 'ਚ ਵਸੀਆਂ ਹੋਈਆਂ ਚੀਜ਼ਾਂ ਨੇ, ਉਹਨਾਂ ਨੂੰ ਤੁਸੀਂ ਤਿਰਸਕਾਰ ਨਹੀਂ ਸਕਦੇ, ਆਪਣੇ ਤੋਂ ਦੂਰ ਨਹੀਂ ਕਰ ਸਕਦੇ, ਹੈ ਨਾ। ਮੈਂ ਉਹ ਚੀਜ਼ਾਂ ਵੇਖੀਆਂ। ਮੈਂ ਸਭ ਤੋਂ ਜਿਹੜਾ ਮੈਂ ਆਪਦਾ ਮੈਨੂੰ ਚੰਗਾ ਪੱਖ ਇਹ ਲੱਗਦਾ ਬਤੌਰ ਐਕਟਰ, ਹੈ ਨਾ, ਮੈਂ ਸਿੱਖਣਾ ਸ਼ੁਰੂ ਕੀਤਾ, ਹੈ ਨਾ। ਜਦੋਂ ਮੌੜ ਫਿਲਮ ਦੇ ਵਿੱਚ ਮੈਨੂੰ ਰੋਲ ਮਿਲਿਆ ਸੀ ਨਾ, ਤਾਂ ਤੁਸੀਂ ਸੱਚ ਮੰਨਿਓ ਕਿ ਮੈਂ ਪੜ੍ਹਨਾ ਸ਼ੁਰੂ ਕੀਤਾ ਸੀ। ਤਾਂ ਮੈਂ ਆਪਣੀਆਂ ਐਕਟਿੰਗ ਵਾਲੀਆਂ ਕਿਤਾਬਾਂ ਵੀ ਚੁੱਕ ਲਈਆਂ ਸੀ, ਭਾਵੇਂ ਕਿ ਮੈਨੂੰ ਪਤਾ ਵੀ ਮੈਂ ਨਿਭਾ ਸਕਦੀ ਹਾਂ, ਪਰ ਮੈਂ ਸੋਚਦੀ ਸੀ ਕਿ ਮੈਂ ਹੋਰ ਕੀ ਕਰ ਸਕਦੀ ਹਾਂ ਜੇ ਇੱਦਾਂ ਹੋਇਆ। ਮੈਂ ਆਪਣੇ ਨੇਲ ਕੱਟ ਤੇ ਸੀਗੇ, ਮੈਂ ਆਈਬਰੋ ਨਹੀਂ ਸੀ ਬਣਵਾਈ, ਹੈ ਨਾ। ਮੈਨੂੰ ਮਹਿਸੂਸ ਹੁੰਦਾ ਸੀਗਾ ਯਾਰ ਵੀ ਕਿੱਦਾਂ ਹੋ ਜਾਊਗਾ ਜੇ ਇੱਕ ਨਿਰਦੇਸ਼ਕ ਮੇਰੇ ਤੋਂ ਇਹ ਉਮੀਦ ਰੱਖ ਰਿਹਾ ਕਿ ਉਹ ਕੁੜੀ ਇਦਾਂ ਦਾ ਕਰੂ, ਤਾਂ ਕਿਉਂ ਨਾ ਮੈਂ ਵੀ 100% ਦੇ ਕੇ ਚੱਲਾਂ, ਹੈ ਨਾ। ਤੇ ਕਲਾਕਾਰ ਨੂੰ, ਇੱਕ ਅਭਿਨੇਤਾ ਨੂੰ ਉੱਥੇ ਤੱਕ ਪਹੁੰਚਣ ਵਾਸਤੇ, ਸਕਰੀਨ ਤੇ ਪਹੁੰਚਣ ਤੱਕ ਇੱਕ ਪਹਿਲਾਂ ਪ੍ਰੋਸੈਸ ਦੇ ਵਿੱਚੋਂ ਗੁਜ਼ਰਨਾ ਪੈਂਦਾ, ਹੈ ਨਾ। ਮੈਂ ਜਿੱਦਾਂ ਹੁਣ ਮੌੜ ਫਿਲਮ ਨੇ ਮੈਨੂੰ ਇੱਕ, ਸਾਰੇ ਕਹਿੰਦੇ ਆ ਕਿ ਤੈਨੂੰ ਅੱਛਾ ਬ੍ਰੇਕ ਮਿਲਿਆ। ਮੈਨੂੰ ਜਿਹੜੇ ਲੋਕਾਂ ਨੇ ਕਦੀ ਮੈਸੇਜ ਵੀ ਨਹੀਂ ਸੀ ਕੀਤਾ, ਉਹਨਾਂ ਦੇ ਫੋਨ ਆਉਂਦੇ ਨੇ, ਹੈ ਨਾ। ਮੈਂ ਜਿੰਨਾ ਕੁ ਵੀ ਆਈ ਹਾਂ, ਮੈਨੂੰ ਚੰਗਾ ਸਵੀਕਾਰ ਕੀਤਾ ਗਿਆ ਔਰ ਮੇਰੀ ਪ੍ਰਸ਼ੰਸਾ ਵੀ ਕੀਤੀ ਗਈ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ। ਪਰ ਮੈਂ ਇਹਦੇ 'ਚ ਦੁਬਾਰਾ ਸਿੱਖਿਆ, ਮੈਂ ਜ਼ੀਰੋ ਤੋਂ ਸ਼ੁਰੂ ਕੀਤਾ। ਮੈਂ ਅੱਜ ਵੀ ਕਈ ਜਗ੍ਹਾ ਤੇ ਆਪਣਾ ਜਿੰਨਾ ਕੁ ਮੇਰਾ ਸੀਨ ਆ, ਮੈਂ ਦੇਖਦੀ ਹਾਂ ਕਿ ਮੈਂ ਸਹੀ ਨਹੀਂ ਕੀਤਾ। ਇਸ ਚੀਜ਼ ਨੇ ਮੈਨੂੰ ਦੁਬਾਰਾ ਸਟੂਡੈਂਟ ਬਣਾਤਾ। ਪੜ੍ਹਦੀ ਮੈਂ ਪਹਿਲਾਂ ਵੀ ਸੀ, ਮੈਂ ਪੜ੍ਹਨਾ ਵੀ ਸ਼ੁਰੂ ਕੀਤਾ, ਮੈਂ ਸਿੱਖਣਾ ਵੀ ਸ਼ੁਰੂ ਕੀਤਾ। ਮੈਂ ਸਭ ਨੂੰ ਇਹ ਗੱਲ ਕਹਿੰਦੀ ਹੁੰਦੀ ਹਾਂ ਕਿ ਅਭਿਨੇਤਾ ਬਣਨਾ ਸੌਖੀ ਗੱਲ ਨਹੀਂ ਹੈ। ਮੈਂ ਸੱਚੀ ਮੈਂ ਕੋਈ ਸੰਦੇਸ਼ ਤਾਂ ਨਹੀਂ ਦੇ ਸਕਦੀ, ਪਰ ਮੈਂ ਸਭ ਨੂੰ ਕਹੂੰਗੀ ਕਿ ਜਿਹੜੀ ਐਕਟਿੰਗ ਆ, ਅਭਿਨੈ ਆ, ਹੈ ਨਾ, ਇਹ ਕੋਈ ਸੌਖੀ ਖੇਡ ਨਹੀਂ ਹੈ। ਇੱਕ ਮੈਨੂੰ ਜਿਹੜੀ ਚੀਜ਼ ਚੰਗੀ ਲੱਗਦੀ ਹੈ, ਸਾਨੂੰ ਐਕਟਿੰਗ ਪੜ੍ਹਾਉਂਦੇ ਉਹ 'ਚ ਇਹ ਕਿਹਾ ਜਾਂਦਾ ਸੀ ਕਿ ਰੀਕਾਲਿੰਗ ਮੈਮਰੀ। ਜਦੋਂ ਤੁਸੀਂ ਰੋਣਾ ਤਾਂ ਤੁਹਾਡੇ ਅੰਦਰ ਤੁਹਾਡਾ ਦਰਦ ਜਾਗਣਾ ਚਾਹੀਦਾ ਜਿਹੜਾ ਤੁਹਾਡੇ ਅਤੀਤ ਦੇ ਵਿੱਚ ਬੀਤ ਚੁੱਕਾ। ਮੈਂ ਜਿੰਨੇ ਵੀ ਹੁਣ ਤੱਕ ਕਿਰਦਾਰ ਕੀਤੇ ਆ, ਮੈਂ ਕਦੇ ਵੀ ਗਲਿਸਰੀਨ ਦੀ ਵਰਤੋਂ ਨਹੀਂ ਕੀਤੀ। ਅੱਛਾ, ਮਤਲਬ ਇਹ ਮੇਰਾ ਰਿਕਾਰਡ ਰਿਹਾ, ਹੈ ਨਾ। ਮੈਨੂੰ ਇਹ ਚੀਜ਼ ਦਾ ਮਾਣ ਮਹਿਸੂਸ ਹੁੰਦਾ ਕਿ ਮੇਰੇ ਗੁਰੂ ਜਨਾਂ ਨੇ ਜੋ ਪੜ੍ਹਾਇਆ, ਉਹ ਕਹਿੰਦੇ ਹੁੰਦੇ ਸੀ ਕਿ ਆਪ ਖਾਕ ਐਕਟਰ ਬਣੋਗੇ ਜਬ ਆਪ ਰੋ ਨਹੀਂ ਸਕਤੇ, ਆਪ ਹੱਸ ਨਹੀਂ ਸਕਤੇ, ਹੈ ਨਾ। ਤਾਂ ਮੈਨੂੰ ਇਹ ਚੀਜ਼ ਦਾ ਮਾਣ ਮਹਿਸੂਸ ਹੁੰਦਾ ਜਦੋਂ ਕਿਸ਼ਨੇ ਦੀ ਮੌਤ ਦੀ ਖਬਰ ਆਉਂਦੀ ਹੈ ਨਾ, ਕਿ ਉਹਨੂੰ ਕਾਲੇ ਪਾਣੀ 'ਚ ਸਜ਼ਾ ਹੋ ਗਈ, ਹੈ ਨਾ, ਉਹ ਹੁਣ ਵਾਪਸ ਨਹੀਂ ਆਊਗਾ। ਤਾਂ ਜਿਹੜਾ ਉਹ ਮਾਹੌਲ ਬਣਿਆ ਹੋਇਆ ਸੀਗਾ ਘਰ ਦੇ ਵਿੱਚ, ਉਹ ਸੰਤੀ ਉਹਦਾ ਜਿਹੜੇ ਮਦਰ ਸੀਗੇ ਉਹਨਾਂ ਦਾ ਇੱਕ ਡਾਇਲੌਗ ਸੀਗਾ ਵੀ ਹੁਣ ਤੇਰੇ ਵੀਰ ਨੇ ਕਦੀ ਨਹੀਂ ਆਉਣਾ। ਤਾਂ ਇਹ ਚੀਜ਼ਾਂ ਮੇਰੇ ਨਾਲ ਬੀਤ ਚੁੱਕੀਆਂ ਨੇ, ਹੈ ਨਾ। ਮੇਰੇ ਬ੍ਰਦਰ ਦੀ ਡੈਥ ਹੋ ਗਈ ਸੀ ਇਸ ਤਰ੍ਹਾਂ, ਹੈ ਨਾ। ਤਾਂ ਉਹ ਚੀਜ਼ਾਂ ਨੇ ਮੈਨੂੰ ਇੰਨਾ ਕਰਵਾਇਆ, ਤਾਂ ਸਾਰੇ ਸੈੱਟ ਵਾਲੇ ਹੈਰਾਨ ਹੋ ਗਏ ਸੀ ਕਿ ਮੈਂ ਕੰਟਰੋਲ ਨਹੀਂ ਸੀ ਕਰ ਸਕੀ। ਮੈਂ ਉਸ ਬੈਂਡ 'ਚ ਬਹਿ ਗਈ ਸੀਗੀ। ਅਭਿਨੇਤਾ ਦਾ ਮਤਲਬ ਨਾ ਅਭਿਨੀਤ, ਕਿਸੇ ਨੂੰ ਬਹਾ ਕੇ ਲੈ ਜਾਣਾ, ਹੈ ਨਾ। ਉਹ ਚੀਜ਼ ਨੇ ਮੈਨੂੰ ਅੱਜ ਵੀ ਮੈਨੂੰ ਇਹ ਚੰਗਾ ਲੱਗਦਾ। ਦੇਖੋ, ਹੱਸਣਾ ਹੱਸਦੇ ਵੀ ਦਿਲੋਂ ਆ, ਔਰ ਰੋਣਾ ਤਾਂ ਫਿਰ ਰੋਣਾ ਵੀ ਦਿਲੋਂ ਆ। ਪਰ ਉਹ ਐਕਟਰ ਕਾਹਦਾ ਹੋਇਆ, ਹੈ ਨਾ। ਮੈਨੂੰ ਲੱਗਦਾ ਹੁੰਦਾ ਬਨਾਵਟੀਪਨ ਨਹੀਂ ਹੋਣਾ ਚਾਹੀਦਾ। ਜਿਹੜੀ
ਐਕਟਿੰਗ ਆ ਉਹ ਨਾ ਰੂਹ ਦੇ ਵਿੱਚੋਂ ਉਪਜਦੀ ਆ ਹਮੇਸ਼ਾ। ਤੁਹਾਡੇ ਅੰਦਰ ਜਦੋਂ ਕਿਰਦਾਰ ਜਾਂਦਾ ਨਾ, ਜਿਹੜਾ ਕਿਰਦਾਰ ਹੁੰਦਾ ਉਹ ਇੱਕ ਬੱਚੇ ਦੀ ਤਰ੍ਹਾਂ ਹੁੰਦਾ, ਫਿਰ ਮਾਂ ਦੀ ਤਰ੍ਹਾਂ ਉਹਨੂੰ ਪਰਵਰਿਸ਼ ਕਰਨੀ ਪੈਂਦੀ ਹੈ ਹਨਾ। ਤਾਂ ਮੈਂ ਜਿੰਨਾ ਵੀ ਹੁਣ ਨਿਭਾਇਆ, ਜੇ ਮੈਂ ਰੋਈ ਹਾਂ ਤਾਂ ਮੈਂ ਸੱਚਮੁੱਚ ਦੇ ਵਿੱਚ ਰੋਈ ਹਾਂ, ਜੇ ਮੈਂ ਹੱਸੀ ਹਾਂ ਤਾਂ ਮੈਂ ਸੱਚਮੁੱਚ ਦੇ ਵਿੱਚ ਹੱਸੀ ਹਾਂ ਹਨਾ। ਤਾਂ ਜਿਹੜੀਆਂ ਮੈਨੂੰ ਇਹ ਲੱਗਿਆ ਕਿ ਮੈਂ ਇੱਕ ਅਭਿਨੇਤਾ ਹੋਣ ਦਾ ਮੈਂ ਜਿੰਨੀ ਵੀ ਕੋਸ਼ਿਸ਼ ਕੀਤੀ ਆ, ਜਾਂ ਮੈਂ ਹੈਗੀ ਆ ਜਾਂ ਮੈਨੂੰ ਲੋਕ ਮੰਨਦੇ ਨੇ, ਤਾਂ ਉਹਦੇ 'ਚ ਜਿਹੜਾ ਮੇਰਾ ਸਭ ਤੋਂ ਹੈਗੀ ਆ ਮੇਰੀ ਗ੍ਰਹਿਣ ਸ਼ਕਤੀ, ਜਾਂ ਮੈਂ ਕਹਿੰਦਾ ਕਿ ਮੇਰੀ ਜਿਹੜੀ ਸਿੱਖਣ ਦੀ ਪ੍ਰਕਿਰਿਆ ਉਹ ਨਿਰੰਤਰ ਚੱਲਦੀ ਆ। ਮੈਨੂੰ ਮੇਰੀ ਕੋਈ ਆਲੋਚਨਾ ਕਰਦਾ, ਮੈਂ ਖਿੜੇ ਮੱਥੇ ਪ੍ਰਵਾਨ ਕਰਦੀ ਹਾਂ। ਕਿਉਂਕਿ ਇੱਥੇ ਮੈਂ ਗੱਲ ਦੱਸਣਾ ਚਾਹੂੰਗੀ, ਸਾਡਾ ਮੇਰੇ ਜਿਹੜੇ ਗੁਰੂ ਨੇ ਹੈ ਨਾ, ਪਾਰਥੋ ਸਰ ਕਲਕੱਤਾ ਤੋਂ ਹੈ ਨਾ, ਉਹ ਮੇਰੀ ਐਕਟਿੰਗ ਨੂੰ ਕਦੇ ਸਵੀਕਾਰ ਨਹੀਂ ਸੀ ਕਰਦੇ। ਮੈਂ ਲੀਡ ਰੋਲ ਤੇ ਸੀ, ਬਹੁਤ ਅੱਛਾ ਕੰਮ ਕਰਦੀ ਹੁੰਦੀ ਸੀ ਆਪਣੇ ਵੱਲੋਂ। ਉਸ ਸਮੇਂ ਦੇ ਵਿੱਚ ਮੈਨੂੰ ਲੱਗਦਾ ਸੀ ਕਿ ਮੈਂ ਅੱਛਾ ਕੰਮ ਕਰ ਰਹੀ ਹਾਂ। ਸਰ ਕਦੇ ਸੈਟੀਸਫਾਈਡ ਨਹੀਂ ਸੀ ਹੋਏ ਨਾ, ਔਰ ਹਮੇਸ਼ਾ ਮੈਨੂੰ ਗਾਲੀ ਵੀ ਕੱਢਦੇ ਸੀ। ਇੱਕ ਵਾਰ ਮੈਨੂੰ ਮਾਰ ਵੀ ਪਈ ਸੀਗੀ, ਮੈਨੂੰ ਲੱਗਦਾ ਸੀ ਕਿ ਨਹੀਂ, ਮੈਨੂੰ ਛੱਡ ਦੇਣਾ ਚਾਹੀਦਾ, ਮੈਨੂੰ ਮੈਂ ਨਹੀਂ ਕਰ ਸਕਦੀ ਹੈ ਨਾ, ਕਿਉਂਕਿ ਉਦੋਂ ਇੰਨੀ ਸਮਝ ਨਹੀਂ ਸੀਗੀ। ਤਾਂ ਮੈਨੂੰ ਮੇਰੇ ਟੀਚਰ ਨੇ ਸਮਝਾਇਆ ਸੀ ਕਿ ਬੇਟਾ ਤੇਰੇ 'ਚ ਉਹ ਸਾਰੀਆਂ ਸੰਭਾਵਨਾਵਾਂ ਹੈਗੀਆਂ ਜੋ ਆਉਣ ਵਾਲੇ ਸਮੇਂ 'ਚ ਤੈਨੂੰ ਅੱਗੇ ਲੈ ਕੇ ਜਾਣਗੀਆਂ, ਤੂੰ ਘਬਰਾਉਣਾ ਨਹੀਂ, ਤੂੰ ਇਹ ਕੰਮ ਕਰਨਾ। ਤੁਸੀਂ ਦੇਖੋ ਕਿ ਮੈਂ ਉਹ ਰੋਲ ਕੀਤਾ। ਸਰ 2 ਸਾਲ ਬਾਅਦ ਜਦੋਂ ਆ ਕੇ ਡਿਪਾਰਟਮੈਂਟ 'ਚ ਉਹਨਾਂ ਨੇ ਦੁਬਾਰਾ ਪ੍ਰੋਡਕਸ਼ਨ ਕਰਾਈ, ਮੈਨੂੰ ਉਹਨਾਂ ਨੇ ਕਦੇ ਵੀ ਮੈਨੂੰ ਐਪਰੀਸ਼ੀਏਟ ਨਹੀਂ ਸੀ ਕੀਤਾ ਕਿ ਤੂੰ ਅੱਛਾ ਕੰਮ ਕੀਤਾ। ਮੈਨੂੰ ਜਾਂਦੇ ਹੋਏ ਕਹਿੰਦੇ ਇਹ ਵੀਡੂ ਇਧਰ ਆ ਨਾ, ਮੈਂ ਉਹਨਾਂ ਨਾਲ ਗੱਲ ਕੀਤੀ ਤੇ ਕਹਿੰਦੇ ਜੋ ਮੈਂ ਚਾਹਤਾ ਥਾ ਅਬ ਤੂੰ ਉਹ ਬਣ ਗਿਆ ਹੈ ਨਾ। ਮਤਲਬ ਮੇਰੇ ਲਈ ਉਹ ਖੁਸ਼ੀ ਦਾ ਜਿਹੜਾ ਟਿਕਾਣਾ ਸੀ, ਮੈਂ ਉਹਨੂੰ ਐਕਸਪਲੇਨ ਵੀ ਨਹੀਂ ਕਰ ਸਕਦੀ, ਕਿਉਂਕਿ 2 ਸਾਲ ਦੀ ਮਿਹਨਤ ਤੋਂ ਬਾਅਦ ਉਹਨਾਂ ਨੇ ਮੈਨੂੰ ਕਦੇ ਐਪਰੀਸ਼ੀਏਟ ਨਹੀਂ ਕੀਤਾ ਹੈ ਨਾ। ਇਹ ਹੁੰਦਾ ਕਿ ਤੁਹਾਨੂੰ ਕੌਣ, ਜਿਨ੍ਹਾਂ ਨੇ ਤੁਹਾਨੂੰ ਉਗਾਇਆ, ਤੁਹਾਨੂੰ ਅੱਗੇ ਵਧਾਇਆ ਹੈ ਨਾ, ਉਹ ਤੁਹਾਨੂੰ ਸਵੀਕਾਰ ਕੇ ਤੁਹਾਡੀ ਪ੍ਰਸ਼ੰਸਾ ਕਰ ਰਿਹਾ, ਇਹ ਤੁਹਾਡੀ ਨੇਕ ਕਮਾਈ ਹੁੰਦੀ ਹੈ, ਤੁਹਾਡੀ ਬਹੁਤ ਵੱਡੀ ਕਮਾਈ ਹੁੰਦੀ ਹੈ ਨਾ। ਤਾਂ ਮੈਂ ਆਪਣੇ ਆਪ ਨੂੰ ਹੁਣ ਲੱਕੀ ਸਮਝਦੀ ਹਾਂ ਕਿ ਮੈਨੂੰ ਚੰਗੇ ਗੁਰੂਜਨਾਂ ਦਾ ਸਾਥ ਮਿਲਿਆ, ਮੇਰੇ ਸਰਕਲ ਦਾ, ਜਿਨ੍ਹਾਂ ਨੇ ਮੈਨੂੰ ਇੱਕ ਅਭਿਨੇਤਾ ਹੋਣ 'ਚ ਬਹੁਤ ਜ਼ਿਆਦਾ ਮਤਲਬ ਕਹਿੰਦੇ ਹੁੰਦੇ ਕਿ ਸਾਥ ਦਿੱਤਾ ਹੈ ਨਾ। ਜਿਵੇਂ ਜਤਿੰਦਰ ਮੌਰ ਸਰ ਨੇ, ਉਹਨਾਂ ਨੇ ਵੀ ਮੈਨੂੰ ਬਹੁਤ ਸਾਰੀਆਂ ਮਤਲਬ ਨਿੱਕੀਆਂ ਨਿੱਕੀਆਂ ਗੱਲਾਂ ਸੈੱਟ ਤੇ ਕਰਦੇ ਰਹਿੰਦੇ ਸੀ। ਮੈਂ ਕਈ ਗੱਲਾਂ ਕਰਦੀ ਹੁੰਦੀ ਸੀ ਕਿ ਐਕਟਰ ਦਾ ਨਾ ਇੱਕ ਬਿਜ਼ਨਸ ਹੁੰਦਾ। ਜੇ ਇਹ ਵੀ ਮੈਂ ਇੱਕ ਟੈਕਨੀਕਲ ਪੱਖ ਆ, ਮੈਂ ਦੱਸਣਾ ਚਾਹੂੰਗੀ। ਜਿਵੇਂ ਔਰਤ ਚੁੱਲ੍ਹੇ ਚੌਂਕੇ 'ਚ ਆ, ਉਹ ਕੋਈ ਤਾਂ ਕੰਮ ਕਰਦੀ ਹੋਊਗੀ ਨਾ, ਉਹ ਐਕਟਰ ਦਾ ਬਿਜ਼ਨਸ ਹੋ ਗਿਆ। ਜੇ ਉਹ ਇੱਧਰ ਕਿਸੇ ਨੂੰ ਸੁਣ ਰਹੀ ਆ, ਤਾਂ ਇਹ ਵੀ ਆ ਕਿ ਉਹਦੇ ਨਾਲ ਕੋਈ ਰਾਬਤਾ ਵੀ ਹੋਣਾ ਚਾਹੀਦਾ ਹੈ ਨਾ। ਮੈਂ ਹਮੇਸ਼ਾ ਪੁੱਛਦੀ ਹੁੰਦੀ ਸੀ ਵੀ ਸਮਝ ਤਾਂ ਮੈਨੂੰ ਆ ਜਾਂਦੀ ਹੁੰਦੀ ਸੀ, ਪਰ ਮੈਂ ਆਪਣੇ ਆਪ ਨੂੰ ਦੇਖਦੀ ਸੀ ਕਿ ਕੀ ਮੈਂ ਨਿਰਦੇਸ਼ਕ ਦੀ ਪਹੁੰਚ ਤੱਕ ਪਹੁੰਚ ਗਈ ਹਾਂ। ਉਹ ਚਾਹੁੰਦੇ, ਮੈਂ ਕਹਿਣਾ ਵੀ ਸਰ ਜੇ ਇੱਧਰ ਆ ਕੰਮ ਚੱਲ ਰਿਹਾ, ਮੈਂ ਆਪਣਾ ਹੀ ਕੰਮ ਕਰ ਲਾਂ। ਹਾਂ ਵੀਰਪਾਲ ਤੈਨੂੰ ਪਤਾ, ਤੂੰ ਕਰ ਲੈਣਾ ਹੈ ਨਾ। ਉਹ ਆਪਣੇ ਆਪ ਪਾਈ ਜਾਂਦਾ ਹੁੰਦਾ ਸੀ। ਮੈਨੂੰ ਇਹ ਹੁੰਦਾ ਸੀ ਕਿ ਸਰ ਮੈਨੂੰ ਪਤਾ ਹੈ, ਪਰ ਮੈਂ ਤੁਹਾਡੀ ਨਿਰਦੇਸ਼ਨਾਂ 'ਚ ਕੰਮ ਕਰ ਰਹੀ ਹਾਂ, ਤਾਂ ਮੈਨੂੰ ਇਹ ਚਾਹੀਦਾ ਕਿ ਤੁਸੀਂ ਮੈਨੂੰ ਦੱਸੋ ਤਾਂ ਮੈਂ ਅੱਗੇ ਕੰਮ ਕਰਾਂ। ਪਰ ਮੈਂ ਜਿੰਨਾ ਵੀ ਆਪਣੀ ਮਰਜ਼ੀ ਨਾਲ ਕੰਮ ਕੀਤਾ, ਉਹ ਸਰ ਨੂੰ ਪਸੰਦ ਵੀ ਆਇਆ, ਉਹਨਾਂ ਨੇ ਸਵੀਕਾਰ ਵੀ ਕੀਤਾ। ਤਾਂ ਕਈ ਜਗ੍ਹਾ ਮੈਨੂੰ ਕਹਿੰਦੇ ਸੀ ਕਿ ਨਹੀਂ, ਤੁਸੀਂ ਇੱਦਾਂ ਕਰਕੇ ਆਏ ਕਰ ਲਓ, ਤੁਸੀਂ ਦੇਖ ਲਓ, ਤੁਸੀਂ ਕਰ ਲੈਣਾ। ਇਹ ਵੀ ਤੁਹਾਡੀ ਇੱਕ ਪ੍ਰਾਪਤੀ ਹੁੰਦੀ ਹੈ ਜਦੋਂ ਬਤੌਰ ਅਭਿਨੇਤਾ ਤੁਹਾਨੂੰ ਇਹ ਸਵੀਕਾਰ ਕਰਦਾ ਕੋਈ ਇਹਨੇ ਕਰ ਲੈਣਾ। ਕਈ ਵਾਰ ਮੈਨੂੰ ਇਹ ਹੁੰਦਾ ਸੀਗਾ ਕਿ ਮੈਨੂੰ ਤਾਂ ਕੋਈ ਕਹਿੰਦਾ ਹੀ ਨਹੀਂ ਹੈਗਾ। ਫਿਰ ਹੁੰਦਾ ਸੀ, ਮੈਂ ਕਿਹਾ ਜਾਂ ਤਾਂ ਫਿਰ ਮੈਂ ਵਾਕਈ ਐਕਟਰ ਬਣ ਗਈ ਹਾਂ ਜੇ ਮੈਨੂੰ ਕੋਈ ਕਹਿੰਦਾ ਨਹੀਂ ਹੈਗਾ ਹੈ ਨਾ। ਪਰ ਜਿਹੜਾ ਉਹ ਸਮਾਂ ਸੀਗਾ, ਇਹ ਮੌੜ ਫਿਲਮ ਦੇ ਵਿੱਚ ਆ ਕੇ ਇੱਕ ਅਭਿਨੇਤਾ ਹੋਣ ਦੇ ਨਾਤੇ ਜਿਹੜੀਆਂ ਮੇਰੀਆਂ ਜ਼ਿੰਮੇਵਾਰੀਆਂ ਸੀਗੀਆਂ ਹੈ ਨਾ, ਜਾਂ ਜਿਹੜੇ ਮੇਰੇ ਜਿਹੜੇ ਦਰਸ਼ਕ ਨੇ, ਮੇਰੇ ਆਪਣੇ ਭੈਣ ਭਾਈ ਨੇ ਜਾਂ ਮੇਰਾ ਸਰਕਲ ਹੈ, ਉਹਨਾਂ ਨੇ ਮੈਨੂੰ ਕਿਹਾ ਕਿ ਵੀਰ ਤੂੰ ਬਹੁਤ ਅੱਛਾ ਕੰਮ ਕੀਤਾ ਹੈ ਨਾ। ਤਾਂ ਮੈਨੂੰ ਲੱਗਦਾ ਕਿ ਮੇਰਾ ਇੱਕ ਅਭਿਨੇਤਾ ਬਣਨਾ ਸਫਲ ਹੋ ਗਿਆ। ਬਿਲਕੁਲ। ਦਿਲਜੀਤ ਦੋਸਾਂਝ ਦੀ ਇੱਕ ਫਿਲਮ ਦੇ ਨਾਲ ਵੀ ਤੁਹਾਡਾ ਰਾਬਤਾ ਹੈ, ਉਹ ਕਿਸ ਤਰ੍ਹਾਂ ਬਣਿਆ ਸੀ? ਜਿਵੇਂ ਉਹ ਜਸਵੰਤ ਸਿੰਘ ਖਾਲੜਾ ਜੀ ਦੀ ਲਾਈਫ ਤੇ ਹੈ ਨਾ ਫਿਲਮ ਬਣੀ ਆ। ਮੇਰੀ ਫੇਸਬੁੱਕ ਤੇ ਫਰੈਂਡਸ ਹੈਗੇ ਆ ਬੰਬੇ ਤੋਂ ਕਾਫੀ, ਉਹਦੇ 'ਚ ਇੱਕ ਮੇਰੀ ਫੋਟੋ ਸੀਗੀ, ਬਿਲਕੁਲ ਡਲ ਜੀ ਸੀਗੀ ਫੋਟੋ ਹੈ ਨਾ, ਅੱਛੀ ਫੋਟੋ ਸੀ। ਉਹਨੂੰ ਜੇ ਕੋਈ ਕਲਾਕਾਰ ਦੇਖਦਾ ਸੀ, ਉਹ ਕਹਿੰਦੇ ਵੀਰੂ ਤੇਰੀ ਫੋਟੋ ਬਹੁਤ ਸੋਹਣੀ ਆ। ਮੇਰੀ ਉਹ ਫੋਟੋ ਕਲਿੱਕ ਹੋਈ, ਕਿਸੇ ਨੇ ਵੇਖੀ, ਤੇ ਉੱਥੋਂ ਤਜਿੰਦਰ ਦੀਦੀ ਜਿਹੜੇ ਕਾਸਟਿਊਮ ਡਿਜ਼ਾਈਨਰ ਨੇ, ਇਹਨਾਂ ਦਾ ਸਾਡਾ ਥੋੜਾ ਸਰਕਲ ਜਿਹੜਾ ਸੇਮ ਹੈ, ਉਹਨਾਂ ਨੇ ਕਿਹਾ ਕਿ ਵੀਰੂ ਤੇਰੀ ਉਹ ਫੋਟੋ ਕਲਿੱਕ ਹੋ ਗਈ ਹੈ, ਉਸੇ ਲੁੱਕ ਦੇ ਵਿੱਚ ਤੈਨੂੰ ਆਪਣੀ ਮਤਲਬ ਆਡੀਸ਼ਨ ਦੇਣਾ ਪੈਣਾ। ਉਹਨਾਂ ਦਿਨਾਂ 'ਚ ਮੇਰੀ ਮੋਹਾਲੀ ਜੌਬ ਚੱਲਦੀ ਸੀਗੀ। ਇਹ ਮੈਂ ਗੱਲ ਦੱਸਣਾ ਚਾਹੂੰਗੀ। ਤਾਂ ਇਲੈਕਸ਼ਨ ਦੇ ਵਿੱਚ ਮੇਰੀ ਡਿਊਟੀ ਲੱਗੀ ਹੋਈ ਸੀਗੀ, ਮੈਂ ਕੰਟੈਂਟ ਰਾਈਟਰ ਦੇ ਤੌਰ ਤੇ ਕੰਮ ਕਰਦੀ ਸੀਗੀ ਹੈ ਨਾ। ਸ਼ਾਇਦ ਉਹਨਾਂ ਨੂੰ ਪਤਾ ਨਹੀਂ ਸੀਗਾ ਕਿ ਇੱਕ ਕਲਾਕਾਰ, ਇੱਕ ਅਭਿਨੇਤਾ ਕੰਟੈਂਟ ਲਿਖ ਰਿਹਾ। ਤਾਂ ਕੀ ਹੋਇਆ ਕਿ ਮੈਨੂੰ ਦੀਦੀ ਦਾ ਫੋਨ ਆਇਆ, ਉੱਧਰੋਂ ਮੇਰਾ ਸਿਲੈਕਟ ਹੋ ਗਈ। ਅਸਲ 'ਚ ਉਹਨਾਂ ਦਿਨਾਂ 'ਚ ਮੇਰੀ ਇੱਕ ਵਰਕਸ਼ਾਪ ਸੀਗੀ ਪੂਨੇ ਦੇ ਵਿੱਚ ਬੱਚਿਆਂ ਦੇ ਨਾਲ ਐਕਟਿੰਗ ਦੀ। ਉਹ ਮੈਨੂੰ ਕਹਿੰਦੇ ਕਿ ਪੂਨੇ ਤੋਂ ਤੁਸੀਂ ਇੱਕ ਵਾਰ ਬੰਬੇ ਆ ਕੇ ਲੁੱਕ ਟੈਸਟ ਕਰਵਾ ਲਓ ਆਪਣਾ। ਮੇਰੇ ਲਈ ਬਹੁਤ ਔਖਾ ਸੀਗਾ, ਇੱਧਰ ਡਿਊਟੀ ਵੀ ਚੱਲ ਰਹੀ ਸੀ, ਛੁੱਟੀ ਤੇ ਵੀ ਸੀਗੀ ਹੈ ਨਾ, ਸਫ਼ਰ ਵੀ ਲੰਬਾ ਸੀਗਾ। ਮੈਂ ਸੋਚਿਆ ਵੀ ਜੇ ਹੋਣਾ ਹੋਊਗਾ ਤਾਂ ਹੋ ਜਾਊਗਾ ਹੈ ਨਾ, ਵੀ ਮੈਂ ਲੁੱਕ ਟੈਸਟ ਲਈ ਨਹੀਂ ਆ ਸਕਦੀ। ਉਹ ਕਹਿੰਦੇ ਚਲੋ ਅੰਮ੍ਰਿਤਸਰ ਤਾਂ ਸ਼ੂਟ ਹੋਣਾ ਹੀ ਹੈ, ਤੁਸੀਂ ਉੱਥੇ ਆ ਜਾਓ ਹੈ ਨਾ। ਚਲੋ ਮੈਨੂੰ ਦੀਦੀ ਦਾ ਫੋਨ ਆਇਆ, ਕਹਿੰਦੇ ਵੀਰੂ ਕੀ ਕਰ ਰਹੀ ਹਾਂ? ਮੈਂ ਕਿਹਾ ਦੀਦੀ ਮੈਂ ਆਫਿਸ ਤੋਂ ਹੁਣੇ ਆਈ ਹਾਂ, ਰੈਸਟ ਕਰਨ ਲੱਗੀ ਸੀ। ਕਹਿੰਦੀ ਯਾਰ ਹੁਣੇ ਅੰਮ੍ਰਿਤਸਰ ਨਿਕਲ। ਮੈਂ ਕਿਹਾ ਕਿਉਂ ਯਾਰ? ਮਤਲਬ ਕਿਉਂ ਮੈਨੂੰ ਤੁਸੀਂ ਇਹ ਕਹਿੰਦੇ ਇੱਦਾਂ ਕਰਕੇ ਤੇਰਾ ਰੋਲ ਫਾਈਨਲ ਹੋ ਗਿਆ, ਤੈਨੂੰ ਹੁਣੇ ਹੀ ਜਾਣਾ ਪੈਣਾ। ਮੈਂ ਕਿਹਾ ਦੀਦੀ ਯਾਰ ਪਲੀਜ਼। ਮੈਂ ਕਿਹਾ, ਕਹਿੰਦੇ ਸੌਰਵ ਸਚਦੇਵਾ ਨੂੰ ਜਾਣਦੀ ਆ? ਮੈਂ ਕਿਹਾ ਦੀਦੀ ਨਾਮ ਸੁਣਿਆ। ਕਹਿੰਦੀ ਮੈਂ ਕਾਲ ਕੱਟਦੀ ਹਾਂ, ਇਹਨਾਂ ਨੂੰ ਵੀ ਲੱਭ, ਅਮਰਦੀਪ ਝਾ ਮੈਡਮ ਨੂੰ ਵੀ ਲੱਭ।
ਮੈਂ ਲੱਭਿਆ ਵੀ ਕਿ ਹਾਂ ਦੀਦੀ ਮਤਲਬ ਮੇਰੇ ਲਈ ਬਹੁਤ ਤੈਨੂੰ ਪਤਾ ਤੂੰ ਇਹਨਾਂ ਨਾਲ ਸਕਰੀਨ ਸ਼ੇਅਰ ਕਰ ਰਹੀ ਆ, ਮਤਲਬ ਮੇਰੇ ਲਈ ਬਹੁਤ ਵੱਡੀ ਗੱਲ ਸੀ ਉਹ, ਹਨਾ। ਕਹਿੰਦੇ ਤੂੰ ਉਹਨਾਂ ਦੀ ਵਾਈਫ ਦਾ ਰੋਲ ਕਰ ਰਹੀ ਆ, ਅਮਰਦੀਪ ਝਾ ਮੈਡਮ ਦੀ ਨੂੰਹ ਦਾ ਰੋਲ ਕਰ ਰਹੀ ਆ, ਹਨਾ। ਇੱਕ ਵੱਡੇ ਕਲਾਕਾਰਾਂ ਨੂੰ ਜਿਨ੍ਹਾਂ ਨੂੰ ਤੁਸੀਂ ਅਖਬਾਰਾਂ 'ਚ ਛਪਿਆਂ ਦੇਖਿਆ, ਟੀਵੀ ਤੇ ਵੇਖ ਰਹੇ ਹੋ, ਤੁਸੀਂ ਉਹਨਾਂ ਦੇ ਪਰਿਵਾਰ ਦਾ ਹਿੱਸਾ ਬਣ ਕੇ ਔਨ ਸਕਰੀਨ ਤੁਸੀਂ ਕੰਮ ਕਰ ਰਹੇ ਹੋ, ਇਹ ਬਹੁਤ ਮਾਣ ਦੀ ਗੱਲ ਆ। ਤੁਸੀਂ ਸੱਚ ਮੰਨਿਓ, ਮੇਰੀ ਉਸ ਮਹੀਨੇ ਦੀ ਪੇਮੈਂਟ ਵੀ ਰੁਕੀ ਹੋਈ ਸੀਗੀ, ਜਿੰਨੀ ਦੇਰ ਮੈਂ 4 ਦਿਨ ਦੀ ਹੋਰ ਡਿਊਟੀ ਨਹੀਂ ਸੀ ਕਰਦੀ ਮੇਰੀ ਪੇਮੈਂਟ ਵੀ ਨਹੀਂ ਸੀ ਮਿਲਣੀ। ਪਰ ਮੈਨੂੰ ਦੀਦੀ ਕਹਿੰਦੇ ਤੇਰੀ ਪੇਮੈਂਟ ਮੈਂ ਪੂਰੀ ਕਰੂੰ, ਤੂੰ ਸ਼ੂਟ ਨਹੀਂ ਛੱਡਣਾ, ਹੁਣੇ ਨਿਕਲ। ਉਹਨਾਂ ਨੇ ਮੇਰਾ ਆਈ ਕਾਰਡ ਵਗੈਰਾ ਲੈ ਕੇ ਸਭ ਕੁਝ ਲੈ ਕੇ ਮੈਨੂੰ ਦੱਸਤਾ, ਕਹਿੰਦੇ ਤੁਸੀਂ ਪਹੁੰਚੋ, ਤੁਹਾਡਾ ਰਾਤ ਦਾ ਲੁੱਕ ਟੈਸਟ ਹੈ। ਮੈਂ ਇੱਥੋਂ ਮੋਹਾਲੀ ਤੋਂ ਅੰਮ੍ਰਿਤਸਰ ਪਹੁੰਚ ਗਈ ਤੇ ਸਾਰਾ ਕੁਝ ਉਸ ਹਿਸਾਬ ਨਾਲ ਹੋਇਆ ਜੋ ਦੀਦੀ ਨੇ ਦੱਸਿਆ ਜਾਂ ਮੈਨੂੰ ਉਹਨਾਂ ਨੂੰ ਲੱਗਿਆ। ਉਹਨਾਂ ਨੇ ਹੂ ਬਹੂ ਮੇਰੀ ਉਹੀ ਲੁੱਕ ਮਤਲਬ ਤਿਆਰ ਕੀਤੀ ਉੱਥੇ, ਹਨਾ। ਤੇ ਹੁਣ ਉਹ ਫਿਲਮ ਤੇ ਰੋਕ ਲੱਗੀ ਹੋਈ ਹੈ ਕੁਝ ਕਾਰਨਾਂ ਕਰਕੇ, ਉਹ ਜਲਦੀ ਆਊਗੀ। ਮੈਂ ਆਪਣੇ ਬੰਨਿਓ ਮੈਂ ਪੂਰਾ ਕੰਮ ਕੀਤਾ, ਮੈਨੂੰ ਨਹੀਂ ਪਤਾ, ਕਈ ਵਾਰ ਆਪਾਂ ਕਹਿ ਦਿੰਦੇ ਹਾਂ ਕਿ ਮੈਂ ਕੰਮ ਕੀਤਾ। ਇੱਕ ਚੰਗਾ ਕਰੈਕਟਰ ਉਹਦੇ 'ਚ ਵੀ ਮਿਲਿਆ, ਪਰ ਇਹ ਹੈ ਕਿ ਮੈਨੂੰ ਇਹ ਵੀ ਚੰਗਾ ਲੱਗਿਆ ਕਿ ਉਹ 'ਚ ਵੀ ਮੇਰੀ ਦੇਸੀ ਲੁੱਕ ਹੈ, ਹਨਾ। ਮੈਂ ਸਾਰਿਆਂ ਦੀ ਮਿਹਨਤ ਬਹੁਤ ਆ। ਮੈਂ ਕਹਿੰਦੀ ਹਾਂ ਕਿ ਇੱਦਾਂ ਦੀਆਂ ਜਿਹੜੀਆਂ ਚੰਗੇ ਵਿਸ਼ੇ 'ਤੇ ਬਣਨੀਆਂ ਫਿਲਮਾਂ ਉਹ ਸਾਹਮਣੇ ਆਉਣੀਆਂ ਚਾਹੀਦੀਆਂ, ਜਿਹੜੇ ਕਲਾਕਾਰਾਂ ਨੇ ਸੰਘਰਸ਼ ਕੀਤੇ ਆ ਉਹ ਵੀ ਸਾਹਮਣੇ ਆਉਣੇ ਚਾਹੀਦੇ ਆ। ਅਤੇ ਮੈਂ ਮਾਣ ਮਹਿਸੂਸ ਕਰਦੀ ਹਾਂ ਕਿ ਮੈਂ ਉਸ ਫਿਲਮ ਦਾ ਹਿੱਸਾ। ਮੈਂ ਤੁਹਾਡੇ ਨਾਲ ਗੱਲਬਾਤ ਇਸ ਲਈ ਹੁਣ ਇੱਥੇ ਖ਼ਤਮ ਕਰਨੀ ਚਾਹੂੰਗੀ ਕਿਉਂਕਿ ਮੈਂ ਸਭ ਕੁਝ ਹੁਣ ਨਹੀਂ ਪੁੱਛਣਾ ਚਾਹੁੰਦੀ। ਮੈਂ ਚਾਹੂੰਗੀ ਅਸੀਂ ਦੁਬਾਰਾ ਮਿਲੀਏ, ਫਿਰ ਹੋਰ ਗੱਲਾਂ ਕਰੀਏ ਔਰ ਤੁਹਾਡੇ ਹਿੱਸੇ ਉਹ ਪ੍ਰੋਜੈਕਟ ਆਉਣ ਜੋ ਇੰਨੇ ਸਾਲਾਂ ਦੀ ਮਿਹਨਤ ਦੇ ਕਰਕੇ ਤੁਸੀਂ ਡਿਜ਼ਰਵ ਕਰਦੇ ਹੋ। ਔਰ ਉਮੀਦ ਹੈ ਕਿ ਤੁਹਾਡਾ ਜਿਹੜਾ ਕਹਿਣ ਦਾ ਤਰੀਕਾ ਹੈ ਬਤੌਰ ਕਲਾਕਾਰ ਹੋਣ ਦੇ ਨਾਤੇ, ਜਿਹੜੇ ਸਿਨੇਮਾ ਨੂੰ ਲੋਕ ਅਸਲ ਦੇ ਵਿੱਚ ਸਮਝਦੇ ਆ ਜਾਂ ਸਮਝਣਾ ਚਾਹੁੰਦੇ ਆ, ਉਹਨਾਂ ਤੱਕ ਜ਼ਰੂਰ ਪਹੁੰਚੂਗਾ। ਸੋ ਹੁਣ ਆਪਾਂ ਗੱਲਬਾਤ ਇੱਥੇ ਖਤਮ ਕਰ ਰਹੇ ਹਾਂ, ਲੇਕਿਨ ਇਸ ਬਿਹਾਫ 'ਤੇ ਕਿ ਅਗਲੀ ਵਾਰ ਫਿਰ ਮਿਲਾਂਗੇ ਔਰ ਕੁਝ ਅਜਿਹੀਆਂ ਗੱਲਾਂ ਹੋਰ ਜਾਣਾਂਗੇ ਜੋ ਜਾਣਨੀਆਂ ਬਹੁਤ ਜ਼ਰੂਰੀ ਹੈ। ਬਿਲਕੁਲ ਜੀ, ਬਿਲਕੁਲ। ਸੋ ਬਹੁਤ ਬਹੁਤ ਬੈਸਟ ਵਿਸ਼ੇਸ ਤੁਹਾਨੂੰ ਅਪਕਮਿੰਗ ਪ੍ਰੋਜੈਕਟਸ ਲਈ ਔਰ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਬਹੁਤ ਸ਼ੁਕਰੀਆ ਜੀ। ਸੋ ਇਹ ਸਨ ਸਾਡੇ ਨਾਲ ਡਾਕਟਰ ਵੀਰਪਾਲ ਕੌਰ। ਸਿਨੇਮਾ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਸਾਡੇ ਨਾਲ ਜੋ ਕੁਝ ਵੀ ਸਾਂਝਾ ਕੀਤਾ ਉਹ ਸਾਡੇ ਸਭ ਲਈ ਖਾਸ ਹੋਊਗਾ। ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਸੀ ਕਿ ਹੋ ਸਕਦਾ ਹੈ ਕਿ ਜਿਹੜੇ ਸੰਜੀਦਗੀ ਨਾਲ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਜਾਂ ਆਪਣੇ ਕੰਮ ਨੂੰ ਉਨੀ ਹੀ ਸ਼ਿੱਦਤ ਨਾਲ ਮੁਹੱਬਤ ਕਰਦੇ ਆ ਕਿ ਜਿੰਨੀ ਕਰਨੀ ਚਾਹੀਦੀ ਹੈ, ਉਹਨਾਂ ਨੂੰ ਜ਼ਰੂਰ ਚੰਗਾ ਲੱਗੇਗਾ। ਔਰ ਜੋ ਮੌੜ ਫਿਲਮ ਦੇ ਵਿੱਚ ਉਹਨਾਂ ਨੇ ਆਪਣੇ ਵੱਲੋਂ ਨਿਭਾਇਆ ਉਹਦੀ ਤੇ ਹਰ ਪਾਸੇ ਸ਼ਲਾਘਾ ਹੋ ਹੀ ਰਹੀ ਹੈ। ਉਮੀਦ ਹੈ ਕਿ ਅਜਿਹੇ ਕਲਾਕਾਰ ਜੋ ਵਾਕਿਆ ਹੀ ਡਿਜ਼ਰਵ ਕਰਦੇ ਆ ਅੱਗੇ ਆਉਣਾ, ਉਹਨਾਂ ਕਲਾਕਾਰਾਂ ਦੇ ਲਈ ਸਾਡੇ ਜੋ ਫਰਜ਼ ਹੈ ਅਸੀਂ ਉਹ ਵੀ ਨਿਭਾਵਾਂਗੇ ਔਰ ਸਿਨੇਮਾ ਦੇ ਵਿੱਚ ਉਹ ਆਪਣੀ ਜਗ੍ਹਾ ਵੀ ਬਣਾਉਣਗੇ।